ਹਾਂਜੀ, तो ਅੱਜ ਆਪਣੇ ਕੋਲ ਜਿਹੜਾ ਪੈਸੇ ਦਾ ਸੀ ਇਹਦੇ ਵਿੱਚ ਆਪਾਂ ਨੂੰ ਵੋਕੈਬ ਕਾਫੀ ਜ਼ਿਆਦਾ ਮਿਲੂਗੀ ਜੀ। ਵੋਕੈਬ ਇਹਦੇ ਵਿੱਚ ਵਧੀਆ ਲੈਵਲ ਦੀ ਮਿਲੂਗੀ, ਪਲੱਸ ਇਹਦੇ ਵਿੱਚ ਕੋਲੋਕੇਸ਼ਨ ਸਿੱਖਣ ਨੂੰ ਮਿਲਣਗੇ, ਪਲੱਸ ਇਹਦੇ ਵਿੱਚ ਗ੍ਰਾਮੈਟਿਕਲ ਰੂਲਸ ਜਿਹੜੇ ਹੈਗੇ ਆ ਉਹ ਵੀ ਆਪਾਂ ਨੂੰ ਨਾਲ ਦੀ ਨਾਲ ਸਿੱਖਣ ਨੂੰ ਮਿਲਣਗੇ। ਆ ਤਿੰਨੇ ਚੀਜ਼ਾਂ ਜਿਹੜੀਆਂ ਆਪਣੀਆਂ ਹੈ ਇਹਦੇ ਵਿੱਚ ਕਵਰ ਹੋਣਗੀਆਂ ਜੀ। ਧਿਆਨ ਨਾਲ ਦੇਖਿਓ ਜੀ, ਇਹਨੂੰ ਆਪਾਂ ਹਾਂਜੀ ਕਰਦੇ ਟਰਾਂਸਲੇਟ। ਤਾਂ ਕੀ ਕਹਿੰਦੇ ਜੀ, ਕਹਿੰਦੇ ਜੀ ਟ੍ਰੈਂਡਸ ਐਂਡ ਪ੍ਰੋਸਪੈਕਟ। ਦੇਖੋ ਪ੍ਰੋਸਪੈਕਟ ਵਰਡ ਬਹੁਤ ਜ਼ਿਆਦਾ ਫੇਮਸ ਆ ਰੀਡਿੰਗ ਦੇ ਵਿੱਚ ਜੀ, ਪ੍ਰੋਸਪੈਕਟ। ਤੇ ਹਾਂਜੀ ਹਾਂਜੀ, ਪ੍ਰੋਸਪੈਕਟ ਦਾ ਮਤਲਬ ਹੁੰਦਾ ਵਾ ਹਾਂਜੀ ਲਾਈਕਲੀਹੁੱਡ। ਨੋਟ ਕਰ ਲਿਓ ਇਹਦੇ ਸਿਨੋਨਿਮ ਜਿਹੜਾ ਲਾਈਕਲੀਹੁੱਡ, ਹੋਪ ਜਿਹਨੂੰ ਕਹਿ ਦਿੰਦੇ ਆ ਜੀ। ਯਾਨੀ ਕਿ ਪ੍ਰੋਸਪੈਕਟ ਦਾ ਮਤਲਬ ਫਿਊਚਰ ਦੀ ਜਿਹਨੂੰ ਸੰਭਾਵਨਾ ਕਹਿ ਦਿੰਦੇ ਜੀ ਆਪਾਂ, ਲਾਈਕਲੀਹੁੱਡ ਜਾਂ ਹੋਪ। ਕਹਿੰਦੇ ਜੀ ਟ੍ਰੈਂਡਸ ਤੇ ਹੋਪ ਕਹਿੰਦੇ ਜੀ ਕਿਹਦੇ ਲਈ ਜੀ, ਫॉर ਯੂਰਪੀਅਨ ਟਰਾਂਸਪੋਰਟ ਸਿਸਟਮ। ਪੜ੍ਹਦੇ ਜੀ ਆਪਾਂ ਨੂੰ ਕੀ ਕਹਿੰਦੇ ਜੀ, ਹਾਂਜੀ ਕਹਿੰਦੇ ਜੀ ਹਾਂਜੀ ਡਿਫਿਕਲਟ ਹੈ ਜੀ, ਕਹਿੰਦੇ ਟੂ ਕਨਸੀਵ। ਹਾਂਜੀ ਕਨਸੀਵ ਦਾ ਮਤਲਬ ਹੁੰਦਾ ਜੀ ਕੰਸੀਵ ਦਾ ਮਤਲਬ ਹੁੰਦਾ ਸੋਚਣਾ, ਬਲੀਵ ਕਰਨਾ ਜੀ। ਕਹਿੰਦੇ ਜੀ ਇਹ ਸੋਚਣਾ ਕਾਫੀ ਜ਼ਿਆਦਾ ਡਿਫਿਕਲਟ ਹੈ ਜੀ। ਕਹਿੰਦੇ ਹਾਂਜੀ ਕਾਦੇ ਬਾਰੇ ਸੋਚਣਾ ਜੀ, ਯਾਨੀ ਕਿ ਕਿਹੜੀ ਚੀਜ਼ ਦੇ ਬਾਰੇ। ਉਹ ਕਹਿੰਦੇ ਕਿ ਵਿਜਰਸ ਇਕਨੋਮਿਕ ਗਰੋਥ। ਹੁਣ ਦੇਖੋ ਵਿਜਰਸ ਦਾ ਮਤਲਬ ਹੁੰਦਾ ਸਟਰੋਂਗ, ਨੋਟ ਕਰ ਲਓ ਸਾਰਿਆਂ ਨੇ, ਸਟਰੋਂਗ। ਹੁਣ ਦੇਖੋ ਟਾਸਕ 2 ਦੇ ਵਿੱਚ ਤੁਸੀਂ ਬਹੁਤ ਸਾਰੀ ਤੁਹਾਡੇ ਟਾਸਕ 2 ਹੁੰਦੇ ਆ ਜਿਹਦੇ ਵਿੱਚ ਤੁਸੀਂ ਲਿਖਦੇ ਹੁੰਦੇ ਹੋ ਕਿ ਇਕਨੋਮਿਕ ਗਰੋਥ ਜਿਹੜੀ ਉਹ ਵਧੀਆ ਹੁੰਦੀ ਆ, ਤਾਂ ਵਧੀਆ ਦੀ ਜਗ੍ਹਾ ਤੁਸੀਂ ਯਾਨੀ ਕਿ ਵਿਜਰਸ ਟਰਮ ਯੂਜ਼ ਕਰ ਸਕਦੇ ਹੋ। ਹਾਂਜੀ ਤੇ ਕੀ ਕਹਿੰਦੇ ਜੀ, ਕਹਿੰਦੇ ਜੀ ਡਿਫਿਕਲਟ ਆ, ਕਹਿੰਦੇ ਬਲੀਵ ਕਰਨਾ, ਮੰਨਣਾ, ਹਾਂਜੀ ਕਨਸੀਵ ਕਰਨਾ। ਇਹਦੇ ਬਾਰੇ ਜੀ ਕਹਿੰਦੇ ਜਿਹੜੀ ਵਿਜਰਸ ਇਕਨੋਮਿਕ ਗਰੋਥ ਆ, ਹਾਂਜੀ ਕਿਹਦੇ ਤੋਂ ਬਿਨਾ, ਯਾਨੀ ਕਿ ਇਹ ਡੈਸ਼ ਚੀਜ਼ ਤੋਂ ਬਿਨਾ ਕਹਿੰਦੇ ਇਕਨੋਮਿਕ ਗਰੋਥ ਬਾਰੇ ਸੋਚਣਾ ਬਹੁਤ ਡਿਫਿਕਲਟ ਹੈ ਜੀ। ਕਿਹੜੀ ਚੀਜ਼ ਤੋਂ ਬਿਨਾ ਜੀ, ਐਫੀਸ਼ੀਐਂਟ ਟਰਾਂਸਪੋਰਟ ਸਿਸਟਮ। ਐਫੀਸ਼ੀਐਂਟ ਦਾ ਮਤਲਬ ਹੁੰਦਾ ਵਧੀਆ, ਬੈਟਰ। ਤਾਂ ਕੀ ਕਹਿੰਦੇ ਜੀ, ਕਹਿੰਦੇ ਜੀ ਵਧੀਆ ਟਰਾਂਸਪੋਰਟ ਸਿਸਟਮ ਤੋਂ ਬਿਨਾ ਇਕਨੋਮਿਕ ਗਰੋਥ, ਯਾਨੀ ਕਿ ਵਧੀਆ ਇਕਨੋਮਿਕ ਗਰੋਥ ਦੇ ਬਾਰੇ ਸੋਚਣਾ ਬਹੁਤ ਡਿਫਿਕਲਟ ਆ। ਯਾਨੀ ਕਿ ਜੇ ਟਰਾਂਸਪੋਰਟੇਸ਼ਨ ਸਿਸਟਮ ਵਧੀਆ ਵਾ, ਇਕਨੋਮਿਕ ਗਰੋਥ ਫੇਰ ਹੀ ਵਧੀਆ ਹੋਊਗੀ, ਨਹੀਂ। ਨੈਕਸਟ ਲਾਈਨ ਕਹਿੰਦੇ, ਕਹਿੰਦੇ ਭਾਵੇਂ ਜਿਹੜੀ ਮਾਡਰਨ ਇਨਫੋਰਮੇਸ਼ਨ ਹੈਗੀ ਆ ਜੋ ਟੈਕਨੋਲੋਜੀ ਆ, ਕਹਿੰਦੇ ਕੈਨ ਰਿਡਿਊਸ ਦਾ ਡਿਮਾਂਡ। ਕਹਿੰਦੇ ਜੀ ਭਾਵੇਂ ਉਹ ਯਾਨੀ ਕਿ ਡਿਮਾਂਡ ਨੂੰ ਰਿਡਿਊਸ ਕਰ ਸਕਦੀਆਂ ਵਾ ਫॉर ਫਿਜ਼ੀਕਲ ਟਰਾਂਸਪੋਰਟ। ਧਿਆਨ ਨਾਲ ਦੇਖਿਓ ਜੀ, ਹਾਂਜੀ ਕਹਿੰਦੇ ਭਾਵੇਂ ਜਿਹੜੀ ਮਾਡਰਨ ਜੋ ਟੈਕਨੋਲੋਜੀਸ ਆ ਕਹਿੰਦੇ ਉਹ ਰਿਡਿਊਸ ਕਰ ਸਕਦੀਆਂ ਵਾ ਡਿਮਾਂਡ ਫॉर ਫਿਜ਼ੀਕਲ ਟਰਾਂਸਪੋਰਟ। ਹਾਂਜੀ ਕਿਹੜੀ ਚੀਜ਼ ਪ੍ਰੋਵਾਈਡ ਕਰਦੇ, ਹਾਂਜੀ ਫੈਸਿਲਿਟੇਟਿੰਗ ਦਾ ਮਤਲਬ ਪ੍ਰੋਵਾਈਡ ਕਰਕੇ ਜੀ। ਕਿਹੜੀ ਚੀਜ਼ ਪ੍ਰੋਵਾਈਡ ਕਰਕੇ ਜੀ, ਹਾਂਜੀ ਟੈਲੀ ਵਰਕਿੰਗ ਹੋ ਗਈ, ਫਿਰ ਟੈਲੀ ਸਰਵਿਸਿਸ ਹੋ ਗਈਆਂ। ਬਟ ਕਹਿੰਦੇ ਜੀ ਜਿਹੜੀ ਰਿਕੁਆਇਰਮੈਂਟ ਆ ਟਰਾਂਸਪੋਰਟ ਦੀ, ਹਾਂਜੀ ਕੰਟੀਨਿਊ ਟੂ ਇਨਕਰੀਜ਼। ਕਹਿੰਦੇ ਪਰ ਉਹ ਵੱਧ ਹੀ ਜਾਂਦੀ ਹੈ ਜੀ, ਕਹਿੰਦੇ ਉਹ ਵਧੂਗੀ ਹੋਈ। ਕਹਿੰਦੇ ਤਾਂ ਕੀ ਕਹਿੰਦੇ ਜੀ, ਕਹਿੰਦੇ ਭਾਵੇਂ ਜਿਹੜੀ ਮਾਡਰਨ ਟੈਕਨੋਲੋਜੀ ਹੈਗੀ ਹੈ ਜੀ ਉਹ ਘਟਾ ਸਕਦੀ ਆ ਟਰਾਂਸਪੋਰਟ ਦੀ ਡਿਮਾਂਡ ਨੂੰ, ਕਿਹੜੀਆਂ ਚੀਜ਼ਾਂ ਪ੍ਰੋਵਾਈਡ ਕਰਾ ਕੇ, ਜਿਵੇਂ ਟੈਲੀ ਵਰਕਿੰਗ ਦਾ ਮਤਲਬ ਕੀ ਹੁੰਦਾ, ਜਿਵੇਂ ਘਰੋਂ ਬਹਿ ਕੇ ਕੰਮ ਕਰਨਾ ਜੀ, ਜਾਂ ਟੈਲੀ ਸਰਵਿਸ ਫੋਨ ਤੇ, ਜਿਵੇਂ ਆਪਾਂ ਕਹਿੰਦੇ ਨਹੀਂ ਕੰਮ ਕਰਨ, ਜਿਵੇਂ ਟੈਲੀ ਦਾ ਮੀਨਸ ਹੁੰਦਾ ਟੈਲੀਫੋਨ, ਟੈਕਨੋਲੋਜੀ ਨੂੰ ਕਹਿ ਰਹੇ ਜੀ। ਟੈਲੀ ਸਰਵਿਸ ਯਾਨੀ ਕਿ ਟੈਲੀਫੋਨ ਦੇ ਰਾਹੀਂ ਸਰਵਿਸ ਦੇਣੀ, ਜਾਂ ਟੈਲੀ ਵਰਕਿੰਗ ਯਾਨੀ ਕਿ ਟੈਲੀਫੋਨ ਤੇ ਵਰਕ ਕਰਨਾ, ਜਾਂ ਵਰਕ ਫਰੋਮ ਹੋਮ। ਪਰ ਕਹਿੰਦੇ ਫਿਰ ਵੀ ਜਿਹੜੀ ਟਰਾਂਸਪੋਰਟ ਆ ਕਹਿੰਦੇ ਉਹ ਵੱਧਦਾ ਹੀ ਜਾਊਗਾ ਜੀ। ਕਹਿੰਦੇ देयर आर टू की फैक्टर्स, दो की फैक्टर है जी ये ट्रेंड ਦੇ ਪਿੱਛੇ। ਕਹਿੰਦੇ ਜੀ ਹਾਂਜੀ ਪਹਿਲਾ ਕੀ ਹੈ ਜੀ, ਜੇ ਕਹਿੰਦੇ ਨੇ ਕਿ ਜੇ ਆਪਾਂ ਨੇ ਕਿ ਪੈਸੇਂਜਰ ਗਰੋਥ ਦੇ ਬਾਰੇ ਦੇਖੀਏ ਤਾਂ ਡਿਟਰਮਾਈਨਿੰਗ ਫੈਕਟਰ ਜਿਹੜਾ ਹੈਗਾ ਵਾ ਉਹ ਹੈਗਾ ਸਪੈਕਟੈਕੂਲਰ ਗਰੋਥ। ਹੁਣ ਸਪੈਕਟੈਕੂਲਰ ਦਾ ਮੀਨਿੰਗ ਨੋਟ ਕਰੋ ਜੀ, ਇਹਦਾ ਮਤਲਬ ਹੁੰਦਾ ਸ਼ਾਨਦਾਰ, ਬਹੁਤ ਵਧੀਆ। ਸਪੈਕਟੈਕੂਲਰ ਦਾ ਜੋ ਸਿਨੋਨਿਮ ਆ ਇੱਕ ਹੈਗਾ ਸਪਲੈਂਡਡ, ਹਾਂਜੀ ਸਪਲੈਂਡਡ, ਇਹ ਇਹਦਾ ਸਿਨੋਨਿਮ ਹੁੰਦਾ ਜੀ, ਜਿਹਨੂੰ ਆਪਾਂ ਫੰਟਾਸਟਿਕ ਵੀ ਕਹਿ ਦਿੰਦੇ ਆ ਜੀ। ਤੇ ਸਪੈਕਟੈਕੂਲਰ ਬਹੁਤ ਵਧੀਆ ਵਰਡ ਹੈ ਜੀ। ਕਹਿੰਦੇ ਜੀ ਦਾ ਡਿਟਰਮਾਈਨਿੰਗ ਫੈਕਟਰ ਜਿਹੜਾ ਹੈਗਾ ਵਾ ਜੀ ਉਹ ਸਪੈਕਟੈਕੂਲਰ ਗਰੋਥ ਆ ਕਹਿੰਦੇ ਕਾਰ ਯੂਜ਼ ਦੇ ਵਿੱਚ। ਜੇ ਆਪਾਂ ਜਾਨੀ ਕਿ ਪੈਸੇਂਜਰ ਟਰਾਂਸਪੋਰਟ ਦੇ ਵਿੱਚ ਦੇਖੀਏ ਤਾਂ ਕਹਿੰਦੇ ਸਪੈਕਟੈਕੂਲਰ ਗਰੋਥ ਹੋਈ ਹੈ, ਸ਼ਾਨਦਾਰ ਗਰੋਥ ਹੋਈ ਹੈ, ਕਹਿੰਦੇ ਕਿਹਦੇ ਵਿੱਚ ਜੀ, ਕਾਰ ਯੂਜ਼ ਦੇ ਵਿੱਚ। ਫਿਰ ਕਹਿੰਦੇ ਨੰਬਰ ਆਫ ਕਾਰਸ ਆਫ ਯੂਰਪੀਅਨ ਯੂਨੀਅਨ ਰੋਡਸ ਜਿਹੜੇ ਹੈਗੇ ਆ 100, ਉਹਨਾਂ ਨੇ ਕੀ ਦੇਖਿਆ ਜੀ, ਕਹਿੰਦੇ ਵਾਧਾ ਦੇਖਿਆ ਜੀ ਉਹਨਾਂ ਨੇ। ਧਿਆਨ ਨਾਲ ਦੇਖੋ, ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀਗਾ ਜਦੋਂ ਆਪਾਂ ਪਾਰਟ ਆਫ ਸਪੀਚ ਕਰਦੇ ਹੁੰਦੇ, ਮੰਨ ਕੇ ਚੱਲੋ ਮੈਂ ਤੁਹਾਨੂੰ ਵਰਡ ਲਿਖਿਆ ਜੀ ਹੈ, ਮੰਨ ਕੇ ਚੱਲੋ ਮੈਂ ਤੁਹਾਨੂੰ ਇੱਕ ਵਰਡ ਲਿਖਿਆ ਵਾ ਆਹ ਵਾਲਾ,
ਹੁਣ ਦੇਖੋ ਇਹ ਵਰਡ ਲੈ ਕੇ ਤੁਹਾਨੂੰ ਇਦਾਂ ਲੱਗਦਾ ਹੋਊਗਾ ਵੀ ਇਹ ਵਰਬ ਹੈ, ਇਹ ਵਰਡ ਲੈ ਕੇ ਤੁਹਾਨੂੰ ਲੱਗਦਾ ਹੋਊਗਾ ਵੀ ਇਹ ਇੱਕ ਸਿੰਗਲ ਵਰਬ ਯਾਨੀ ਕਿ ਵਰਬ ਆ, ਬਟ ਮੈਂ ਤੁਹਾਨੂੰ ਕਿਹਾ ਸੀਗਾ ਕਿ ਕੋਈ ਵੀ ਜਦੋਂ ਆਪਾਂ ਵਰਡ ਲਿਖਦੇ ਆ ਉਹ ਜਸਟ ਇੱਕ ਵਰਡ ਹੁੰਦਾ ਵਾ, ਯਾਨੀ ਕਿ ਡਿਪੈਂਡ ਕਰਦਾ ਹੁੰਦਾ ਵੀ ਤੁਸੀਂ ਉਹਨੂੰ ਯੂਜ਼ ਕਿਹੜੇ ਹਿਸਾਬ ਨਾਲ ਕਰੀ ਜਾਂਦੇ ਹੋ। ਜਿਵੇਂ ਮੰਨ ਕੇ ਚੱਲੋ ਇਹਨੂੰ ਹੁਣ ਤੁਹਾਡੀ ਮਰਜ਼ੀ ਆ ਬਈ ਇੱਕ ਨਾਉਨ ਦੇ ਤੌਰ ਤੇ ਯੂਜ਼ ਕਰਨਾ ਹੁੰਦਾ ਕਿ ਇੱਕ ਵਰਬ ਦੇ ਤੌਰ ਤੇ ਯੂਜ਼ ਕਰਨਾ ਹੁੰਦਾ। ਮੈਂ ਤੁਹਾਨੂੰ ਦੋ ਸੈਂਟੈਂਸ ਲਿਖ ਕੇ ਦੱਸਦਾ ਵਾਂ, ਉਹਨਾਂ ਦੋਵਾਂ ਸੈਂਟੈਂਸ ਤੁਹਾਨੂੰ ਪਤਾ ਲੱਗੂ ਵੀ ਇਹਦੀ ਵਰਕਿੰਗ ਜਿਹੜੀ ਹੈਗੀ ਉਹ ਡਿਫਰੈਂਟ ਆ। ਜਿਵੇਂ ਕਿ ਪਹਿਲੇ ਨੰਬਰ ਤੇ ਮੈਂ ਕਹਾਂ ਜੀ ਦ ਨੰਬਰ ਆਫ ਕਾਰ, ਇੱਥੇ ਮੈਂ 100 ਲਿਖਿਆ ਜੀ, 100 ਇਹ ਸੈਕਿੰਡ ਫਾਰਮ ਆ ਜੀ, ਪਾਸਟ ਦੀ ਮੈਂ ਗੱਲ ਕਰ ਰਿਹਾ। ਨੰਬਰ ਆਫ ਕਾਰਸ, ਹਾਂਜੀ ਇੱਥੇ ਨੰਬਰ ਆਫ ਕਾਰਸ 100 ਤੋਂ ਬਾਅਦ ਚੋਂ ਇਨਕਰੀਜ਼ ਲਾਤਾ। ਇਹਦਾ ਮਤਲਬ ਕੀ ਆ ਕਿ ਕਾਰਾਂ ਦੇ ਨੰਬਰ ਨੇ ਕੀ ਦੇਖਿਆ ਜੀ, ਵਾਧਾ ਦੇਖਿਆ ਇੱਕ। ਹੁਣ ਦੇਖੋ ਇੱਥੇ ਨਾਉਨ ਦੇ ਤੌਰ ਤੇ ਯੂਜ਼ ਹੋ ਰਹੀ ਹੈ ਜੀ ਚੀਜ਼, ਤੇ ਜਿਹੜੀ ਆਪਾਂ ਮੈਂ ਤੁਹਾਨੂੰ ਸੈਕਿੰਡ ਸੈਂਟੈਂਸ ਲੈ ਕੇ ਦਿਖਾਉਣਾ, ਸੈਕਿੰਡ ਦੇ ਵਿੱਚ ਵਰਬ ਦੇ ਤੌਰ ਤੇ ਕੰਮ ਕਰੂਗਾ। ਜਿਵੇਂ ਕਿ ਉਹਦੇ ਵਿੱਚ ਮੈਂ ਕੀ ਕਿਹਾ, ਉਹਦੇ ਵਿੱਚ ਮੈਂ ਕਹਤਾ ਜੀ ਦ ਨੰਬਰ ਆਫ ਕਾਰਸ, ਦ ਨੰਬਰ ਆਫ ਕਾਰਸ ਇਹ ਸਬਜੈਕਟ ਹੋ ਗਿਆ। ਹੁਣ ਮੈਂ ਉਹ ਸੈਕਿੰਡ ਫਾਰਮ ਤੇ ਸਿੱਧਾ ਹੀ ਲਾਤਾ ਜੀ ਖੁਦ ਹੀ। ਤਾਂ ਦੋਵਾਂ ਸੈਂਟੈਂਸਾਂ ਦੇ ਵਿੱਚ ਫਰਕ ਹੈ, ਇੱਕ ਦੇ ਵਿੱਚ ਨਾਉਨ ਦੇ ਤੌਰ ਤੇ ਯੂਜ਼ ਹੋ ਰਿਹਾ, ਇੱਕ ਦੇ ਤੌਰ ਦੇ ਵਿੱਚ ਵਰਬ ਦੇ ਤੌਰ ਤੇ ਯੂਜ਼ ਹੋ ਰਿਹਾ। ਸੇਮ ਆਪਣੀ ਰੀਡਿੰਗ ਦੇ ਵਿੱਚ ਉਹਨੇ ਕਿਹਾ ਸੀ, ਕਹਿੰਦੇ ਰੋਡਸ ਨੇ ਦੇਖਿਆ ਜੀ, ਕਹਿੰਦੇ ਦੇਖਿਆ ਦਾ ਮਤਲਬ ਰੋਡਸ ਨੇ ਯਾਨੀ ਕਿ ਵਿਟਨੈਸ ਕੀਤਾ। ਕੀ ਵਿਟਨੈਸ ਕੀਤਾ ਜੀ, ਹਾਂਜੀ ਕਹਿੰਦੇ ਵਾਧਾ। ਹਾਂਜੀ ਵਾਧਾ ਕਿੰਨਾ ਜੀ, ਕਹਿੰਦੇ ਹਾਂਜੀ ਵਾਧਾ 3 ਮਿਲੀਅਨ ਦਾ ਜੀ। ਹਾਂਜੀ ਤੁਹਾਡੀ ਇਹ ਟਾਸਕ 1 ਦੀ ਸਟਰਕਚਰ ਹੈ ਜੀ ਸੇਮ। ਜਿਵੇਂ ਤੁਸੀਂ ਕਹਿ ਸਕਦੇ ਹੋ ਨੰਬਰ ਆਫ, ਜਿਵੇਂ ਤੁਸੀਂ ਕਹਿ ਦੋ ਦ ਸੇਲ ਆਫ ਕਾਮਿਕ ਬੁੱਕਸ ਸਾਹ ਏ ਡਿਕਲਾਈਨ, ਕਿ ਕਾਮਿਕ ਬੁੱਕਸ ਦੀ ਸੇਲ ਨੇ ਡਿਕਲਾਈਨ ਦੇਖਿਆ। ਡਿਕਲਾਈਨ ਕਿੰਨੇ ਦਾ ਦੇਖਿਆ ਉਹ ਤੁਸੀਂ ਦੇਖ ਸਕਦੇ ਹੋ, ਜਿਵੇਂ 3 ਮਿਲੀਅਨ ਦਾ ਜਾਂ 40% ਦਾ ਜਾਂ ਜੋ ਵੀ ਦੇਖਿਆ ਜੀ। ਵੇਟ ਕਰੋ ਮੈਂ ਇੱਕ ਵਾਰੀ ਰੀਡਿੰਗ ਫਿਰ ਖੋਲਦਾ ਵਾਂ। ਹਾਂਜੀ ਜੀ ਓਕੇ ਜੀ, ਤਾਂ ਇੱਥੋਂ ਤੱਕ ਆਪਣਾ ਡਨ ਹੋ ਗਿਆ ਜੀ। ਕਹਿੰਦੇ 3 ਮਿਲੀਅਨ ਦਾ ਵਾਧਾ ਦੇਖਿਆ ਗਿਆ ਜੀ, ਕਹਿੰਦੇ ਰੋਡਸ ਦੇ ਵਿੱਚ 3 ਮਿਲੀਅਨ ਕਾਰਸ ਦਾ, ਰੋਡਸ ਦੇ ਵਿੱਚ 3 ਮਿਲੀਅਨ ਕਾਰਸ ਦਾ ਵਾਧਾ ਦੇਖਿਆ ਗਿਆ ਜੀ ਹਰ ਸਾਲ। ਕਹਿੰਦੇ ਫਰੋਮ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਆ। ਹੁਣ ਜੇ ਤੁਸੀਂ ਸਟਰਕਚਰ ਨੂੰ ਧਿਆਨ ਨਾਲ ਦੇਖੋ ਤਾਂ ਦੇਖੋ ਰੀਡਿੰਗ ਇੱਕ ਪਾਵਰਫੁਲ ਮੋਡਿਊਲ ਆ ਜੋ ਤੁਹਾਡੇ ਸਾਰੇ ਮੋਡਿਊਲਸ ਨੂੰ ਸਟਰੋਂਗ ਕਰਨ ਦੀ ਸ਼ਮਤਾ ਰੱਖਦਾ ਵਾ। ਹੁਣ ਜੇ ਤੁਸੀਂ ਰੀਡਿੰਗ ਪੜ੍ਹੀ ਜਾਂਦੇ ਹੋ, ਤੁਹਾਨੂੰ ਫਿਗਰਸ ਵਾਲੀ ਵੀ ਕੋਈ ਲਾਈਨ ਉੱਥੋਂ ਮਿਲ ਰਹੀ ਆ, ਇਹਦਾ ਮਤਲਬ ਉਹ ਸਟਰਕਚਰ ਤੁਹਾਡੇ ਟਾਸਕ 1 ਦੀ ਬਣੀ ਤਾਂ ਨਹੀਂ ਹੋ ਸਕਦੀ ਹੈ ਜੀ। ਠੀਕ ਹੈ ਜੀ, ਅੱਗੇ ਚੱਲਦੇ ਹੁਣ ਆਪਾਂ ਗਾਂ। ਤੁਸੀਂ ਇਹ ਦੇਖੋਗੇ ਕੰਪਾਊਂਡ ਸੈਂਟੈਂਸ ਲਿਖਿਆ ਪਿਆ ਜੀ ਅੱਗੇ। ਜੇ ਤੁਸੀਂ ਦੇਖੋਗੇ ਤਾਂ ਜਦੋਂ ਕੋਮਾ ਪਾ ਕੇ ਦੋ ਸੈਂਟੈਂਸ ਜੁੜੇ ਹੁੰਦੇ ਆ ਤਾਂ ਉਹ ਆਪਣਾ ਹੁੰਦਾ ਵਾ ਜੀ ਕੰਪਾਊਂਡ ਸੈਂਟੈਂਸ। ਬਾਅਦ ਚੋਂ ਕੀ ਕਹਿੰਦੇ ਜੀ, ਕਹਿੰਦੇ ਨੈਕਸਟ ਹਾਂਜੀ ਡੈਕੇਡ ਦੇ ਵਿੱਚ ਜੋ ਕਹਿੰਦੇ ਯੂਰਪੀਅਨ ਯੂਨੀਅਨ ਆ ਵਿਲ ਸੀ ਆ, ਉਹ ਦੇਖੂਗੀ ਜੀ। ਕਹਿੰਦੇ ਕੀ ਦੇਖੂਗੀ, ਫਰਦਰ। ਹੁਣ ਫਰਦਰ ਤੋਂ ਬਾਅਦ ਚੋਂ ਆ ਹੁਣ ਦੇਖੋ ਮੈਂ ਤਿੰਨੇ ਵਰਡਸ ਨੂੰ ਮੈਂ ਕੀ ਕਰਤਾ ਜੀ ਇੱਥੇ ਕਰ, ਇਹ ਆਪਣੀ ਹੁਣ ਕੋਲੋਕੇਸ਼ਨ ਹੈ ਜੀ। ਜੇ ਫਰਦਰ ਨੂੰ ਤੁਸੀਂ ਮੰਨ ਕੇ ਲਓ ਛੱਡ ਵੀ ਦੋ ਤਾਂ ਆ ਬਣੇ ਤਨੇ ਦੋ ਵਰਡ ਵੀ ਤੁਹਾਡੇ ਕੋਲੇ ਕੋਲੋਕੇਸ਼ਨ ਹੈ ਜੀ। ਹਾਂਜੀ ਸਬਸਟੈਂਸ਼ੀਅਲ, ਸਬਸਟੈਂਸ਼ੀਅਲ ਦਾ ਮੀਨਿੰਗ ਨੋਟ ਕਰ ਲਓ। ਸਬਸਟੈਂਸ਼ੀਅਲ ਦਾ ਮੀਨ ਹੁੰਦਾ ਵਾ ਹਾਂਜੀ ਕਾਫੀ ਜ਼ਿਆਦਾ। ਇਹਦਾ ਜੇ ਸਿਨੋਨਿਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਜੀ, ਇਹਦਾ ਸਿਨੋਨਿਮ ਹੁੰਦਾ ਜੀ ਕੰਸੀਡਰੇਬਲ। ਇਹਦਾ ਮੀਨਿੰਗ ਹੁੰਦਾ ਕੰਸੀਡਰੇਬਲ, ਨੋਟ ਕਰ ਲਓ ਸਾਰਿਆਂ ਨੇ। ਹਿਊਜ, ਇਹਦਾ ਮੀਨਿੰਗ ਹੁੰਦਾ ਹਿਊਜ। ਤਾਂ ਇਹਦਾ ਮੀਨਿੰਗ ਨਿਕਲਿਆ ਕਹਿੰਦੇ ਜੀ ਫਿਊਚਰ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਯੂਰਪੀਅਨ ਯੂਨੀਅਨ ਜਿਹੜੀ ਹੈਗੀ ਆ ਉਹ ਫਰਦਰ ਸਬਸਟੈਂਸ਼ੀਅਲ ਯਾਨੀ ਕਿ ਦੇਖੂਗੀ। ਸਬਸਟੈਂਸ਼ੀਅਲ ਦਾ ਮਤਲਬ ਕਿ ਕਾਫੀ ਜ਼ਿਆਦਾ, ਕੰਸੀਡਰੇਬਲ ਵਾਧਾ ਕਹਿੰਦੇ ਉਹ ਦੇਖੂਗੀ ਕਿਹਦੇ ਵਿੱਚ ਜੀ, ਫਲੀਟ ਦੇ ਵਿੱਚ ਜੀ। ਹਾਂਜੀ ਨੈਕਸਟ ਜਾ ਕੇ ਦੇਖ ਰਹੇ ਜੀ ਆਪਾਂ ਨੂੰ ਕੀ ਕਹਿੰਦੇ ਹੋ। ਅੱਗੇ ਵਾਲੀ ਸਟਰਕਚਰ ਜਿਹੜੀ ਹੈਗੀ ਆ ਉਹ ਤੁਸੀਂ ਟਾਸਕ 1 ਦੇ ਵਿੱਚ ਵੀ ਵੈਸੇ ਲਾਉਣੇ ਹੁੰਦੇ ਹੋ, ਜਿਹਦਾ ਨਾਮ ਹੈਗਾ ਫਾਰ ਐਸ ਲੱਗਾ ਹੁੰਦਾ ਵਾ ਤੇ ਬਾਅਦ ਚੋਂ ਕੰਸਰਨਡ ਲੱਗਾ ਹੁੰਦਾ ਜੀ। ਇਹਦੀ ਹੁਣ ਪੰਜਾਬੀ ਕੀ ਹੁੰਦੀ ਆ, ਆ 3 ਵਰਡਸ ਦੀ ਪੰਜਾਬੀ ਹੁੰਦੀ ਹੈ ਜਿੱਥੋਂ ਤੱਕ। ਜਿੱਥੋਂ ਤੱਕ ਧਿਆਨ ਨਾਲ ਦੇਖਿਓ ਜੀ, ਨੋਟ ਕਰ ਲਿਓ। ਕਹਿੰਦੇ ਜਿੱਥੋਂ ਤੱਕ ਕਹਿੰਦੇ ਗੁੱਡਸ ਟਰਾਂਸਪੋਰਟ ਦੀ ਗੱਲ ਆ ਜਿਹੜਾ ਕੰਸਰਨ ਦਾ ਮਤਲਬ ਚਿੰਤਾ ਨਹੀਂ ਹੁੰਦਾ, ਇਹਦਾ ਮਤਲਬ ਹੁੰਦਾ ਗੱਲ। ਇਹ ਇੱਕ ਸਪੈਸ਼ਲ ਸਟਰਕਚਰ ਹੈ ਜਿਹਦੀ ਪੰਜਾਬੀ ਕੀ ਆ, ਕਹਿੰਦੇ ਜਿੱਥੋਂ ਤੱਕ ਜੀ ਕਹਿੰਦੇ ਹਾਂਜੀ ਗੁੱਡਸ ਟਰਾਂਸਪੋਰਟ ਦੀ ਗੱਲ ਆ ਜੀ। ਕਹਿੰਦੇ ਗਰੋਥ ਇਜ਼ ਡਿਊ ਟੂ, ਕਹਿੰਦੇ ਗਰੋਥ ਕਿਹਦੇ ਕਰਕੇ ਹੈ ਜੀ, ਗਰੋਥ ਇਜ਼ ਡਿਊ ਟੂ, ਗਰੋਥ ਕਹਿੰਦੇ ਹੈਗੇ ਆ ਕਾਫੀ ਜ਼ਿਆਦਾ ਹਾਂਜੀ ਕਿਹੜੀ ਚੀਜ਼ ਦੇ ਵਿੱਚ, ਚੇਂਜਸ ਇਨ ਦਾ ਹਾਂਜੀ ਯੂਰਪੀਅਨ ਇਕਨੋਮੀ।
ਕਹਿੰਦੇ ਜਿੱਥੋਂ ਤੱਕ ਕਹਿੰਦੇ ਗੁड्स ਟਰਾਂਸਪੋर्ट ਦੀ ਗੱਲ ਆ ਤਾਂ ਉਹਦੇ ਵਿੱਚ ਗਰੋਥ ਕਿਹੜੀ ਚੀਜ਼ ਕਰਕੇ ਆ ਕਾਫੀ ਹੱਦ ਤੱਕ ਹਾਂਜੀ ਕਾਹਦੇ ਕਰਕੇ ਗਰੋਥ ਆ ਜਿਹੜੀਆਂ ਚੇਂਜਸ ਹੋਈਆਂ ਵਾ ਜੀ ਚੇਂਜਸ ਕਿਹਦੇ ਵਿੱਚ ਹੋਈਆਂ ਯੂਰਪ ਦੀ ਇਕਨੋਮਿਕ ਦੇ ਵਿੱਚ ਜਿਹੜੀਆਂ ਚੇਂਜਸ ਹੋਈਆਂ ਵਾ ਤੇ ਸਿਸਟਮ ਆਫ ਪ੍ਰੋਡਕਸ਼ਨ ਦੇ ਵਿੱਚ ਚੇਂਜਸ ਹੋਈਆਂ ਇੱਥੇ ਹੁਣ ਮੈਂ ਤੁਹਾਡੇ ਵਿੱਚੋਂ ਕਈ ਸਟੂਡੈਂਟ ਮਿਸਟੇਕ ਕਰਦੇ ਆ ਜੀ ਤੇ ਮੈਂ ਉਹ ਅੱਜ ਠੀਕ ਕਰਦਾ ਵਾਂ ਆਪਦੀ ਕਾਪੀ ਤੇ ਲਿਖ ਲਿਓ ਦੇਖੋ ਤੁਹਾਡੇ ਕੋਲੇ ਵਰਡ ਹੁੰਦੇ ਆ ਜੀ ਜਿਵੇਂ ਡਿਊ ਟੂ ਵਰਡ ਹੋ ਗਿਆ ਫਿਰ ਤੁਹਾਡੇ ਕੋਲੇ ਇੱਕ ਵਰਡ ਹੋ ਗਿਆ ਇਨ ਆਰਡਰ ਟੂ ਹੋ ਗਿਆ ਜਿਹਨੂੰ ਤੁਸੀਂ ਫॉर ਦੀ ਜਗ੍ਹਾ ਤੇ ਯੂਜ਼ ਕਰਦੇ ਹੋ ਸਾਰੇ ਜਾਣੇ ਤੇ ਫਿਰ ਇੱਥੇ ਮੰਨ ਕੇ ਚੱਲੋ ਹੋ ਗਿਆ ਬਿਕੋਜ਼ ਤੇ ਨੀਚੇ ਹੋ ਗਿਆ ਜੀ ਬਿਕੋਜ਼ ਆਫ ਆਹ ਵਾਲੇ ਵਰਡ ਜੀ ਤੁਹਾਡੇ ਕੋਲੇ ਜੀ ਹਾਂਜੀ ਤਾਂ ਦੇਖੋ ਡਿਊ ਟੂ ਜਿਹੜਾ ਹੁੰਦਾ ਜੀ ਡਿਊ ਟੂ ਤੋਂ ਬਾਅਦ ਚੋਂ ਦੋ ਪੋਸੀਬਿਲਟੀਆਂ ਹੁੰਦੀਆਂ ਵਾ ਡਿਊ ਟੂ ਤੋਂ ਬਾਅਦ ਚੋਂ ਨਾਉਨ ਵੀ ਲੱਗ ਸਕਦਾ ਵਾ ਜੀ ਧਿਆਨ ਨਾਲ ਇੱਥੇ ਨੋਟ ਕਰ ਲਿਓ ਡਿਊ ਟੂ ਤੋਂ ਬਾਅਦ ਚੋਂ ਨਾਉਨ ਵੀ ਲੱਗ ਸਕਦਾ ਜੀ ਇੱਕ ਤੇ ਡਿਊ ਟੂ ਤੋਂ ਬਾਅਦ ਚੋਂ ਵਰਬ ਦੀ ਫਸਟ ਫਾਰਮ ਵੀ ਲੱਗ ਸਕਦੀ ਆ ਬਾਅਦ ਚੋਂ ਤੁਹਾਡਾ ਸੈਂਟੈਂਸ ਜੋ ਵੀ ਫਲੋ ਹੋਊਗਾ ਜੀ ਡਿਊ ਟੂ ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਡਿਊ ਟੂ ਤੇ ਯਾਨੀ ਕਿ ਬਿਕੋਜ਼ ਆਫ ਡਿਊ ਟੂ ਤੇ ਬਿਕੋਜ਼ ਆਫ ਇਹ ਦੋਨੇ ਇੱਕ ਦੂਜੇ ਦੇ ਸਿਨੋਨਿਮ ਹੀ ਆ ਜੀ ਬਿਕੋਜ਼ ਆਫ ਤੋਂ ਬਾਅਦ ਚੋਂ ਵੀ ਨਾਉਨ ਲੱਗਦਾ ਹੁੰਦਾ ਜੀ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੱਸਦਾ ਮੰਨ ਕੇ ਚਲੋ ਆਪਾਂ ਕਹੀਏ ਨੋਟ ਕਰ ਲਿਓ ਹੀ ਗੋਟ ਅ ਜੌਬ ਡਿਊ ਟੂ ਹਿਜ਼ ਕਮਿਊਨੀਕੇਸ਼ਨ ਸਕਿੱਲ ਤੇ ਡਿਊ ਟੂ ਤੋਂ ਬਾਅਦ ਚੋਂ ਹਿਜ਼ ਕਮਿਊਨੀਕੇਸ਼ਨ ਸਕਿੱਲ ਮੈਂ ਇੱਕ ਨਾਉਨ ਦੇ ਨਾਲ ਬਾਅਦ ਚੋਂ ਖਤਮ ਕੀਤਾ ਕੋਈ ਫਰਦਰ ਸੈਂਟੈਂਸ ਨਹੀਂ ਹੈਗਾ ਨਾ ਹੀ ਫਸਟ ਫਾਰਮ ਆ ਮੈਂ ਕਿਹਾ ਹੀ ਗੋਟ ਦਾ ਜੌਬ ਡਿਊ ਟੂ ਹਿਜ਼ ਕਮਿਊਨੀਕੇਸ਼ਨ ਸਕਿੱਲ ਹੁਣ ਸੇਮ ਸੈਂਟੈਂਸ ਨੂੰ ਬਣਾਇਆ ਜਾ ਸਕਦਾ ਵਾ ਹੀ ਗੋਟ ਦਾ ਜੌਬ ਬਿਕੋਜ਼ ਆਫ ਹਿਜ਼ ਕਮਿਊਨੀਕੇਸ਼ਨ ਸਕਿੱਲ ਤਾਂ ਇਹ ਆਪਣੇ ਦੋ ਵਰਡ ਕੀ ਹੋ ਗਏ ਇਹ ਸਿਨੋਨਿਮ ਹੋ ਗਏ ਠੀਕ ਹੈ ਜੀ ਇਸ ਤੋਂ ਬਾਅਦ ਚੋਂ ਨਾਉਨ ਵੀ ਲੱਗ ਸਕਦਾ ਵਾ ਜਾਂ ਡਿਊ ਟੂ ਤੋਂ ਬਾਅਦ ਚੋਂ ਫਸਟ ਫਾਰਮ ਵੀ ਹੋ ਸਕਦੀ ਹੈ ਜੀ ਜਿਵੇਂ ਮੈਂ ਕਹਿੰਦਾ ਵਾਂ ਡਿਊ ਟੂ ਡਿਕਲਾਈਨ ਇਨ ਦਾ ਕਾਮਿਕ ਬੁੱਕਸ ਜਿਵੇਂ ਇੱਥੋਂ ਹੁਣ ਮੈਂ ਡਿਊ ਟੂ ਤੋਂ ਬਾਅਦ ਚੋਂ ਡਿਕਲਾਈਨ ਵਰਡ ਯੂਜ਼ ਕੀਤਾ ਜੀ ਤਾਂ ਹੁਣ ਆਪਾਂ ਚੱਲਦੇ ਹਾਂ ਜਿੰਦੇ ਚ ਤੁਸੀਂ ਗਲਤੀ ਕਰਦੇ ਹੋ ਦੇਖੋ ਤੁਸੀਂ ਇੱਕ ਵਰਡ ਲਿਖਦੇ ਹੋ ਫॉर ਤੁਸੀਂ ਸਾਰੇ ਜਣੇ ਇੱਕ ਵਰਡ ਲਿਖਦੇ ਹੋ ਫॉर ਦੀਆਂ ਪ੍ਰੋਪਰਟੀਜ਼ ਕੀ ਆ ਬਾਅਦ ਚੋਂ ਇਹ ਕਿਹੜੀ ਚੀਜ਼ ਯੂਜ਼ ਕਰਦਾ ਆਪਣੇ ਤੋਂ ਬਾਅਦ ਚੋਂ ਜਾਂ ਤਾਂ ਇੱਕ ਨਾਉਨ ਆ ਸਕਦਾ ਜੀ ਫॉर ਤੋਂ ਬਾਅਦ ਚੋਂ ਜਾਂ ਦੂਸਰੇ ਨੰਬਰ ਤੇ ਹੋ ਸਕਦਾ ਜੀ ਨਾਉਨ ਦੀ ਜਗ੍ਹਾ ਤੇ ਫਾਰਮ ਆਈਐਨਜੀ ਹੋ ਸਕਦੀ ਹੈ ਯਾਨੀ ਕਿ ਜੀਰੰਡ ਫਾਰਮ ਯੂਜ਼ ਹੋ ਸਕਦੀ ਹੈ ਜੀ ਬਾਅਦ ਚੋਂ ਤਾਂ ਹੁਣ ਤੁਸੀਂ ਕੀ ਕਰਦੇ ਹੋ ਜੀ ਹੁਣ ਤੁਸੀਂ ਸਿਨੋਨਿਮ ਸਿੱਖਿਆ ਹੋਇਆ ਕਿ ਫॉर ਨੂੰ ਤੁਸੀਂ ਆ ਇਹਦਾ ਨਵਾਂ ਸਿਨੋਨਿਮ ਸਿੱਖ ਲਿਆ ਜੀ ਆਹ ਵਾਲਾ ਤਾਂ ਤੁਸੀਂ ਕੀ ਕਰਦੇ ਹੋ ਬੱਚੇ ਇਹਦੇ ਤੋਂ ਬਾਅਦ ਚੋਂ ਵੀ ਨਾਉਨ ਰੱਖ ਦਿੰਦੇ ਆ ਇਹ ਸਟਰਕਚਰ ਜਮਾਂ ਗਲਤ ਹੈ ਜੀ ਕਿਉਂਕਿ ਇਹ ਨੀਚੇ ਵਾਲੀ ਸਟਰਕਚਰ ਤੋਂ ਬਾਅਦ ਚੋਂ ਨਾਉਨ ਨਹੀਂ ਰੱਖਿਆ ਜਾਂਦਾ ਹੁੰਦਾ ਇਹਦੇ ਤੋਂ ਬਾਅਦ ਚੋਂ ਵਰਬ ਦੀ ਫਸਟ ਫਾਰਮ ਰੱਖੀ ਜਾਂਦੀ ਹੁੰਦੀ ਹੈ ਜੀ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਵਾਂ ਮੰਨ ਕੇ ਚੱਲੋ ਤੁਸੀਂ ਕਿਹਾ ਜੀ ਤੁਹਾਡੇ ਸੈਂਟੈਂਸ ਦੇ ਵਿੱਚ ਵਰਡ ਆ ਰਿਹਾ ਵਾ ਫॉर ਤੁਸੀਂ ਮੰਨ ਕੇ ਚਲੋ ਕਹਤਾ ਜੀ ਫॉर ਹਾਂਜੀ ਪੂਅਰ ਪੀਪਲ ਤੁਸੀਂ ਆ ਤੁਹਾਡੇ ਸੈਂਟੈਂਸ ਦੇ ਵਿੱਚ ਤਿੰਨ ਵਰਡ ਆਏ ਫॉर ਪੂਅਰ ਪੀਪਲ ਤਾਂ ਕਈ ਬੱਚੇ ਕੀ ਕਰਦੇ ਆ ਫॉर ਨੂੰ ਕੱਟ ਕੇ ਜੀ ਕਈ ਬੱਚੇ ਤੇ ਫॉर ਨੂੰ ਕੱਟ ਕੇ ਇਹਦੀ ਜਗ੍ਹਾ ਤੇ ਵਾਲਾ ਵਰਡ ਲਿਖਦੇ ਆ ਆਫਟਰ ਟੂ ਪੂਅਰ ਪੀਪਲ ਤੇ ਤੁਹਾਡਾ ਸੈਂਟੈਂਸ ਜਮਾਂ ਗਲਤ ਹੋ ਗਿਆ ਕਿਉਂਕਿ ਇਹਦੇ ਤੋਂ ਬਾਅਦ ਚੋਂ ਤੁਸੀਂ ਜਸਟ ਫਸਟ ਫਾਰਮ ਲਾ ਸਕਦੇ ਸੀਗੇ ਜੀ ਸੋ ਇਹ ਗਲਤੀ ਆਪਣੀ ਸੁਧਾਰ ਲਓ ਫॉर ਤੋਂ ਬਾਅਦ ਚੋਂ ਨਾਉਨ ਰੱਖੋ ਜਾਂ ਜੀਰੰਡ ਫਾਰਮ ਰੱਖੋ ਨੀਚੇ ਵਾਲੇ ਤੋਂ ਬਾਅਦ ਚੋਂ ਫਸਟ ਫਾਰਮ ਰੱਖੋ ਤਾਂ ਬੈਟਰ ਰਹੇਗਾ ਅੱਗੇ ਚੱਲਦੇ ਜੀ ਆਪਾਂ ਕਹਿੰਦੇ ਜੇ ਆਪਾਂ ਲਾਸਟ ਜੋ ਯਾਨੀ ਕਿ 20 ਈਅਰ ਹੈਗੇ ਆ ਜਿਵੇਂ ਕਿ ਕਹਿੰਦੇ ਜਿਹੜੀਆਂ ਜੋ ਫਰੰਟ ਰੀਜ਼ ਦਾ ਮਤਲਬ ਹੁੰਦਾ ਬਾਉਂਡਰੀਜ਼ ਜੋ ਕਹਿੰਦੇ ਜੀ ਬਾਉਂਡਰੀਜ਼ ਹੈਗੀਆਂ ਵਾ ਹੈਵ ਬੀਨ ਕੀ ਕੀਤੀਆਂ ਜਾ ਚੁੱਕੀਆਂ ਯਾਨੀ ਕਿ ਅਬੋਲਿਸ਼ ਕੀਤੀਆਂ ਜਾ ਚੁੱਕੀਆਂ ਇਹਦਾ ਮਤਲਬ ਹੁੰਦਾ ਖਤਮ ਕਰਨਾ ਕਿਸੇ ਚੀਜ਼ ਨੂੰ ਜੀ ਕਿਸੇ ਚੀਜ਼ ਦਾ ਖਾਤਮਾ ਕਰ ਦੇਣਾ ਜੀ ਜਿਹੜੀਆਂ ਕਹਿੰਦੇ ਜੀ ਜੋ ਫਰੰਟ ਰੀਜ਼ ਆ ਬਾਉਂਡਰੀਜ਼ ਆ ਵਿੱਚ ਵਾਲੀਆਂ ਕਹਿੰਦੇ ਜੋ ਖਤਮ ਕੀਤੀਆਂ ਜਾ ਚੁੱਕੀਆਂ ਵਾ ਜੀ ਹੈਜ਼ ਬੀਨ ਤੋਂ ਬਾਅਦ ਚੋਂ ਹੈਵ ਬੀਨ ਤੋਂ ਬਾਅਦ ਚੋਂ ਥਰਡ ਫਾਰਮ ਦਾ ਮਤਲਬ ਕੀ ਹੁੰਦਾ ਵੌਇਸ ਫਾਰਮੇਸ਼ਨ ਯਾਨੀ ਕਿ ਜੋ ਕੰਮ ਹੋ ਰਿਹਾ ਵਾ ਉਹ ਕੰਮ ਦਾ ਡੂਅਰ ਆਪਣੇ ਕੋਲੇ ਹੈ ਨਹੀਂਗਾ ਡੂਅਰ ਕੌਣ ਜਿਹੜਾ ਕੰਮ ਕਰਨ ਵਾਲਾ ਵਾ ਜੀ ਤਾਂ ਜੇ ਮੈਂ ਤੁਹਾਡੇ ਤੋਂ ਪੁੱਛਾਂ ਕਿ ਫਰੰਟ ਰੀਜ਼ ਖਤਮ ਕੌਣ ਕਰ ਚੁੱਕਾ ਵਾ ਤੁਹਾਡੇ ਕੋਲੇ ਉਹ ਬੰਦੇ ਦਾ ਉਹ ਸੰਸਥਾ ਦਾ ਨਾਮ ਨਹੀਂ ਹੈਗਾ ਇੱਥੇ ਤਾਂ ਜਦੋਂ ਵੀ ਆਪਣੇ ਕੋਲੇ ਕੰਮ ਕਰਨ ਵਾਲੇ ਦੇ ਬਾਰੇ ਪਤਾ ਨਾ ਹੋਵੇ ਤਾਂ ਉੱਥੇ ਵੌਇਸ ਫਾਰਮੇਸ਼ਨ ਹੁੰਦੀ ਹੈ ਜੀ ਕਹਿੰਦੇ ਜਿਹੜੀਆਂ ਬਾਉਂਡਰੀਜ਼ ਆ ਜੀ ਉਹ ਖਤਮ ਕੀਤੀਆਂ ਜਾ ਚੁੱਕੀਆਂ ਕਿਹਨਾਂ ਦੇ ਦੁਆਰਾ ਰੀਡਿੰਗ ਨੇ ਦੱਸਿਆ ਨਹੀਂ ਹੋਇਆ ਹੁਣ ਇੱਥੇ ਜਿਹੜਾ
पहले नंबर ते जिहड़ा जानी कि वर्ड सी इहदा मीनिंग हुण इत्थे निकलूगा क्योंकि क्योंकि गां जाके कौमा आया वा सेंटेंस एक होर नाल जोड़िया पिया हुण इहदा मीनिंग की हो गया इहदा इत्थे मीनिंग बिकॉज हो गया जी क्योंकि कहंदे जिहड़ियां फ्रंटरीज आ जिहड़ियां बाउंडरीज आ जो कहंदे खत्म कीतियां जा चुकियां वा फिर जिहड़ा ने कि यूरोप यूनीयन आ हैज मूवड ਉਹ ਕਹਿੰਦੇ ਜੀ ਮੂਵ ਹੋ ਚੁੱਕੀ ਹੈ ਯਾਨੀ ਕਿ ਬਾਉਂਡਰੀਜ਼ ਨੂੰ ਖਤਮ ਕਰਨ ਦੇ ਨਾਲ ਕੀ ਹੋਇਆ ਯਾਨੀ ਕਿ ਇਹ ਮੂਵ ਕਰ ਗਈ ਜੀ ਮੂਵ ਕਿੱਥੋਂ ਹੋ ਗਈ ਸਟਾਕ ਤੋਂ ਯਾਨੀ ਕਿ ਫਲੋ ਦੇ ਵਿੱਚ ਮੂਵ ਹੋ ਗਈ ਜੀ ਤਾਂ ਕਹਿੰਦੇ ਜੀ ਉਹ ਕਹਿੰਦੇ ਕਿ ਦਿਸ ਫਿਨੋਮੀਨਨ ਦਾ ਮਤਲਬ ਹੁੰਦਾ ਜਿਹੜੀ ਇਹ ਘਟਨਾ ਵਾ ਜੀ ਜਿਹੜੀ ਇਹ ਘਟਨਾ ਜੋ ਪਿਛਲੇ ਸੈਂਟੈਂਸ ਦੇ ਵਿੱਚ ਘਟਨਾ ਹੋਈ ਆ ਕਹਿੰਦੇ ਜਿਹੜੀ ਇਹ ਘਟਨਾ ਵਾ ਜੀ ਹੈਜ਼ ਬੀਨ ਐਮਫੈਸਾਈਜ਼ ਦਾ ਮਤਲਬ ਹੁੰਦਾ ਜ਼ੋਰ ਦਿੱਤਾ ਗਿਆ ਕਹਿੰਦੇ ਜੀ ਇਹ ਘਟਨਾ ਦੇ ਉੱਪਰ ਜ਼ੋਰ ਦਿੱਤਾ ਗਿਆ ਜੀ ਕਹਿੰਦੇ ਹਾਂਜੀ ਕਿਹੜੀ ਚੀਜ਼ ਦੇ ਦੁਆਰਾ ਜ਼ੋਰ ਦਿੱਤਾ ਗਿਆ ਹੁਣ ਆਪਣੇ ਕੋਲੇ ਉਹ ਚੀਜ਼ ਲਿਖੀ ਆ ਵੌਇਸ ਫਾਰਮੇਸ਼ਨ ਹੈ ਜੀ ਇਹ ਫਿਰ ਕਹਿੰਦੇ ਜੀ ਇਹ ਘਟਨਾ ਦੇ ਉੱਪਰ ਜ਼ੋਰ ਦਿੱਤਾ ਗਿਆ ਜੀ ਕਿਹੜੀ ਚੀਜ਼ ਦੇ ਦੁਆਰਾ ਦਾ ਰੀਲੋਕੇਸ਼ਨ ਆਫ ਸਮ ਕਹਿੰਦੇ ਜਿਹੜੀਆਂ ਫੈਕਟਰੀਜ਼ ਵਗੈਰਾ ਸੀਗੀਆਂ ਕਹਿੰਦੇ ਜੀ ਉਹ ਰੀਲੋਕੇਟ ਕਰ ਗਈਆਂ ਜੀ ਹਾਂਜੀ ਪਾਰਟਿਕੂਲਰਲੀ ਇੱਥੇ ਹੁਣ ਮੈਂ ਤੁਹਾਨੂੰ ਇੱਕ ਨਵੀਂ ਸਟਰਕਚਰ ਦੱਸਦਾ ਵਾਂ ਦੇਖੋ ਇੱਥੇ ਤੁਸੀਂ ਧਿਆਨ ਨਾਲ ਦੇਖੋ ਜਿਹੜਾ ਪਾਰਟਿਕੂਲਰਲੀ ਵਰਡ ਲਿਖਿਆ ਵਾ ਲਿਖਣ ਤੋਂ ਪਹਿਲਾਂ ਕੋਮਾ ਪਾਇਆ ਹੋਇਆ ਜੀ ਸੈਂਟੈਂਸ ਦੇ ਵਿੱਚ ਇਹ ਵਾਲਾ ਵਰਡ ਲਿਖਣ ਤੋਂ ਪਹਿਲਾਂ ਕੋਮਾ ਪਾਇਆ ਹੋਇਆ ਵਾ ਤੇ ਇਹਦੇ ਨਾਲ ਦੇ ਮੈਂ ਤੁਹਾਨੂੰ ਸੈਂਟੈਂਸ ਲਿਖਾਉਣਾ ਵਾ ਇੱਕ ਵਰਡ ਨੋਟ ਕਰਾਉਣਾ ਜਿਹੜੇ ਤੁਸੀਂ ਰਾਈਟਿੰਗ ਦੇ ਵਿੱਚ ਲਿਖ ਸਕਦੇ ਹੋ ਇਹ ਵਰਡ ਕਦੋਂ ਯੂਜ਼ ਹੁੰਦੇ ਆ ਜਦੋਂ ਕਿਸੇ ਖਾਸ ਚੀਜ਼ ਦੇ ਬਾਰੇ ਆਪਾਂ ਵਿੱਚ ਦੱਸਣਾ ਹੋਵੇ ਕਿਹੜੇ ਕਿਹੜੇ ਸਿੰਟਮ ਹੋ ਸਕਦੇ ਜੀ ਇੱਕ ਤਾਂ ਤੁਹਾਡੇ ਸਾਹਮਣੇ ਪਿਆ ਜੀ ਪਾਰਟਿਕੂਲਰਲੀ ਇੱਕ ਤਾਂ ਹੋ ਗਿਆ ਜੀ ਪਾਰਟਿਕੂਲਰਲੀ ਇਹਦਾ ਮਤਲਬ ਕੀ ਹੁੰਦਾ ਹਾਂਜੀ ਖਾਸ ਕਰਕੇ ਜਿਵੇਂ ਆਪਾਂ ਕਹਿ ਦਈਏ ਮੇਨਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਹਾਂਜੀ ਤਾਂ ਆਪਣੇ ਕੋਲੇ ਪਹਿਲਾ ਵਰਡ ਹੋ ਗਿਆ ਜੀ ਦੂਸਰਾ ਮੇਨਲੀ ਨੋਟ ਕਰ ਲਓ ਜੀ ਤੇ ਤੀਸਰਾ ਆਪਾਂ ਜੇ ਨੋਟ ਕਰੀਏ ਤਾਂ ਆਪਣੇ ਕੋਲੇ ਹੈਗਾ ਜੀ ਸਪੈਸ਼ਲੀ ਹੋ ਗਿਆ ਜੀ ਆ ਤਿੰਨੇ ਵਰਡ ਜਿਹੜੇ ਹੈਗੇ ਆ ਤੁਸੀਂ ਇਹ ਚੱਲਦੇ ਸੈਂਟੈਂਸ ਵਿੱਚ ਯੂਜ਼ ਕਰ ਸਕਦੇ ਹੋ ਪਰ ਇਦਾਂ ਦੇ ਮੂਹਰੇ ਤੁਹਾਨੂੰ ਕੋਮਾ ਲਾਉਣਾ ਪੈਣਾ ਵਾ ਜੀ ਜਿਵੇਂ ਤੁਸੀਂ ਉਹਨਾਂ ਨੂੰ ਜਿਵੇਂ ਕਹਿਣਾ ਚਾਹੋ ਕਿ ਸੋਸ਼ਲ ਮੀਡੀਆ ਤੋਂ ਬਾਅਦ ਚ ਤੁਸੀਂ ਸੋਸ਼ਲ ਮੀਡੀਆ ਤੇ ਕਿਸੇ ਖਾਸ ਦੇ ਉੱਪਰ ਜ਼ੋਰ ਦੇਣਾ ਚਾਹੁੰਦੇ ਹੋ ਕਿਸੇ ਮੇਨ ਦੇ ਉੱਪਰ ਤਾਂ ਤੁਸੀਂ ਕੀ ਕਹੋਗੇ ਸੋਸ਼ਲ ਮੀਡੀਆ ਕੋਮਾ ਪਾ ਕੇ ਮੇਨਲੀ WhatsApp ਐਂਡ ਡੈਸ਼ ਬਈ ਤੁਸੀਂ ਦੋ ਨੂੰ ਖਾਸ ਤੌਰ ਤੇ ਚੱਕਿਆ ਜੀ ਤਾਂ ਇਹ ਵਰਡ ਕਿੱਥੇ ਯੂਜ਼ ਹੁੰਦੇ ਆ ਜਦੋਂ ਚੱਲਦੇ ਹੋਏ ਸੈਂਟੈਂਸ ਦੇ ਵਿੱਚ ਕੋਈ ਪਾਰਟਿਕੂਲਰ ਚੀਜ਼ ਦੇ ਉੱਪਰ ਤੁਸੀਂ ਧਿਆਨ ਖਿੱਚਣਾ ਹੋਵੇ ਕੋਈ ਖਾਸ ਚੀਜ਼ ਦੱਸਣੀ ਹੋਵੇ ਤਾਂ ਆਪਾਂ ਦੇਖਦੇ ਹਾਂ ਰੀਡਿੰਗ ਨੇ ਕੀ ਖਾਸ ਦੱਸਿਆ ਜੀ ਕਹਿੰਦੇ ਜੀ ਕੁਝ ਜਿਹੜੀਆਂ ਫੈਕਟਰੀਜ਼ ਹੈਗੀਆਂ ਕਹਿੰਦੇ ਉਹ ਰੀਲੋਕੇਟ ਕਰਦੀਆਂ ਵਾ ਖਾਸ ਕਰਕੇ ਕਿਹੜੀਆਂ ਕਰਦੀਆਂ ਹੁਣ ਦੇਖੋ ਫੈਕਟਰੀਜ਼ ਤਾਂ ਸਾਰੀ ਦੁਨੀਆ 'ਚ ਬਹੁਤ ਜ਼ਿਆਦਾ ਆ ਰਾਈਟਰ ਧਿਆਨ ਤੁਹਾਡਾ ਦਿਵਾਉਣਾ ਚਾਹੁੰਦਾ ਵੀ ਕਿਹੜੇ ਤਰ੍ਹਾਂ ਦੀਆਂ ਫੈਕਟਰੀਜ਼ ਦੇ ਬਾਰੇ ਮੈਂ ਗੱਲ ਕਰ ਰਿਹਾ ਵਾਂ ਕਹਿੰਦਾ ਜੀ ਖਾਸ ਕਰਕੇ ਕਿਹੜੀਆਂ ਜਿਨ੍ਹਾਂ ਦੇ ਵਿੱਚ ਲੇਬਰ ਮਹਿੰਗੀ ਪੈਂਦੀ ਹੈ ਜੀ ਇੰਟੈਂਸਿਵ ਦਾ ਮਤਲਬ ਯਾਨੀ ਕਿ ਲੇਬਰ ਇੰਟੈਂਸਿਵ ਦਾ ਮਤਲਬ ਜਿਨ੍ਹਾਂ ਵਿੱਚ ਲੇਬਰ ਮਹਿੰਗੀ ਪੈਂਦੀ ਹੋਵੇ ਜੀ ਟੂ ਜਾਨੀ ਕਿ ਰਿਡਿਊਸ ਪ੍ਰੋਡਕਸ਼ਨ ਕਾਸਟ ਕਹਿੰਦੇ ਜੀ ਇਦਾਂ ਨੇ ਕਹਿੰਦੇ ਪ੍ਰੋਡਕਸ਼ਨ ਕਾਸਟ ਘਟਾਉਣੀ ਸੀਗੀ ਤਾਂ ਕਰਕੇ ਕਹਿੰਦੇ ਕੀ ਕਰ ਜਾਂਦੀਆਂ ਰੀਲੋਕੇਟ ਕਰ ਜਾਂਦੀਆਂ ਫੈਕਟਰੀਆਂ ਵੀ ਸਾਰੇ ਤਰ੍ਹਾਂ ਦੀਆਂ ਨਹੀਂ ਕਰਦੀਆਂ ਵਿੱਚ ਪਾਰਟਿਕੂਲਰਲੀ ਦੇ ਕੇ ਆਪਾਂ ਨੂੰ ਦੱਸਿਆ ਹੋਇਆ ਕਿ ਮੇਨ ਕਿਹੜੇ ਤਰ੍ਹਾਂ ਦੀਆਂ ਜਾਨੀ ਕਿ ਰੀਲੋਕੇਟ ਕਰਦੀਆਂ ਜੀ ਤੇ ਕਹਿੰਦੀ ਇਵਨ ਦੋ ਕਹਿੰਦੇ ਜਿਹੜੀ ਪ੍ਰੋਡਕਸ਼ਨ ਸਾਈਟ ਆ ਹੁਣ ਦੇਖੋ ਕੀ ਹੁੰਦੀ ਹੈ ਜੀ ਦੋ ਤਰ੍ਹਾਂ ਦੇ ਵਰਡ ਆ ਇੱਕ ਹੈਗਾ ਸਾਈਟ ਦੇ ਸਪੈਲਿੰਗ ਦੋ ਤਰ੍ਹਾਂ ਦੇ ਆ ਜੀ ਆ ਆਪਣੇ ਕੋਲੇ ਸਾਈਟ ਦੋ ਤਰ੍ਹਾਂ ਦੇ ਆ ਜੀ ਪਹਿਲੇ ਨੰਬਰ ਵਾਲੀ ਨੂੰ ਕਹਿ ਦਿੰਦੇ ਆ ਜਗ੍ਹਾ ਇਹਦਾ ਮਤਲਬ ਹੁੰਦਾ ਪਲੇਸ ਨੀਚੇ ਵਾਲੀ ਦਾ ਜਾਨੀ ਕਿ ਨੀਚੇ ਵਾਲੀ ਦਾ ਮਤਲਬ ਹੁੰਦਾ ਕਹਿੰਦੇ ਕਿ ਫੋਰ ਐਗਜ਼ਾਮਪਲ ਤੁਸੀਂ ਜਦੋਂ ਸਾਈਟ ਐਂਡ ਐਗਜ਼ਾਮਪਲ ਕਹਿੰਦੇ ਹੋ ਇਹ ਸਾਈਟ ਦਾ ਮਤਲਬ ਹੁੰਦਾ ਰੀਪ੍ਰੈਜ਼ੈਂਟ ਕਰਨਾ ਜੀ ਗਿਵ ਦੇਣਾ ਜਦੋਂ ਤੁਸੀਂ ਕਹਿੰਦੇ ਹੋ ਟੂ ਸਾਈਟ ਐਨ ਐਗਜ਼ਾਮਪਲ ਉਹਦੇ ਵਿੱਚ ਸੀ ਵਾਲੀ ਸਾਈਟ ਦਾ ਮਤਲਬ ਕੀ ਹੁੰਦਾ ਉਹਦਾ ਮਤਲਬ ਹੁੰਦਾ ਟੂ ਗਿਵ ਐਨ ਐਗਜ਼ਾਮਪਲ ਯਾਨੀ ਕਿ ਨੀਚੇ ਵਾਲੀ ਸਾਈਟ ਦਾ ਮਤਲਬ ਹੈਗਾ ਵਾ ਗਿਵ ਦੇਣਾ ਤਾਂ ਓਕੇ ਜੀ ਦੇਖਦੇ ਆਪਾਂ ਤੇ ਕਹਿੰਦੇ ਜੀ ਜਿਹੜੀ ਇਹ ਸਾਈਟ ਆ ਹਾਂਜੀ ਪ੍ਰੋਡਕਸ਼ਨ ਸਾਈਟ ਹੁਣ ਇਹ ਸਾਈਟ ਆਪਣੇ ਕੋਲੇ ਪਲੇਸ ਵਾਲਾ ਵਾ ਜੀ ਕਹਿੰਦੇ ਭਾਵੇਂ ਜੀ ਕਹਿੰਦੇ ਜਿਹੜੀ ਪ੍ਰੋਡਕਸ਼ਨ ਵਾਲੀ ਜਗ੍ਹਾ ਵਾ ਉਹ ਕਹਿੰਦੇ ਹੰਡਰਡਸ ਜਾਂ ਥਾਊਜ਼ੈਂਡ ਆਫ ਕਿਲੋਮੀਟਰ ਦੂਰ ਹੁੰਦੀ ਹੈ ਜੀ ਕਹਿੰਦੇ ਫਾਈਨਲ ਅਸੈਂਬਲੀ ਹਾਂਜੀ ਫਾਈਨਲ ਯਾਨੀ ਕਿ ਅਸੈਂਬਲੀ ਦਾ ਮਤਲਬ ਕੀ ਹੈ ਜਿੱਥੇ ਫਾਈਨਲੀ ਸਾਰਾ ਕੁਝ ਕਿਸੇ ਚੀਜ਼ ਦਾ ਤਿਆਰ ਹੁੰਦਾ ਵਾ ਜੀ ਮੰਨ ਕੇ ਚੱਲੋ ਕਿ ਜਿਵੇਂ ਕੋਈ ਮੋਟਰਸਾਈਕਲ ਆ ਦੇਖੋ ਮੋਟਰਸਾਈਕਲ ਦੇ ਕਾਰ ਕਿਸੇ ਜੋ ਜਾਨੀ ਕਿ ਟਾਇਰ ਕਿਸੇ ਹੋਰ ਜਗ੍ਹਾ ਤੇ ਬਣਦੇ ਆ ਤੇ ਫਿਰ ਜਾਨੀ ਕਿ ਆਪਾਂ ਕਹਿ ਦਈਏ ਕਿ
ਉਹਦੇ ਜਿਹੜੇ ਵੱਖਰੇ ਵੱਖਰੇ ਪਾਰਟ ਹੁੰਦੇ ਉਹ ਵੱਖਰੀਆਂ ਵੱਖਰੀਆਂ ਜਗ੍ਹਾ ਤੇ ਬਣਦੇ ਆ ਜੀ। ਤੇ ਫਾਈਨਲ ਅਸੈਂਬਲੀ ਇੱਕ ਜਗ੍ਹਾ ਹੁੰਦੀ ਆ, ਉੱਥੇ ਕੀ ਹੁੰਦਾ, ਉੱਥੇ ਉਹ ਸਾਰੇ ਪਾਰਟਸ ਨੂੰ ਲਿਆ ਕੇ ਬਾਅਦ ਚੋਂ ਮੋਟਰ ਬਾਈਕ ਨੂੰ ਤਿਆਰ ਕੀਤਾ ਜਾਂਦਾ ਜੀ। ਤਾਂ ਫਾਈਨਲ ਅਸੈਂਬਲੀ ਮੀਨਸ ਜਿੱਥੇ ਸਾਰੀਆਂ ਚੀਜ਼ਾਂ ਦੇ ਪਾਰਟਸ ਨੂੰ ਜੁਆਇਨ ਹੋਣ ਦਾ ਕੰਮ ਹੁੰਦਾ ਹੋਵੇ। ਤਾਂ ਕਹਿੰਦੇ ਜੀ ਭਾਵੇਂ ਜਿਹੜੀ ਪ੍ਰੋਡਕਸ਼ਨ ਸਾਈਟ ਆ ਉਹ ਕਹਿੰਦੇ 100 ਜਾਂ ਹਜ਼ਾਰਾਂ ਕਿਲੋਮੀਟਰ ਦੂਰ ਆ ਜੀ, ਕਹਿੰਦੇ ਫਾਈਨਲ ਅਸੈਂਬਲੀ ਪਲਾਂਟ ਤੋਂ ਤੇ ਜਾਨੀ ਕਿ ਯੂਜ਼ਰਸ ਤੋਂ ਜੀ। ਕਹਿੰਦੇ ਫਿਰ ਵੀ ਕਹਿੰਦੇ ਜਿਹੜੀਆਂ ਉਹ ਫੈਕਟਰੀਜ਼ ਹੈਗੀਆਂ ਵਾ ਉਹ ਰੀਲੋਕੇਟ ਕਰ ਜਾਂਦੀਆਂ ਜੀ ਕਹਿੰਦੇ। ਹਾਂਜੀ, ਨੈਕਸਟ ਦੇਖਦੇ ਹਾਂ ਜੀ। ਇੱਥੇ ਹੁਣ ਦੇਖੋ ਜਿਹੜਾ ਤੁਸੀਂ ਉੱਪਰ ਵਰਡ ਦੇਖਿਆ ਸੀਗਾ ਵਿਜਰਸ ਵਰਡ ਦੇਖਿਆ ਸੀਗਾ ਜੀ, ਉਹ ਵਰਡ ਦਾ ਸਿਨੋਨਿਮ ਆ ਜੀ, ਕਿਉਂਕਿ ਰਾਈਟਰ ਨਹੀਂ ਚਾਹੁੰਦਾ ਕਿ ਉਹ ਸੇਮ ਬਣੀ ਤਨੀ ਕੋਲੋਕੇਸ਼ਨ ਨੂੰ ਰਿਪੀਟ ਕਰੇ। ਫਿਰ ਪਹਿਲੀ ਵਾਰੀ ਉਹਨੇ ਵਿਜਰਸ ਟਰਮ ਯੂਜ਼ ਕੀਤੀ, ਬਾਅਦ ਚ ਉਹਨੇ ਉਹਦਾ ਸਿਨੋਨਿਮ ਸਟਰੋਂਗ ਯੂਜ਼ ਕਰ ਲਿਆ। ਕਹਿੰਦੇ ਜਿਹੜੀ ਸਟਰੋਂਗ ਇਕਨੋਮਿਕ ਗਰੋਥ ਹੈਗੀ ਹੈ ਜੀ, ਕਹਿੰਦੇ ਉਹਦੀ ਕਹਿੰਦੇ ਹੋਪ ਕੀਤੀ ਗਈ ਹੈ ਜੀ। ਕਹਿੰਦੇ ਹੋਪ ਕੀਤੀ ਗਈ ਹੈ ਕੰਟਰੀਜ਼ ਦੇ ਵਿੱਚ। ਹੁਣ ਜਿਹੜਾ ਵਿੱਚ ਆ, ਹੁਣ ਵਿੱਚ ਕੰਟਰੀਜ਼ ਦੇ ਲਈ ਲਾਇਆ ਜੀ, ਧਿਆਨ ਨਾਲ ਦੇਖਿਓ ਜੀ। ਕਹਿੰਦੇ ਜੀ ਜਿਹੜੀ ਸਟਰੋਂਗ ਇਕਨੋਮਿਕ ਗਰੋਥ ਆ ਉਹਦੀ ਕਹਿੰਦੇ ਹੋਪ ਕੀਤੀ ਗਈ ਸੀਗੀ ਜੀ ਕਹਿੰਦੇ ਕੰਟਰੀਜ਼ ਦੇ ਵਿੱਚ। ਵਿਚ ਆਰ ਜਿਹੜੀਆਂ ਕੰਟਰੀਆਂ ਕਹਿੰਦੇ ਵਿਚ ਆਰ ਕੈਂਡੀਡੇਟਸ, ਜਿਹੜੀਆਂ ਕੰਟਰੀਆਂ ਕਹਿੰਦੇ ਕੈਂਡੀਡੇਟ ਸੀਗੀਆਂ। ਕੈਂਡੀਡੇਟ ਕਿਹਦੀਆਂ ਸੀਗੀਆਂ ਜੀ, ਦਾਖਲ ਹੋਣ ਦੇ ਲਈ, ਜਿਹੜੀਆਂ ਯੂਰਪੀਅਨ ਯੂਨੀਅਨ ਦੇ ਵਿੱਚ ਜਾਨੀ ਕਿ ਦਾਖਲ ਹੋਣ ਦੀਆਂ ਕੈਂਡੀਡੇਟ ਸੀਗੀਆਂ। ਕਹਿੰਦੇ ਉਹ ਜਿਹੜੀ ਸਟਰੋਂਗ ਇਕਨੋਮਿਕ ਗਰੋਥ ਆ ਉਹ ਕਹਿੰਦੇ ਵਧੂਗੀ, ਕਿਹੜੀ ਚੀਜ਼ ਨੂੰ ਵਧਾ ਦੂਗੀ, ਜੋ ਟਰਾਂਸਪੋਰਟ ਫਲੋ ਨੂੰ ਵਧਾ ਦੂਗੀ। ਧਿਆਨ ਨਾਲ ਦੇਖਿਓ ਜੀ, ਕਹਿੰਦੇ ਜਿਹੜੀ ਸਟਰੋਂਗ ਇਕਨੋਮਿਕ ਗਰੋਥ ਆ ਜਿਹਦੀ ਹੋਪ ਕੀਤੀ ਗਈ ਸੀਗੀ ਕੰਟਰੀਆਂ ਦੇ ਵਿੱਚ, ਜਿਹੜੀਆਂ ਕੰਟਰੀਆਂ ਯੂਰਪ ਯੂਨੀਅਨ ਦੀਆਂ ਕੈਂਡੀਡੇਟ ਆ, ਉਹ ਸਟਰੋਂਗ ਇਕਨੋਮਿਕ ਗਰੋਥ ਕਹਿੰਦੇ ਕੀ ਕਰ ਦੂਗੀ ਜੀ, ਟਰਾਂਸਪੋਰਟ ਫਲੋ ਨੂੰ ਵਧਾ ਦੂਗੀ ਜੀ। ਹਾਂਜੀ, ਤੇ ਕਹਿੰਦੇ ਪਾਰਟਿਕੂਲਰ, ਹਾਂਜੀ ਪਾਰਟਿਕੂਲਰ, ਹੁਣ ਇੱਥੇ ਦੇਖੋ ਪਾਰਟਿਕੂਲਰ ਲਿਖਿਆ ਬਟ ਇਹ ਪਾਰਟਿਕੂਲਰ ਵੀ ਲਿਖ ਸਕਦੇ ਸੀਗੇ ਜੀ, ਤੇ ਕੋਮਾ ਮੂਰੇ ਪਾਏ, ਹਾਂਜੀ ਪਾਏ ਪਿਆ। ਕਹਿੰਦੇ ਪਾਰਟਿਕੂਲਰ ਕਹਿੰਦੇ ਰੋਡ ਹੌਲੇਜ ਟ੍ਰੈਫਿਕ ਨੂੰ ਕੀ ਕਰ ਦੂਗੀ, ਹਾਂਜੀ ਵਧਾ ਦੂਗੀ, ਜਿਹੜਾ ਰੋਡ ਹੌਲੇਜ ਟ੍ਰੈਫਿਕ ਹੈ ਜੀ ਕਹਿੰਦੇ। ਤੇ ਬਾਅਦ ਚੋਂ 1998 ਦੇ ਵਿੱਚ ਦੇਖੀਏ ਤਾਂ ਸਮ ਆਫ ਦੀਜ਼ ਕੰਟਰੀਜ਼ ਜਿਹੜੀਆਂ ਹੈਗੀਆਂ ਵਾ, ਇਹ ਕਹਿੰਦੇ ਪਹਿਲਾਂ ਹੀ ਐਕਸਪੋਰਟ ਦਾ ਮਤਲਬ ਹੁੰਦਾ ਵਾ ਸਮਾਨ ਬਾਹਰ ਭੇਜਣਾ ਜੀ। ਕਹਿੰਦੇ ਜੀ ਜਿਹੜੀਆਂ ਇਹ ਕੰਟਰੀਜ਼ ਹੈਗੀਆਂ ਵਾ, ਕਹਿੰਦੇ 1998 ਦੇ ਵਿੱਚ ਪਹਿਲਾਂ ਹੀ ਕਹਿੰਦੇ ਕੀ ਕਰਦੀਆਂ ਹੁੰਦੀਆਂ ਸੀਗੀਆਂ, ਸਮਾਨ ਨੂੰ ਬਾਹਰ ਭੇਜਦੀਆਂ ਹੁੰਦੀਆਂ ਮੋਰ ਦੈਨ ਟਵਾਈਸ। ਹੁਣ ਦੇਖੋ ਟਾਸਕ 1 ਦੀ ਵੋਕੈਬ ਆ ਜੀ, ਮੋਰ ਦੈਨ ਟਵਾਈਸ। ਤੁਹਾਡੇ ਕੋਲੇ ਇੱਕ ਪਾਸੇ ਤਾਂ ਹੈਗੀ ਆ 10% ਚੀਜ਼, ਤੇ ਬਾਅਦ ਚੋਂ ਸੇਮ ਚੀਜ਼ ਕਿੰਨੀ ਹੋ ਗਈ, ਉਹ 24 ਹੋ ਗਈ। ਦੇਖੋ ਡਬਲ ਤੋਂ ਵੀ ਜ਼ਿਆਦਾ ਹੋਈ ਆ। ਤਾਂ ਤੁਸੀਂ ਲਾ ਸਕਦੇ ਹੋ ਕਿ ਜਿਹੜੀ ਉਹਦੀ ਸੇਲ ਸੀਗੀ ਉਹ ਵਧੀ ਸੀ, ਕਿਵੇਂ ਵਧੀ ਸੀਗੀ, ਮੋਰ ਦੈਨ ਟਵਾਈਸ ਵਧੀ ਸੀਗੀ ਜੀ। ਇਹ ਸਾਰੀਆਂ ਚੀਜ਼ਾਂ ਤੁਹਾਡੇ ਟਾਸਕ 1 ਚ ਵੀ ਕੰਮ ਆਉਣੀਆਂ, ਟਾਸਕ 2 ਦੇ ਵਿੱਚ ਵੀ ਕੰਮ ਆਉਣੀਆਂ, ਤੇ ਰੀਡਿੰਗ ਦੇ ਵਿੱਚ ਤਾਂ ਜਿਹੜੀ ਇਹ ਵਕੈਬ ਆ ਘੁੰਮਦੀ ਫਿਰਦੀ ਰਹਿੰਦੀ ਹੈ। ਤਾਂ ਕੀ ਕਹਿੰਦੇ ਜੀ, ਜਿਹੜੀਆਂ ਕੰਟਰੀਜ਼ ਸੀਗੀਆਂ ਕਹਿੰਦੇ ਉਹ ਬਾਹਰ ਭੇਜਦੀਆਂ ਹੁੰਦੀਆਂ ਸੀਗੀਆਂ ਜੀ, ਹਾਂਜੀ ਪਹਿਲਾਂ ਹੀ ਚੀਜ਼ਾਂ ਨੂੰ ਬਾਹਰ ਭੇਜਦੀਆਂ ਹੁੰਦੀਆਂ ਸੀਗੀਆਂ ਮੋਰ ਦੈਨ ਟਵਾਈਸ ਦੇਅਰ, ਯਾਨੀ ਕਿ 1990 ਵੋਲਿਊਮ, ਯਾਨੀ ਕਿ 1990 ਹਾਂਜੀ ਵੋਲਿਊਮ ਦੇ ਕੰਪੈਰੀਜ਼ਨ ਦੇਖੀਏ ਤਾਂ ਟਵਾਈਸ ਭੇਜਦੀਆਂ ਹੁੰਦੀਆਂ ਸੀਗੀਆਂ, ਤੇ ਬਾਹਰੋਂ ਮੰਗਵਾਉਂਦੀਆਂ ਹੁੰਦੀਆਂ ਸੀਗੀਆਂ ਮੋਰ ਦੈਨ 5 ਟਾਈਮਸ। ਕਹਿੰਦੇ 5 ਟਾਈਮਸ ਯਾਨੀ ਕਿ ਬਾਹਰੋਂ ਮੰਗਵਾਉਂਦੀਆਂ ਹੁੰਦੀਆਂ ਸੀ, ਜਿਹੜਾ ਕਹਿੰਦਾ 1990 ਵੋਲਿਊਮਸ ਹੈਗੇ ਆ ਜੀ। ਆਹ ਵੋਲਿਊਮਸ ਇਹਨਾਂ ਨੇ ਯੂਜ਼ ਕੀਤਾ, ਹੋ ਸਕਦਾ ਵਾ ਬਈ ਜਾਨੀ ਕਿ ਕਿੰਨੀਆਂ ਚੀਜ਼ਾਂ ਆਉਂਦੀਆਂ ਵਾ ਜੀ, ਜਿਵੇਂ ਜਾਨੀ ਕਿ ਵੋਲਿਊਮ ਹੁੰਦਾ ਹਰ ਇੱਕ ਚੀਜ਼ ਦਾ। ਤੇ ਕਹਿੰਦੇ ਭਾਵੇਂ ਜੀ ਜ਼ਿਆਦਾ ਕੈਂਡੀਡੇਟ ਕੰਟਰੀਜ਼ ਜਿਹੜੀਆਂ ਹੈਗੀਆਂ ਵਾ, ਇਨਹੈਰੀਟਡ ਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਯਾਨੀ ਕਿ ਵਿਰਾਸਤ ਦੇ ਵਿੱਚ ਮਿਲੀ ਹੋਵੇ ਜੀ, ਜਿਹੜੀ ਚੀਜ਼ ਜਨਰੇਸ਼ਨ ਟੂ ਜਨਰੇਸ਼ਨ ਗਾਂਹ ਦੀ ਗਾਂਹ ਪਾਸ ਹੋਈ ਹੋਵੇ। ਫੋਰ ਐਗਜ਼ਾਮਪਲ ਇਹਦੇ ਤੋਂ ਆਪਾਂ ਪ੍ਰੋਪਰਟੀ, ਆਪਾਂ ਇਹਦੇ ਤੋਂ ਜਾਨੀ ਕਿ ਪ੍ਰੋਪਰਟੀ ਵਰਡ ਲਈ ਯੂਜ਼ ਕਰ ਸਕਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਾਨੀ ਕਿ ਵਿਰਾਸਤ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ, ਜਿਵੇਂ ਕਈਆਂ ਨੂੰ ਪ੍ਰੋਪਰਟੀ ਮਿਲ ਜਾਂਦੀ ਹੈ ਜਾਨੀ ਕਿ ਦਾਦਿਆਂ ਪੜਦਾਦਿਆਂ ਤੋਂ, ਖੁਦਿਆਂ ਤੋਂ, ਤਾਂ ਤੁਸੀਂ ਸੈਂਟੈਂਸ ਬਣਾਓਗੇ ਹੀ ਹੈਜ਼ ਗੋਟ, ਉਹਨੂੰ ਜੀ ਮਿਲ ਚੁੱਕਾ ਵਾ, ਕੀ ਮਿਲ ਚੁੱਕਾ ਜੀ ਉਹਨੂੰ, ਇਨਹੈਰੀਟਡ ਪ੍ਰੋਪਰਟੀ। ਉਹ ਵਰਡ ਇੱਥੇ ਫਿੱਟ ਕਰ ਦਿਓ ਗਾਂ ਪ੍ਰੋਪਰਟੀ। ਤਾਂ ਜੇ ਤੁਸੀਂ ਇਹ ਵਰਡ ਕਿਤੇ ਲੱਗਿਆ ਹੋਇਆ ਦੇਖੋ, ਇਹਦਾ ਮਤਲਬ ਹੁੰਦਾ ਜਿਹੜੀ ਚੀਜ਼ ਆਪਾਂ ਨੂੰ ਪਿੱਛੋਂ ਮਿਲੀ ਹੈ ਜੀ। ਕਹਿੰਦੇ ਜੀ ਭਾਵੇਂ ਕਹਿੰਦੇ ਕਾਫੀ ਜ਼ਿਆਦਾ ਕੰਟਰੀਜ਼ ਹੈਗੀਆਂ ਜਿਨ੍ਹਾਂ ਨੂੰ ਕਹਿੰਦੇ ਜੀ ਕੀ ਮਿਲਿਆ ਵਾ, ਜਾਨੀ ਕਿ ਪਹਿਲਾਂ ਹੀ ਡਿਵੈਲਪਡ ਹੋਈ ਚੀਜ਼ ਮਿਲੀ ਹੈ ਜੀ। ਉਹਨਾਂ ਨੂੰ ਕੀ ਮਿਲਿਆ, ਉਹਨਾਂ ਨੂੰ ਟਰਾਂਸਪੋਰਟ ਸਿਸਟਮ, ਜਾਨੀ ਕਿ ਪਹਿਲਾਂ ਹੀ ਜੋ ਪਿੱਛੇ ਵਾਲੀਆਂ ਜਨਰੇਸ਼ਨਾਂ ਸੀ, ਲੋਕ ਸੀ, ਉਹਨਾਂ ਨੇ ਉਹ ਵਧੀਆ ਬਣਾਤਾ ਸੀਗਾ। ਵਿੱਚ ਜਿਹੜਾ ਕਿ ਕਹਿੰਦੇ ਰੇਲ ਨੂੰ ਕੀ ਕਰਦਾ ਵਾ, ਇਨਕਰੇਜ ਕਰਦਾ ਜੀ ਕਹਿੰਦੇ। ਫਿਰ ਵੀ ਪਰ ਕਹਿੰਦੇ ਜਿਹੜਾ ਡਿਸਟ੍ਰੀਬਿਊਸ਼ਨ ਬਿਟਵੀਨ ਮੋਡਸ, ਮੋਡਸ ਇੱਥੇ ਕਿਹਨੂੰ ਕਿਹਾ ਗਿਆ ਜੀ,
ਮੋਡਸ ਇੱਥੇ ਕਿਹਾ ਗਿਆ ਵਾ ਸੋਰਸਸ ਨੂੰ। ਨੋਟ ਕਰ ਲਓ ਜੀ, ਮੋਡ ਦਾ ਮਤਲਬ ਹੁੰਦਾ ਸੋਰਸ, ਤੇ ਸੋਰਸ ਇੱਥੇ ਕਿਹਦੀ ਗੱਲ ਹੋ ਰਹੀ ਹੈ? ਇੱਥੇ ਹੋ ਰਹੀ ਹੈ ਸੋਰਸ ਆਫ ਟਰਾਂਸਪੋਰਟ। ਤਾਂ ਤੁਹਾਨੂੰ ਇਹ ਮੋਡ ਦੇਖ ਕੇ ਸਮਝ ਜਾਣਾ ਚਾਹੀਦਾ ਕਿ ਇੱਥੇ ਜਾਣੀ ਕਿ ਟਰਾਂਸਪੋਰਟੇਸ਼ਨ ਦੀ ਗੱਲ ਹੋਈ ਜਾਂਦੀ ਹੈ। ਹੁਣ ਕੀ ਕਹਿੰਦੇ ਜੀ, ਕਹਿੰਦੇ ਜੀ ਭਾਵੇਂ ਕਹਿੰਦੇ ਕੁਝ ਕੰਟਰੀਆਂ ਦੇ ਵਿੱਚ ਪਹਿਲਾਂ ਹੀ ਕਹਿੰਦੇ ਹਾਂਜੀ ਟਰਾਂਸਪੋਰਟੇਸ਼ਨ ਸਿਸਟਮ ਡਿਵੈਲਪ ਹੋ ਚੁੱਕਾ ਸੀ, ਬਈ ਪਹਿਲਾਂ ਹੀ ਉਹਨਾਂ ਨੂੰ ਯਾਨੀ ਕਿ ਵਿਰਾਸਤ ਦੇ ਵਿੱਚ ਮਿਲ ਚੁੱਕਾ ਵਾ, ਜੋ ਕਿ ਰੇਲ ਨੂੰ ਵੀ ਮੋਟੀਵੇਟ ਕਰਦਾ ਵਾ। ਬਟ ਕਹਿੰਦੇ ਫਿਰ ਵੀ ਜਿਹੜਾ ਡਿਸਟ੍ਰੀਬਿਊਸ਼ਨ ਆ ਨਾ ਇਹ ਮੋਡ ਦੇ ਵਿੱਚ, ਇਹ ਜਿਹੜਾ ਮੋਡ ਦੇ ਵਿੱਚ ਡਿਸਟ੍ਰੀਬਿਊਸ਼ਨ ਹੈਗਾ ਵਾ, ਕਹਿੰਦੇ ਹੈਜ਼ ਟਿਪਡ ਸ਼ਾਰਪਲੀ। ਕਹਿੰਦੇ ਜੀ ਡਿਸਟ੍ਰੀਬਿਊਟਡ ਜਿਹੜਾ ਡਿਸਟ੍ਰੀਬਿਊਸ਼ਨ ਆ ਕਹਿੰਦੇ ਟਿਪਡ ਹੋ ਚੁੱਕਾ ਵਾ ਸ਼ਾਰਪਲੀ ਫੇਵਰ ਆਫ ਰੋਡ ਟਰਾਂਸਪੋਰਟ। ਹੁਣ ਇੱਥੇ ਇਹਦਾ ਮੀਨਿੰਗ ਕੀ ਨਿਕਲਿਆ? ਕਹਿੰਦੇ ਜੀ ਪਰ ਜਿਹੜਾ ਡਿਸਟ੍ਰੀਬਿਊਸ਼ਨ ਆ ਮੋਡਸ ਦੇ ਵਿੱਚ ਉਹ ਕਹਿੰਦੇ ਸ਼ਾਰਪਲੀ ਟਿਪਡ ਕਿਹਦੇ ਫੇਵਰ ਦੇ ਵਿੱਚ ਹੋਇਆ ਵਾ? ਰੋਡ ਟਰਾਂਸਪੋਰਟ ਦੇ ਵਿੱਚ। ਹਾਂਜੀ, ਇਹਦਾ ਮਤਲਬ ਹੈਗਾ ਜੀ ਭਾਵੇਂ ਜਿਹੜੀਆਂ ਕੁਝ ਕੰਟਰੀਆਂ ਹੈਗੀਆਂ ਉਹਨਾਂ ਦੇ ਵਿੱਚ ਪਹਿਲਾਂ ਹੀ ਯਾਨੀ ਕਿ ਵਿਰਾਸਤ ਦੇ ਵਿੱਚ ਉਹਨਾਂ ਨੂੰ ਬਣਿਆ ਬਣਾਇਆ ਟਰਾਂਸਪੋਰਟੇਸ਼ਨ ਸਿਸਟਮ ਦੇ ਵਿੱਚ ਡਿਵੈਲਪਮੈਂਟ ਮਿਲ ਗਈ ਆ, ਬਟ ਉਹ ਕੰਟਰੀਆਂ ਦੇ ਵਿੱਚ ਹਾਲੇ ਵੀ ਜ਼ਿਆਦਾ ਫੇਵਰ ਕਿਹੜੀ ਚੀਜ਼ ਦੇ ਵਿੱਚ ਆ? ਰੋਡ ਦੇ ਵਿੱਚ ਆ ਜੀ, ਯਾਨੀ ਕਿ ਰੋਡ ਟਰਾਂਸਪੋਰਟੇਸ਼ਨ ਜ਼ਿਆਦਾ ਵਾ ਉੱਥੇ ਹਲੇ ਵੀ 1990 ਤੋਂ ਲੈ ਕੇ ਆਪਾਂ ਦੇਖੀਏ ਜੀ। ਤੇ ਜਿਹੜਾ ਪਿੱਛੇ ਲਾਈ ਪਈ ਹੈ ਇਹਦਾ ਮਤਲਬ ਹੁੰਦਾ 1 ਡੈਕੇਡ, ਯਾਨੀ ਕਿ ਜੋ ਇਹ ਸਮਾਂ ਵਾ ਤੇ 1991 ਤੋਂ ਲੈ ਕੇ 2000 ਤੱਕ ਦਾ ਸਮਾਂ ਵਾ ਜੀ ਆਪਣੇ ਕੋਲ, 10 ਸਾਲ ਦਾ ਵਾ, ਜਿਹਨੂੰ ਆਪਾਂ ਡੈਕੇਡ ਕਹਿ ਦਿੰਦੇ ਹਾਂ ਜੀ। ਤੇ ਕਹਿੰਦੇ ਜੇ ਆਪਾਂ 90 ਤੋਂ 98 ਦੇ ਵਿੱਚ ਦੇਖੀਏ ਤਾਂ ਇੱਥੇ ਹੁਣ ਦੇਖੋ ਕੋਮਾ ਲਾਉਣਾ ਸੀਗਾ, ਰੀਡਿੰਗ ਪੰਕਚੁਏਸ਼ਨ ਮਿਸਟੇਕ ਵੈਸੀ ਕਰਦੀ ਰਹਿੰਦੀ ਹੈ ਜੀ ਛੋਟੀਆਂ ਛੋਟੀਆਂ। ਤੁਸੀਂ ਜੇ ਟਾਸਕ 1 ਦੇ ਵਿੱਚ ਸਟਾਰਟਿੰਗ 'ਚ ਲਿਖੋ ਕਿ ਬਿਟਵੀਨ 1990 ਤੇ 1998 ਤੁਹਾਨੂੰ ਇੱਥੇ ਕੋਮਾ ਲਾਉਣਾ ਪੈਣਾ। ਹੁਣ ਕੋਮਾ ਲਾ ਕੇ ਤੁਸੀਂ ਹੁਣ ਫਿਰ ਲਿਖੋਗੇ ਰੋਡ ਹਾਲੇਜ। ਤਾਂ ਇੱਥੇ ਹੁਣ ਕੀ ਕਹਿੰਦੇ ਜੀ, ਕਹਿੰਦੇ ਜੇ ਆਪਾਂ 90 ਤੋਂ 98 ਦੇ ਵਿੱਚ ਦੇਖੀਏ ਜਿਹੜਾ ਰੋਡ ਹਾਲੇਜ ਹੈਗਾ ਵਾ ਉਹ ਵੱਧ ਗਿਆ ਜੀ। ਕਹਿੰਦੇ ਕਿਵੇਂ ਵੱਧ ਗਿਆ? ਹਾਂਜੀ, ਕਿੰਨੇ ਪਰਸੈਂਟ ਨਾਲ ਵੱਧ ਗਿਆ? 19.4% ਨਾਲ ਵੱਧ ਗਿਆ ਜੀ। ਧਿਆਨ ਨਾਲ ਦੇਖਿਓ, ਜਿਹੜੀ ਚੀਜ਼ ਵੱਧ ਰਹੀ ਆ ਉੱਥੇ ਸੈਕੰਡ ਫਾਰਮ ਲੱਗ ਜਾਂਦੀ ਹੁੰਦੀ ਆ। ਇਹ ਤੁਹਾਡੇ ਟਾਸਕ 1 ਦੀ ਸਟਰਕਚਰ ਆ ਜੀ ਇਹਦੇ ਵਿੱਚ। ਤਾਂ ਕਹਿੰਦੇ ਜੀ ਜੇ ਆਪਾਂ 90 ਤੋਂ 98 ਦੇ ਵਿੱਚ ਦੇਖੀਏ ਤਾਂ ਰੋਡ ਹਾਲੇਜ, ਹਾਲੇਜ ਦਾ ਮਤਲਬ ਕੀ ਹੁੰਦਾ ਕਿ ਰੋਡ ਦੇ ਦੁਆਰਾ ਜੋ ਵੀ ਸਮਾਨ ਵਗੈਰਾ ਢੋਇਆ ਜਾਂਦਾ ਜੀ। ਕਹਿੰਦੇ ਰੋਡ ਹਾਲੇਜ ਜਿਹੜਾ ਹੈਗਾ ਉਹ 19.4% ਨਾਲ ਦੇ ਨਾਲ ਵੱਧ ਗਿਆ। ਦੇਖੋ ਮੈਂ ਹਾਲੇਜ ਦਾ ਮੀਨਿੰਗ ਕਿਉਂ ਨਹੀਂ ਦੱਸ ਰਿਹਾ, ਇਹ ਜਾਣੀ ਕਿ ਹਾਂਜੀ ਤਾਂ ਵੀ ਵਰਡ ਲੰਘਿਆ ਸੀਗਾ ਕਿਉਂਕਿ ਕਈ ਵਰਡ ਰੀਡਿੰਗ ਦੇ ਵਿੱਚੋਂ ਇਦਾਂ ਦੇ ਹੁੰਦੇ ਆ, ਤੁਸੀਂ ਜਦੋਂ ਟਰਾਂਸਲੇਟ ਕਰੀ ਜਾਂਦੇ ਹੋ ਤੁਸੀਂ ਵੋਕੈਬ ਕਿਹੜੀ ਸਿੱਖਣੀ ਹੁੰਦੀ ਆ? ਤੁਸੀਂ ਵੋਕੈਬ ਸਿੱਖਣੀ ਹੁੰਦੀ ਆ ਜਿਹੜੀ ਤੁਹਾਡੀ ਕੋਲੋਕੇਸ਼ਨ ਦੇ ਰੂਪ ਦੇ ਵਿੱਚ ਪਈ ਹੁੰਦੀ ਹੈ ਜੀ। ਮੰਨ ਕੇ ਲਓ ਉਹਨਾਂ ਨੇ ਤੁਹਾਨੂੰ ਕਿਹਾ ਕਿ ਟਿਪਡ ਸ਼ਾਰਪਲੀ, ਤੁਸੀਂ ਉਹਦਾ ਟਿਪਡ ਦਾ ਮੀਨਿੰਗ ਦੇਖਣਾ ਐਕਚੁਅਲ ਦੇ ਵਿੱਚ, ਕਿਉਂਕਿ ਉਹ ਵਰਡ ਯੂਜ਼ ਕੀਤਾ ਜਾ ਸਕਦਾ ਵਾ। ਹੁਣ ਤੇ ਵਿਜਰਸ ਵਰਡ ਸੀਗਾ, ਹੁਣ ਉਹ ਕਿਹਦੇ ਮੂਹਰੇ ਪਿਆ ਸੀਗਾ? ਉਹ ਇਕਨੋਮਿਕ ਗਰੋਥ ਦੇ ਮੂਹਰੇ ਪਿਆ ਸੀਗਾ। ਯਾਨੀ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੇ ਕਿਹੜੇ ਵਰਡ ਸਿੱਖਣੇ ਆ, ਕਿਹੜੇ ਕਿਹੜੇ ਵਰਡ ਮੈਂ ਨਹੀਂ ਸਿੱਖਣੇ ਜੀ। ਹੁਣ ਜਿਵੇਂ ਹਾਲੇਜ ਹੋ ਗਿਆ, ਇਦਾਂ ਦੇ ਵਰਡ ਕਿਤੇ ਨਹੀਂ ਕੰਮ ਆਉਣਗੇ, ਨਾ ਹੀ ਰੀਡਿੰਗ ਛੇਤੀ ਰਿਪੀਟ ਕਰਦੀ ਆ। ਤੁਸੀਂ ਉਹ ਵਰਡ ਸਿੱਖਣੇ ਜਿਵੇਂ ਤੁਹਾਡਾ ਪਹਿਲੀ ਲਾਈਨ ਦੇ ਵਿੱਚ ਹੀ ਪ੍ਰੋਸਪੈਕਟ ਵਰਡ ਪਿਆ ਸੀਗਾ, ਬਹੁਤ ਵਧੀਆ ਵਰਡ ਸੀਗਾ, ਰੀਡਿੰਗ ਇਹਨੂੰ ਬਹੁਤ ਰਿਪੀਟ ਕਰਦੀ ਹੈ। ਤਾਂ ਤੁਸੀਂ ਜੈਨੂਇਨ ਜੇ ਵਰਡ ਸਿੱਖਣੇ ਹੁੰਦੇ ਆ, ਹਰ ਇੱਕ ਵਰਡ ਨੂੰ ਵੀ ਤੁਸੀਂ ਸਰਚ ਨਹੀਂ ਮਾਰਨਾ ਹੁੰਦਾ, ਬਲਕਿ ਮੈਂ ਤਾਂ ਤੁਹਾਨੂੰ ਸੁਜੈਸਟ ਕਰੂੰਗਾ ਤੁਸੀਂ ਮੇਨ ਯਾਨੀ ਕਿ ਵਰਬ ਸਿੱਖਿਆ ਕਰੋ, ਕਿਉਂਕਿ ਵਰਬ ਜਿਹੜੀ ਹੁੰਦੀ ਉਹ ਕੰਮ ਆਉਂਦੀ ਹੁੰਦੀ ਹੈ। ਤੇ ਜਾਂ ਤੁਸੀਂ ਜਿਹੜਾ ਨਾਉਨ ਦੇ ਮੂਹਰੇ ਕੋਈ ਕੋਲੋਕੇਸ਼ਨ ਦੇ ਵਿੱਚ ਵਰਡ ਪਿਆ ਵਾ ਤੇ ਉਹ ਕੋਲੋਕੇਸ਼ਨ ਤੁਸੀਂ ਬਣੀ ਤਾਂ ਨਹੀਂ ਨੋਟ ਕਰ ਲਿਆ ਕਰੋ, ਉਹਦਾ ਤੁਸੀਂ ਕੋਈ ਨਾ ਕੋਈ ਸੈਂਟੈਂਸ ਬਣਾ ਕੇ ਦੇਖ ਸਕਦੇ ਹੋ। ਤੇ ਕੀ ਕਹਿੰਦੇ ਜੀ ਵਾਈਲ, ਵਾਈਲ ਦਾ ਮਤਲਬ ਹੁਣ ਇੱਥੇ ਬਟ ਹੁੰਦਾ ਜੀ। ਜਦੋਂ ਤੁਸੀਂ ਕੋਮਾ ਪਾ ਕੇ ਟਾਸਕ 1 ਦੇ ਵਿੱਚ ਵਾਈਲ ਲਿਖਦੇ ਹੁੰਦੇ ਹੋ ਮਿਡ ਦੇ ਵਿੱਚ, ਉਹਦਾ ਮਤਲਬ ਉੱਥੇ ਬਟ ਨਿਕਲਦਾ ਹੁੰਦਾ ਵਾ। ਤੇ ਕੀ ਕਹਿੰਦੇ ਜੀ, ਕਹਿੰਦੇ ਹਾਂਜੀ ਕਹਿੰਦੇ 90 to 98 ਦੇ ਵਿੱਚ ਰੋਡ ਹਾਲੇਜ ਵੱਧ ਗਈ ਸੀਗੀ 19.4% ਦੇ ਨਾਲ। ਪਰ ਕਹਿੰਦੇ ਜੀ ਸੇਮ ਪੀਰੀਅਡ ਦੇ ਵਿੱਚ ਵਾਈਲ ਡਿਊਰਿੰਗ ਦਾ ਸੇਮ ਪੀਰੀਅਡ, ਹੁਣ ਬਣੀ ਤਾਂ ਨਹੀਂ ਟਾਸਕ 1 ਦੀ ਹੈ ਜੀ ਫਰੇਜ਼, ਵਾਈਲ ਡਿਊਰਿੰਗ ਦਾ ਸੇਮ ਪੀਰੀਅਡ ਰੇਲ ਹਾਲੇਜ ਕਹਿੰਦੇ ਡਿਕਰੀਜ਼ ਹੋ ਗਿਆ ਸੀਗਾ ਜੀ, ਕਹਿੰਦੇ 43.5% ਨਾਲ। ਯਾਨੀ ਕਿ ਰੋਡ ਵਾਲੀ ਚੀਜ਼ ਵੱਧ ਗਈ ਸੀਗੀ, ਰੇਲ ਵਾਲੀ ਚੀਜ਼ ਘਟ ਗਈ ਸੀਗੀ ਜੀ। ਵਾਈਲ ਦੇ ਨਾਲ ਜੁੜਿਆ ਹੋਇਆ ਵਾ ਜੀ ਇਹਨੂੰ। ਕਹਿੰਦੇ ਭਾਵੇਂ ਜੀ ਕਹਿੰਦੇ ਜਿਹੜੀ ਇਹ ਚੀਜ਼ ਆ ਕੁਡ ਬੈਨੀਫਿਟ, ਭਾਵੇਂ ਇਹ ਚੀਜ਼ ਕਹਿੰਦੇ ਜੀ ਬੈਨੀਫਿਟ ਕਰ ਸਕਦੀ ਸੀਗੀ, ਕਿਹਨੂੰ ਕਰ ਸਕਦੀ ਸੀਗੀ? ਜਿਹੜੀ ਯੂਰਪੀਅਨ ਯੂਨੀਅਨ ਹੈ ਜੀ। ਪਰ ਕਹਿੰਦੇ ਸਟਿਲ ਕਹਿੰਦੇ ਜੀ ਐਵਰੇਜ ਤੌਰ ਤੇ ਵੇਖਿਆ ਜਾਵੇ ਤਾਂ ਕਹਿੰਦੇ ਜੀ ਮੱਚ ਹਾਇਰ ਲੈਵਲ ਦੈਨ, ਕਹਿੰਦੇ ਜੀ ਮੱਚ ਹਾਇਰ ਲੈਵਲ ਆ ਕਹਿੰਦੇ ਜੀ ਕਿਹਨਾਂ ਦੇ ਨਾਲੋਂ? ਜਿਹੜੇ ਹੋਰ ਮੈਂਬਰਸ ਸਟੇਟ ਹੈਗੀਆਂ ਵਾ। ਯਾਨੀ ਕਿ ਯੂਰਪ ਦੇ ਵਿੱਚ ਹਾਲੇ ਵੀ ਕਹਿੰਦੇ ਚਲੋ
इनका लैवल काफी ज्यादा है बाकी स्टेट के कंपैरिजन देखा जाए तो जी। हाँ जी हुण नैक्सट चलते हैं जी। आ देखो हुण जिवें तुहाडे सामने कोलोकेशन आ देखो तुसीं किद्दां दीयां चीज़ां सिੱਖਣੀਆਂ ਹੁੰਦੀਆਂ आ बनी ਤਾਂ नहीं कोलोकेशन पई है। डेवलपमेंट तो पहला सस्टेनेबल वर्ड लाया पिया, सस्टेनेबल तो पहला भी एक वर्ड लाया पिया जी। हुण तुहानूं ਇਹ कोलोकेशन ਦੇ ਵਿੱਚ ਕਿਹੜਾ वर्ड नहीं पता तुसीं सर्च मारना ਹੁੰਦਾ बस। ਕਹਿੰਦੇ ਹਾਊਐਵਰ ਪਰ ਕਹਿੰਦੇ ਜਿਹੜੀ ਨਿਊ ਦੇਖੋ ਇੰਪੈरेटिव ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਜ਼ਰੂਰੀ। ਇਹਦਾ ਸਿਨੋਨਮ ਵਾਈਟਲ ਹੋ ਸਕਦਾ ਜੀ, ਇਹਦਾ ਸਿਨੋਨਮ ਯਾਨੀ ਕਿ ਪਿਵੋਟਲ ਹੋ ਸਕਦਾ ਜੀ। ਹਾਂਜੀ ਪਾਈਵੋਟਲ ਤੇ ਇਹਦਾ ਮੀਨਿੰਗ ਇੰਪੋਰਟੈਂਟ ਵੀ ਹੋ ਸਕਦਾ, ਨੈਸੈਸਰੀ ਵੀ ਹੋ ਸਕਦਾ ਜੀ। ਤੇ ਕਹਿੰਦੇ ਜਿਹੜੀ ਬਹੁਤ ਜ਼ਰੂਰੀ, ਸਸਟੇਨੇਬਲ ਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਆਪਾਂ ਕਹਿ ਦਈਏ ਜਿਹੜੀ ਚੀਜ਼ ਨੂੰ ਸਸਟੇਨ ਕੀਤਾ ਜਾ ਸਕਦਾ ਹੋਵੇ, ਬਈ ਛੇਤੀ ਉਹ ਡਿਸਟਰਬ ਨਾ ਹੋ ਸਕਦੀ ਹੋਵੇ। ਜਿਵੇਂ ਸਸਟੇਨੇਬਲ ਡਿਵੈਲਪਮੈਂਟ ਦਾ ਮੀਨਿੰਗ ਕੀ ਹੁੰਦਾ, ਜਿਹੜੀ ਡਿਵੈਲਪਮੈਂਟ ਕਾਫੀ ਸਮੇਂ ਤੱਕ ਚੱਲਦੀ ਹੈ ਜੀ। ਸਸਟੇਨੇਬਲ ਮੀਨਸ ਹੁੰਦਾ ਟਿਕਾਊ, ਆਪਾਂ ਪੰਜਾਬੀ ਦੇ ਵਿੱਚ ਇਹਨੂੰ ਟਿਕਾਊ ਕਹਿੰਦੇ। ਟਿਕਾਊ ਚੀਜ਼ ਕਿਹੜੀ ਹੁੰਦੀ ਆ, ਜਿਹੜੀ ਕਾਫੀ ਸਮੇਂ ਤੱਕ ਟਿਕੀ ਰਵੇ ਜੀ। ਤਾਂ ਕਹਿੰਦੇ ਜੀ ਜਿਹੜੀ ਨਵੀਂ ਬਹੁਤ ਜ਼ਰੂਰੀ ਸਸਟੇਨੇਬਲ ਡਿਵੈਲਪਮੈਂਟ ਆ, ਕਹਿੰਦੇ ਉਹ ਕੀ ਦਿੰਦੀ ਆ ਜੀ, ਕਹਿੰਦੇ ਉਹ ਚਾਂਸ ਦਿੰਦੀ ਆ। 2 ਮਿੰਟ ਹੋਲਡ ਰੱਖਿਓ। ਹਾਂਜੀ ਤੇ ਕੀ ਕਹਿੰਦੇ ਜੀ ਨੈਕਸਟ ਆਪਾਂ ਨੂੰ ਧਿਆਨ ਨਾਲ ਦੇਖਿਓ ਜੀ। ਕਹਿੰਦੇ ਪਰ ਜਿਹੜੀ ਬਹੁਤ ਜ਼ਰੂਰੀ ਕਹਿੰਦੇ ਜੀ ਸਸਟੇਨੇਬਲ ਡਿਵੈਲਪਮੈਂਟ ਆ, ਉਹ ਆਪਾਂ ਨੂੰ ਕਹਿੰਦੇ ਜੀ ਚਾਂਸ ਦਿੰਦੀ ਹੈ ਜੀ। ਹਾਂਜੀ ਕਾਹਦਾ ਚਾਂਸ ਦਿੰਦੀ ਹੈ ਜੀ, ਉਹ ਆਪਾਂ ਨੂੰ ਚਾਂਸ ਦਿੰਦੀ ਆ ਵੀ ਆਪਾਂ ਜਾਨੀ ਕਿ ਅਡਾਪਟ ਕਰੀਏ। ਕੀ ਅਡਾਪਟ ਕਰੀਏ ਜੀ, ਯੂਰਪੀਅਨ ਯੂਨੀਅਨ ਕਾਮਨ ਟਰਾਂਸਪੋਰਟ ਪਾਲਿਸੀ ਜੀ। ਕਹਿੰਦੇ ਪਰ ਜਿਹੜੀ ਜੀ ਸਸਟੇਨੇਬਲ ਡਿਵੈਲਪਮੈਂਟ ਜਿਹੜੀ ਕਿ ਬਹੁਤ ਜ਼ਰੂਰੀ ਆ, ਉਹ ਆਪਾਂ ਨੂੰ ਕਹਿੰਦੇ ਚਾਂਸ ਦਿੰਦੀ ਆ ਵੀ ਆਪਾਂ ਅਡਾਪਟ ਕਰੀਏ ਕਹਿੰਦੇ ਕਾਮਨ ਟਰਾਂਸਪੋਰਟ ਪਾਲਿਸੀ ਨੂੰ ਕਰ ਲਈ ਜੀ ਅਡਾਪਟ, ਜਿਹੜੀ ਸਾਰੇ ਕਿਤੇ ਕਾਮਨ ਹੋਵੇ ਜੀ। ਕਹਿੰਦੇ ਜਿਹਦਾ ਕਹਿੰਦੇ ਮੇਨ ਟਾਰਗੇਟ ਆ, ਆਬਜੈਕਟਿਵ ਦਾ ਮਤਲਬ ਟਾਰਗੇਟ ਹੁੰਦਾ ਜੀ। ਟਾਰਗੇਟ ਹੋ ਗਿਆ ਜੀ ਇਹਦਾ ਮਤਲਬ। ਕਹਿੰਦਾ ਜਿਹੜਾ ਇਹ ਟਾਰਗੇਟ ਹੈ ਜੀ, ਕਹਿੰਦੇ ਹੁਣ ਇੱਥੇ ਧਿਆਨ ਨਾਲ ਦੇਖਿਓ ਜੀ, ਇੱਥੇ ਇੱਕ ਬਹੁਤ ਵਧੀਆ ਚੀਜ਼ ਹੈ ਜੀ। ਜਿਹੜਾ ਤੁਹਾਡਾ ਇਹਦੇ ਵਿੱਚ ਸਬਜੈਕਟ ਹੈ ਜੀ, ਸਬਜੈਕਟ ਤੁਹਾਡਾ ਹੈਗਾ ਜੀ, ਹਾਂਜੀ ਆਹ ਵਾਲਾ ਜੀ, ਹਲੋ ਆਹ ਤੁਹਾਡਾ ਤੇ ਅੱਗੇ ਜਾ ਕੇ ਜੋ ਵਰਬ ਹੈ ਜੀ, ਤੇ ਵਰਬ ਤੁਹਾਡੀ ਇੱਥੋਂ ਆ ਜੀ, ਇਹਦੀ ਹੈਜ਼ ਟੂ ਬੀ ਵਾਲੀ, ਇਹ ਤੁਹਾਡੀ ਇਹਦੀ ਵਰਬ ਹੈ ਜੀ। ਧਿਆਨ ਨਾਲ ਦੇਖੋ ਤੁਹਾਡਾ ਸਬਜੈਕਟ ਹੈ ਜੀ, ਸਬਜੈਕਟ ਤੋਂ ਬਾਅਦ ਵਰਬ ਤੁਹਾਡੀ ਦੂਰ ਜਾ ਕੇ ਪਈ ਹੈ ਇਹਦੀ। ਹੁਣ ਕੌਮਿਆਂ ਦੇ ਵਿੱਚ ਜਿਹੜੀ ਚੀਜ਼ ਲਿਖੀ ਪਈ ਆ, ਹੁਣ ਧਿਆਨ ਨਾਲ ਦੇਖੋ, ਇਹਨੂੰ ਆਪਾਂ ਟ੍ਰਾਂਸਲੇਟ ਕਿਵੇਂ ਕਰਾਂਗੇ, ਬਹੁਤ ਵਧੀਆ ਸਟਰਕਚਰ ਹੈ। ਕਹਿੰਦਾ ਜਿਹੜਾ ਜੀ ਇਹ ਟਾਰਗੇਟ ਤੇ ਟਾਰਗੇਟ ਦੇ ਨਾਲ ਸਹਿਮਤ ਕੌਣ ਕੌਣ ਹੋਇਆ, ਉਹਨਾਂ ਦੇ ਨਾਮ ਲਿਖਣੇ ਸੀਗੇ ਜੀ ਇਹਨਾਂ ਨੇ। ਤਾਂ ਹੀ ਵਿੱਚ ਕੌਮੇ ਪਾ ਕੇ ਲਾਈਨ ਵਿੱਚ ਪਾਈ ਜੀ ਇਹਨਾਂ ਨੇ। ਤੇ ਰੀਡਿੰਗ ਕੀ ਕਰਦੀ ਆ, ਕੌਮੇ ਪਾ ਕੇ ਵਿੱਚ ਲਾਈਨਾਂ ਲਾਉਂਦੀ ਆ, ਤਾਂ ਕਿ ਬੱਚਾ ਜਦੋਂ ਪੜ੍ਹੇ ਉਹ ਥੋੜਾ ਜਿਹਾ ਕਨਫਿਊਜ਼ ਹੋ ਜਾਵੇ। ਤੁਸੀਂ ਦੇਖਣਾ ਕਿ ਜਿਹੜਾ ਇਹ ਵਰਡ ਲਿਖਿਆ ਪਿਆ ਦਾ ਟਾਰਗੇਟ, ਦੇਖੋ ਟਾਰਗੇਟ ਨਹੀਂ ਸਹਿਮਤ ਹੋਇਆ। ਉਹ ਕੌਮੇ ਵਾਲੀ ਲਾਈਨ ਦਾ ਮਤਲਬ ਹੈ ਕਿ ਜਿਹੜਾ ਇਹ ਟਾਰਗੇਟ ਹੈਗਾ ਜੀ, ਜਿਹੜੀ ਇਹ ਚੀਜ਼ ਆ, ਕਹਿੰਦੇ ਹਾਂਜੀ ਕਿਹਨਾਂ ਦੇ ਦੁਆਰਾ ਕਹਿੰਦੇ ਮੰਨੀ ਗਈ ਸੀਗੀ, ਜਿਹੜੀ ਕਾਉਂਸਲ ਆ ਜੀ, ਜੋ ਯੂਰਪੀਅਨ ਕਾਉਂਸਲ ਆ ਜੀ। ਤੇ ਜਿਹੜਾ ਇਹ ਟਾਰਗੇਟ ਹੈਗਾ ਵਾ, ਹੈਜ਼ ਟੂ ਬੀ ਅਚੀਵਡ। ਹੈਜ਼ ਟੂ ਬੀ ਦਾ ਮਤਲਬ ਕੀ ਹੁੰਦਾ ਜੀ, ਦੇਖੋ ਤੁਸੀਂ ਇੱਕ ਸੈਂਟੈਂਸ ਦੇਖਿਆ ਜੀ, ਹੈਜ਼ ਟੂ ਜਾਂ ਹੈਵ ਟੂ ਦੇ ਨਾਲ ਫਸਟ ਫਾਰਮ ਲੱਗੀ ਦੇਖੀ ਹੈ ਤੁਸੀਂ। ਜਿਵੇਂ ਤੁਸੀਂ ਕਹਿ ਦਵੋ ਕਿ ਜਿਹੜੇ ਸਟੂਡੈਂਟ ਫੋਰਨ ਕੰਟਰੀਜ਼ ਜਾਂਦੇ ਆ, ਦੇ ਹੈਵ ਟੂ ਡੂ ਵਰਕ, ਦੇ ਹੈਵ ਟੂ ਡੂ ਵਰਕ। ਹੁਣ ਇਹਦਾ ਮੀਨਿੰਗ ਕੀ ਨਿਕਲਿਆ ਜੀ, ਇੱਥੇ ਇਹਦਾ ਮੀਨਿੰਗ ਨਿਕਲਿਆ ਕਿ ਦੇ ਹੈਵ ਟੂ ਡੂ ਵਰਕ, ਵੀ ਜਿਹੜੇ ਬੱਚੇ ਫੋਰਨ ਕੰਟਰੀ ਜਾਂਦੇ ਆ ਉਹਨਾਂ ਬੱਚਿਆਂ ਨੂੰ ਕੰਮ ਕਰਨਾ ਪੈਂਦਾ ਵਾ ਜੀ, ਉਹਨਾਂ ਬੱਚਿਆਂ ਨੂੰ ਕੰਮ ਕਰਨਾ ਪੈਂਦਾ ਵਾ। ਦੋ ਚੀਜ਼ਾਂ, ਹੈਜ਼ ਟੂ ਦੇ ਨਾਲ ਫਸਟ ਫਾਰਮ ਲੱਗਣਾ ਜਾਂ ਹੈਵ ਟੂ ਦੇ ਨਾਲ ਫਸਟ ਫਾਰਮ ਲੱਗਣਾ, ਦੋ ਪੋਸੀਬਿਲਿਟੀਜ਼ ਲਈ ਹੋ ਸਕਦਾ। ਇੱਕ ਤਾਂ ਜਾਨੀ ਕਿ ਇਹ ਸੈਂਟੈਂਸ, ਜਾਨੀ ਕਿ ਉਹ ਜਿਹੜੀ ਉਹ ਚੀਜ਼ ਉਹ ਬਹੁਤ ਜ਼ਰੂਰੀ ਆ, ਜਾਂ ਤਾਂ ਉੱਥੇ ਲੱਗਦਾ ਹੁੰਦਾ ਜਿਹੜੀ ਚੀਜ਼ ਬਹੁਤ ਜ਼ਰੂਰੀ ਹੋਵੇ, ਜਾਂ ਕਿੱਥੇ ਲੱਗਦਾ ਹੁੰਦਾ ਜਿਹੜੀ ਚੀਜ਼ ਫੋਰਸਫੁਲੀ ਕਰਦੇ ਹੋਈ ਆਪਾਂ। ਜਾਨੀ ਕਿ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਮੈਨੂੰ ਸੁਬਾਹ 4 ਵਜੇ ਉੱਠਣਾ ਪੈਂਦਾ ਵਾ, ਇਹ ਸੈਂਟੈਂਸ ਦੇ ਵਿੱਚ ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਉੱਠਣਾ ਬਹੁਤ ਜ਼ਰੂਰੀ ਆ ਤੁਸੀਂ ਤਾਂ ਉੱਠਦੇ ਹੋ ਜੀ,
ਜਾਂ ਤੁਹਾਡੀ ਮਜਬੂਰੀ ਆ, ਤੁਹਾਨੂੰ ਕੋਈ ਧੱਕੇ ਨਾਲ ਤੁਹਾਨੂੰ ਕੋਈ ਫੋਰਸਫੁਲੀ ਠਾਉਂਦਾ ਵਾ ਜੀ, ਤਾਂ ਇਹ ਡਿਪੈਂਡ ਕਰਦਾ ਵੀ ਇਹ ਕਿਹੜੀ ਸੈਂਸ ਦੇ ਵਿੱਚ ਯੂਜ਼ ਕੀਤਾ ਵਾ। ਜਿਹੜਾ ਜਾਣੀ ਕਿ ਬੋਲਣ ਵਾਲਾ ਹੁੰਦਾ ਉਹਦਾ ਫੇਸ ਵੀ ਦੇਖਿਆ ਜਾਂਦਾ। ਜੇ ਕੋਈ ਬੰਦਾ ਢਿੱਲਾ ਜਿਹਾ ਮੂੰਹ ਬਣਾ ਕੇ ਕਹਿ ਰਿਹਾ ਕਿ ਮੈਨੂੰ ਸੁਬਾਹ 4 ਵਜੇ ਉੱਠਣਾ ਪੈਂਦਾ, ਇਹਦਾ ਮਤਲਬ ਪੱਕਾ ਉਹਨੂੰ ਕੋਈ ਫੋਰਸਫੁਲੀ ਠਾ ਰਿਹਾ ਵਾ ਜੀ। ਤਾਂ ਇੱਥੇ ਹੁਣ ਕੀ ਕਿਹਾ ਜੀ, ਹੁਣ ਦੇਖੋ ਹੈਜ਼ ਟੂ ਤੋਂ ਬਾਅਦ ਚੋਂ ਫਸਟ ਫਾਰਮ ਲੱਗਣਾ। ਹੁਣ ਆਪਣੀ ਰੀਡਿੰਗ 'ਚ ਕੀ ਕੀਤਾ ਪਿਆ ਜੀ, ਰੀਡਿੰਗ 'ਚ ਕੀਤਾ ਪਿਆ ਵਾ ਹੈਜ਼ ਟੂ ਤੋਂ ਬਾਅਦ ਚੋਂ ਬੀ ਲਾਇਆ ਪਿਆ ਜੀ, ਟੂ ਤੋਂ ਬਾਅਦ ਚੋਂ ਬੀ ਲਾਇਆ ਪਿਆ, ਬਾਅਦ ਚੋਂ ਲਾਈ ਪਈ ਆ ਥਰਡ ਫਾਰਮ। ਤੇ ਮੈਂ ਤੁਹਾਨੂੰ ਦੱਸਾਂ ਜੀ ਇਹ ਹੈਜ਼ ਟੂ ਦੀ ਵੌਇਸ ਫਾਰਮੇਸ਼ਨ ਆ, ਨੋਟ ਕਰ ਲਿਓ। ਹੈਜ਼ ਟੂ ਪਲੱਸ ਹੈਵ ਟੂ ਤੋਂ ਬਾਅਦ ਤੁਸੀਂ ਫਸਟ ਫਾਰਮ ਲਾਉਂਦੇ ਹੁੰਦੇ ਸੀਗੇ ਹਮੇਸ਼ਾ। ਜੇ ਤੁਸੀਂ ਇਹ ਚੀਜ਼ ਦਾ ਵੌਇਸ ਬਣਾਉਣਾ ਹੋਵੇ ਤੁਸੀਂ ਹੈਵ ਟੂ ਤੋਂ ਬਾਅਦ ਚੋਂ ਪਹਿਲਾਂ ਬੀ ਲਾਓਗੇ, ਬਾਅਦ ਚੋਂ ਤੁਸੀਂ ਕੀ ਲਾਓਗੇ ਜੀ, ਥਰਡ ਫਾਰਮ ਲਾਓਗੇ। ਮੰਨ ਕੇ ਚਲੋ ਤੁਸੀਂ ਇੱਥੇ ਕਹਿ ਰਹੇ ਹੋ ਤੁਸੀਂ ਮੰਨ ਕੇ ਚਲੋ ਕਹਿ ਰਹੇ ਹੋ ਜੀ, ਕੋਈ ਵੀ ਆਪਾਂ ਸੈਂਟੈਂਸ ਚੈੱਕ ਕਰ ਲਈਏ, he has to do this work, ਕੋਈ ਉਹਨੂੰ ਯਾਨੀ ਕਿ ਇਹ ਕੰਮ ਕਰਨਾ ਪੈਂਦਾ ਵਾ ਜੀ। ਹੁਣ ਤੁਸੀਂ ਇਹਦਾ ਵਾਇਸ ਬਣਾਉਣ ਲੱਗੇ ਹੋ, this work has to be done, ਬਈ ਜਿਹੜਾ ਇਹ ਕੰਮ ਆ ਇਹਨੂੰ ਹੋਣਾ ਪੈਂਦਾ ਵਾ, ਵੀ ਹੁਣ ਕੰਮ ਕਰਨਾ ਕੌਣ ਆ, ਤੁਸੀਂ ਉਹਨੂੰ ਹਾਈਡ ਕਰਤਾ ਜੀ। ਤੁਹਾਡੀ ਰੀਡਿੰਗ ਦੇ ਵਿੱਚ ਵੀ ਕੀ ਹਾਂਜੀ ਕਿਹਾ ਵਾ, ਜੇ ਤੁਸੀਂ ਧਿਆਨ ਨਾਲ ਸੈਂਟੈਂਸ ਨੂੰ ਪੜ੍ਹੋ, ਕਹਿੰਦੇ ਜਿਹੜਾ ਜੀ ਇਹ ਟਾਰਗੇਟ ਆ, ਧਿਆਨ ਨਾਲ ਦੇਖੋ, ਜਿਹੜਾ ਜੀ ਇਹ ਕਹਿੰਦੇ ਟਾਰਗੇਟ ਆ, ਇਹਨੂੰ ਕਹਿੰਦੇ ਹੋਣਾ ਪੈਣਾ ਵਾ ਜੀ, ਕਹਿੰਦੇ ਜਾਨੀ ਕਿ ਗੈਟ ਕਰਨਾ ਪੈਣਾ ਵਾ ਇਹਨੂੰ। ਧਿਆਨ ਨਾਲ ਦੇਖਿਓ, ਇਹ ਜਿਹੜਾ ਟਾਰਗੇਟ ਆ ਇਹਨੂੰ ਕਹਿੰਦੇ ਗੈਟ ਕਰਨਾ ਪੈਣਾ। ਹੁਣ ਦੇਖੋ ਇੱਥੇ ਗੋਟ ਵੀ ਤੁਸੀਂ ਲਾ ਸਕਦੇ ਸੀਗੇ ਜੀ, ਕਹਿੰਦੇ ਜਿਹੜਾ ਟਾਰਗੇਟ ਆ ਇਹਨੂੰ ਕਹਿੰਦੇ ਜੀ ਗੋਟ ਕਰਨਾ ਪੈਣਾ ਵਾ। ਕਿਹੜੀ ਚੀਜ਼ ਦੇ ਨਾਲ ਕਰਨਾ ਪੈਣਾ ਵਾ, ਇੱਕ ਤਾਂ ਕਹਿੰਦੇ ਇੰਟੀਗ੍ਰੇਟਡ ਦਾ ਮਤਲਬ ਹੁੰਦਾ ਇਕੱਠਾ ਕਰਨਾ ਜੀ, ਕਹਿੰਦੇ এনवायरमेंटल ਕੰਸੀਡਰੇਸ਼ਨ ਨੂੰ ਹਾਂਜੀ ਇਕੱਠਾ ਕਰਕੇ ਕਿਹਦੇ ਵਿੱਚ, ਹਾਂਜੀ ਕਮਿਊਨਿਟੀ ਪਾਲਿਸੀਜ਼ ਦੇ ਵਿੱਚ। ਤੇ ਹੋਰ ਕਿਹੜੀ ਚੀਜ਼ ਜੀ, ਦੂਸਰੀ ਚੀਜ਼ ਕਿਹੜੀ, ਕਹਿੰਦੀ ਇੱਕ ਕਹਿੰਦੇ ਸ਼ਿਫਟ ਕਰਨਾ ਪੈਣਾ ਆਪਾਂ ਨੂੰ ਬੈਲੈਂਸ ਬਿਟਵੀਨ ਮੋਡਸ, ਕਿਉਂਕਿ ਹੁਣ ਤਾਂ ਬੈਲੈਂਸ ਨਹੀਂਗਾ, ਹੁਣ ਤਾਂ ਰੋਡ ਟਰਾਂਸਪੋਰਟ ਜ਼ਿਆਦੇ ਆ, ਰੇਲ ਤੇ ਕੋਈ ਧਿਆਨ ਨਹੀਂ ਦੇ ਰਿਹਾ ਜੀ, ਪਬਲਿਕ ਜ਼ਿਆਦੇ ਆ ਜਾਂ ਪ੍ਰਾਈਵੇਟ ਘੱਟ ਆ। ਕਹਿੰਦੇ ਦੋ ਚੀਜ਼ਾਂ ਕਰਨੀਆਂ ਪੈਣੀਆਂ, ਇੱਕ ਤਾਂ ਜੀ ਆਪਾਂ ਨੂੰ ਕੰਸੀਡਰੇਸ਼ਨ, ਆਪਾਂ ਨੂੰ ਨੇਚਰ ਦੇ ਪ੍ਰਤੀ ਜੋ ਕੰਸੀਡਰੇਸ਼ਨ ਹੈਗੀ ਆ ਉਹਨਾਂ ਨੂੰ ਇਕੱਠਿਆਂ ਕਰਨਾ ਪੈਣਾ। ਦੂਜੇ ਨੰਬਰ ਤੇ ਆਪਾਂ ਨੂੰ ਬੈਲੈਂਸ ਵੀ ਸ਼ਿਫਟ ਕਰਨਾ ਪੈਣਾ ਵਾ, ਕਿਹਦਾ ਜੀ, ਜਿਹੜੇ ਮੋਡਸ ਆਫ ਟਰਾਂਸਪੋਰਟ ਹੈਗਾ ਜੀ, ਹਾਂਜੀ ਲਾਈ ਐਟ ਦਾ ਹਾਰਟ ਆਫ ਇਟਸ ਸਟ੍ਰੈਟਜੀ। ਇਹ ਜਿਹੜੀ ਚੀਜ਼ ਹੈ ਹਾਂਜੀ ਕਿੱਥੇ ਲਾਏ ਕਰਦੀ ਹੈ, ਸੈਂਟਰ ਦੇ ਵਿੱਚ ਲਾਏ ਕਰਦੀ ਜੀ ਇਹ ਚੀਜ਼। ਅੱਗੇ ਜਾ ਕੇ ਫਿਰ ਤੁਹਾਨੂੰ ਇੱਕ ਕੋਲੋਕੇਸ਼ਨ ਦੇਖਣ ਨੂੰ ਮਿਲੀ ਜੀ, ਆਬਜੈਕਟਿਵ ਦਾ ਮਤਲਬ ਉਹੀ ਟਾਰਗੇਟ ਹੋ ਗਿਆ ਜੀ, ਤੇ ਐਂਬੀਸ਼ੀਅਸ ਦਾ ਮਤਲਬ ਹੁੰਦਾ ਵਾ ਜਾਨੀ ਕਿ ਡਿਜ਼ਾਇਰਡ, ਨੋਟ ਕਰ ਲਓ ਇਹਨੂੰ, ਡਿਜ਼ਾਇਰਡ ਜਿਹੜੀ ਚੀਜ਼ ਆਪਾਂ ਕਰਨੇ ਚਾਹੁੰਦੇ ਹੋਈਏ ਜੀ। ਕਹਿੰਦੇ ਜਿਹੜੇ ਆਬਜੈਕਟਿਵ ਆ, ਕਹਿੰਦੇ ਕਿ ਡਿਜ਼ਾਇਰਡ ਜਿਹੜਾ ਹੈਗਾ ਵਾ, ਕਹਿੰਦੇ ਕੈਨ ਓਨਲੀ ਬੀ ਫੁਲੀ ਅਚੀਵਡ, ਕਹਿੰਦੇ ਜੀ ਪੂਰੀ ਤਰ੍ਹਾਂ ਗੈਟ ਕੀਤਾ ਜਾ ਸਕਦਾ ਵਾ 2020 ਦੇ ਵਿੱਚ ਜੀ। ਕਹਿੰਦੇ ਇਹ ਜਿਹੜੀ ਚੀਜ਼, ਜਿਹੜਾ ਇਹ ਟਾਰਗੇਟ ਹੈਗਾ ਵਾ, ਜਿਹੜਾ ਆਪਾਂ ਚਾਹੁੰਦੇ ਆ, ਕੈਨ ਓਨਲੀ ਬੀ ਫੁਲੀ ਅਚੀਵਡ ਬਾਈ 2020 ਦੇ ਵਿੱਚ ਕਹਿੰਦੇ ਜੀ ਇਹ ਕੀਤਾ ਜਾ ਸਕਦਾ ਜੀ। ਹੁਣ ਤੁਸੀਂ ਧਿਆਨ ਨਾਲ ਦੇਖੋ ਤਾਂ ਵੈਸੇ ਤਾਂ 2020 ਲੰਘ ਚੁੱਕਿਆ ਵਾ, ਕਿਉਂਕਿ ਦੇਖੋ ਜਿਹੜੀਆਂ ਰੀਡਿੰਗਸ ਲਿਖੀਆਂ ਪਈਆਂ ਵਾ ਜੀ, ਹੁਣ ਧਿਆਨ ਨਾਲ ਦੇਖੋ, ਜਦੋਂ ਇਹ ਰਾਈਟਰ ਨੇ ਰੀਡਿੰਗ ਪੀਸ ਆਫ ਰਾਈਟਿੰਗ ਲਿਖਿਆ ਸੀਗਾ, ਉਹ ਇਹਨੇ 2020 ਤੋਂ ਪਹਿਲਾਂ ਲਿਖਿਆ ਸੀਗਾ। ਇੱਥੇ ਮੈਂ ਤੁਹਾਨੂੰ ਮੇਨ ਚੀਜ਼ ਦੱਸਦਾ, ਇੱਕ ਵਾਰੀ ਕੀ ਹੋਇਆ ਸੀਗਾ, ਕਲਾਸ ਦੇ ਵਿੱਚ ਰੀਡਿੰਗ ਚੱਲੀ ਜਾਂਦੀ ਸੀਗੀ, ਉਹਦੇ ਵਿੱਚ ਵੀ 2020 ਲਿਖਿਆ ਪਿਆ ਸੀਗਾ, ਤੇ ਬੱਚੇ ਕਹਿ ਰਹੇ ਸੀਗੇ ਸਾਰੇ ਤਾਂ ਪਾਸਟ ਆ, ਇਹ ਤਾਂ ਲੰਘ ਚੁੱਕਿਆ ਵਾ। ਤਾਂ ਮੈਂ ਉਹਨਾਂ ਨੂੰ ਕੀ ਕਿਹਾ ਕਿ ਹੁਣ ਤੁਸੀਂ ਜਾਨੀ ਕਿ 2022 ਦੇ ਵਿੱਚ, ਇਹਦਾ ਮਤਲਬ ਏਦਾਂ ਨਹੀਂ ਕਿ ਰੀਡਿੰਗ ਦੇ ਵਿੱਚ ਲਿਖਿਆ ਹੋਇਆ ਸਨ ਲੰਘ ਚੁੱਕਿਆ ਜੀ, ਤੁਹਾਡੀ ਰੀਡਿੰਗ ਦੇ ਲਈ ਹਲੇ ਵੀ 2020 ਫਿਊਚਰ ਹੈ ਜੀ। ਕਿਉਂਕਿ ਜਦੋਂ ਇਹ ਪੀਸ ਆਫ ਰਾਈਟਿੰਗ ਲਿਖਿਆ ਗਿਆ ਵਾ, ਇਹ ਰਾਈਟਰ ਨੇ 2020 ਤੋਂ ਪਹਿਲਾਂ ਲਿਖਿਆ ਵਾ, ਤੇ ਉਹ ਆਪਣੀ ਰਾਈਟਿੰਗ ਦੇ ਵਿੱਚ, ਆਪਣੀ ਰੀਡਿੰਗ ਦੇ ਵਿੱਚ ਤਾਂ ਕਰਕੇ 2020 ਨੂੰ ਹਲੇ ਫਿਊਚਰ ਦੱਸ ਰਿਹਾ ਵਾ, ਕਿਉਂਕਿ ਉਹ ਹਲੇ ਹੈਪਨ ਨਹੀਂ ਹੋਇਆ ਜੀ। ਯਾਨੀ ਕਿ ਜੇ ਤੁਸੀਂ ਇਹ ਪੀਸ ਆਫ ਰਾਈਟਿੰਗ ਨੂੰ 2030 ਦੇ ਵਿੱਚ ਵੀ ਪੜ੍ਹੋਗੇ ਤਾਂ ਵੀ ਇਹ ਰੀਡਿੰਗ ਦੇ ਲਈ ਤਾਂ ਜਿਹੜਾ 2020 ਆ ਉਹ ਹਲੇ ਤੱਕ ਫਿਊਚਰ ਹੀ ਰਹੂਗਾ ਜੀ। ਮੈਨੂੰ ਯੈਸ ਔਰ ਨੋ ਦੱਸ ਦਿਓ, ਤੁਹਾਨੂੰ ਇਹ ਚੀਜ਼ ਪਤਾ ਲੱਗ ਗਈ ਜੀ। ਕਈ ਵਾਰੀ ਬੱਚੇ ਨੂੰ ਭੁਲੇਖਾ ਪੈਂਦਾ ਵੀ ਖਣੀ ਹੈ ਪਾਸਟ ਆ, ਪਾਸਟ ਨਹੀਂ ਹੈ ਫਿਊਚਰ ਆ ਜੀ ਰੀਡਿੰਗ ਦਾ। ਕਲੀਅਰ ਹੈ ਨਾ ਜੀ ਸਾਰਿਆਂ ਨੂੰ? ਤੁਸੀਂ ਵੈਸੇ ਨਹੀਂ ਦੇਖ ਕੇ ਲਾ ਦੇਣਾ 2020 ਤਾਂ ਪਾਸਟ ਆ, ਮੈਂ ਇਹਨੂੰ ਨੋਟ ਗਿਵਨ ਲਾ ਦੇਵਾਂ, ਨਹੀਂ ਜੀ, ਤੁਸੀਂ ਉਹ ਲੈਂਗੁਏਜ ਨੋਟ ਕਰਨੀ ਹੈ। ਤਾਂ ਹੀ ਹਲੇ ਤੱਕ ਉਹ ਜਿਹੜਾ ਰਾਈਟਰ ਆ ਉਹ ਕਹਿ ਰਿਹਾ ਵਾ ਕਿ ਜੀ 2020 ਤੱਕ ਇਹ ਚੀਜ਼ ਕੀਤੀ ਜਾ ਸਕਦੀ ਹੈ ਜੀ, ਕਹਿੰਦੇ। ਹਾਂਜੀ ਨੈਕਸਟ ਚੱਲਦੇ ਹਾਂ ਜੀ ਆਪਾਂ, ਨੈਕਸਟ ਕੀ ਕਹਿੰਦੇ ਜੀ ਆਪਾਂ, 2020 ਤੱਕ ਜੀ ਇਹ ਚੀਜ਼ ਕਹਿੰਦੇ ਹੋ ਸਕਦੀ ਹੈ ਜੀ, ਕਹਿੰਦੇ ਬਟ ਕਹਿੰਦੇ ਪ੍ਰਪੋਜ਼ਡ ਮੈਜ਼ਰਸ, ਹਾਂਜੀ
ਪ੍ਰਪੋਜ਼ਡ ਮੈਜ਼ਰਸ ਕਿਹੜੀਆਂ ਹੁੰਦੀਆਂ, ਜਿਹੜੀਆਂ ਪ੍ਰਪੋਜ਼ ਕੀਤੀਆਂ ਜਾ ਚੁੱਕੀਆਂ ਵਾ ਜੀ, ਜਿਹੜੀਆਂ ਦੱਸੀਆਂ ਜਾ ਚੁੱਕੀਆਂ ਵਾ। ਕਹਿੰਦੇ ਜਿਹੜੀਆਂ ਪ੍ਰਪੋਜ਼ਡ ਮੈਜ਼ਰਸ ਆ, ਯਾਨੀ ਕਿ ਨੰਦਲੈਸ, ਹਾਂਜੀ ਨੰਦਲੈਸ ਦਾ ਮਤਲਬ ਹੁੰਦਾ ਫਿਰ ਵੀ, ਨੋਟ ਕਰ ਲਓ ਜੀ ਇਹਨੂੰ, ਇਹਦਾ ਮਤਲਬ ਹੁੰਦਾ ਫਿਰ ਵੀ। ਕਹਿੰਦੇ ਪਰ ਜਿਹੜੀਆਂ ਪ੍ਰਪੋਜ਼ਡ ਮੈਜ਼ਰਸ ਹੈਗੀਆਂ ਉਹ ਤਾਂ ਕਹਿੰਦੇ ਫਿਰ ਵੀ ਇੱਕ ਜ਼ਰੂਰੀ ਸਟੈਪ ਆ ਜੀ। ਕਹਿੰਦੇ ਧਿਆਨ ਨਾਲ ਦੇਖਿਓ ਜੀ। ਹਾਂਜੀ ਹੁਣ ਜੇ ਮੈਂ ਤੁਹਾਨੂੰ ਪੁੱਛਾਂ ਕਿ ਪ੍ਰਪੋਜ਼ਡ ਮੈਜ਼ਰਸ ਕਿਹੜੀਆਂ ਵਾ, ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਕਿਹੜੀਆਂ ਪ੍ਰਪੋਜ਼ਡ ਮੈਜ਼ਰਸ? ਹਾਂਜੀ ਪ੍ਰਪੋਜ਼ਡ ਮੈਜ਼ਰਸ ਕਿਹੜੀਆਂ ਜੀ? ਜੇ ਤੁਸੀਂ ਦੇਖੋ ਇਹਨੂੰ ਰੀਡਿੰਗ ਨੂੰ ਧਿਆਨ ਨਾਲ ਆਪਾਂ ਇੱਥੋਂ ਪੜ੍ਹੀ ਜਾਂਦੇ ਆ ਇਹਨੂੰ, ਤਾਂ ਮੈਨੂੰ ਦੱਸ ਸਕਦੇ ਹੋ ਪ੍ਰਪੋਜ਼ਡ ਮੈਜ਼ਰਸ, ਮੈਜ਼ਰਸ ਹੁੰਦੇ ਆ ਤਰੀਕੇ, ਪ੍ਰਪੋਜ਼ਡ ਹੁੰਦੇ ਜਿਹੜੇ ਕਹਿੰਦੇ ਦੱਸੇ ਜਾ ਚੁੱਕੇ ਆ ਤਰੀਕੇ। ਕਿਹੜੇ ਤਰੀਕੇ ਦੱਸੇ ਸੀਗੇ ਰੀਡਿੰਗ ਨੇ ਹੁਣ? ਜਿਹੜੇ ਉੱਪਰ ਲਿਖੇ ਪਏ ਆ ਜੀ, ਕਿਆ ਵਾਲੀ ਚੀਜ਼, ਤੇ ਦੂਸਰੇ ਨੰਬਰ ਤੇ ਕਹਿੰਦੇ ਜੀ ਬੈਲੈਂਸ ਬਣਾ ਦੋ, ਕਹਿੰਦੇ ਮੋਡਸ ਆਫ ਟਰਾਂਸਪੋਰਟ ਦੇ ਵਿੱਚ। ਇਹ ਦੋ ਤਰੀਕਿਆਂ ਨੂੰ ਕਹਿ ਰਹੇ ਆ ਪ੍ਰਪੋਜ਼ਡ ਮੈਜ਼ਰਸ ਕਹਿ ਰਹੇ ਆ ਜੀ ਇਹਨਾਂ ਨੂੰ, ਕਿ ਜਿਹੜੇ ਦੱਸੇ ਜਾ ਚੁੱਕੇ ਆ ਜੀ। ਕਹਿੰਦੇ ਜਿਹੜੇ ਇਹ ਤਰੀਕੇ ਦੱਸੇ ਜਾ ਚੁੱਕੇ ਆ, ਇਹ ਕਹਿੰਦੇ ਫਿਰ ਵੀ ਇਹ ਤਾਂ ਕਹਿੰਦੇ ਫਸਟ ਸਟੈਪ ਹੀ ਰਹਿਣਗੇ ਇਹਦੀ ਤਰਫ, ਸਸਟੇਨੇਬਲ ਟਰਾਂਸਪੋਰਟੇਸ਼ਨ ਦੀ ਤਰਫ ਜੀ। ਕਹਿੰਦੇ ਵਿਚ ਵਿਲ, ਜਿਹੜੇ ਪੂਰੀ ਚੰਗੀ ਤਰ੍ਹਾਂ ਜੀ ਕਹਿੰਦੇ ਹੋਣਗੇ 30 ਸਾਲਾਂ ਦੇ ਵਿੱਚ, ਯਾਨੀ ਕਿ 2040 ਦੇ ਤੱਕ ਹੋਣਗੇ ਜੀ। ਕਹਿੰਦੇ ਇਹਦਾ ਮਤਲਬ ਹੁੰਦਾ ਚੰਗੀ ਤਰ੍ਹਾਂ ਜੀ, ਕੰਪਲੀਟਲੀ। ਅੱਗੇ ਚੱਲਦੇ ਹਾਂ ਜੀ। ਕਹਿੰਦੇ ਜੇ ਆਪਾਂ 1998 ਦੇ ਵਿੱਚ ਦੇਖੀਏ ਤਾਂ એનર્ਜੀ ਕੰਜ਼ੰਪਸ਼ਨ ਜਿਹੜੀ ਹੈਗੀ ਆ ਟਰਾਂਸਪੋਰਟ ਸਿਸਟਮ ਦੇ ਵਿੱਚ ਵਾਜ਼ ਟੂ ਬਲੇਮ, ਉਹ ਬਲੇਮ ਕੀਤੀ ਗਈ ਸੀਗੀ, ਹਾਂਜੀ ਕਿੰਨੀ, ਯਾਨੀ ਕਿ 28%। ਬਲੇਮ ਕਾਹਦੇ ਲਈ ਕੀਤੀ ਗਈ ਸੀਗੀ? ਕਹਿੰਦੇ ਉਹਨੇ ਕਹਿੰਦੇ CO2 ਨੂੰ ਬਾਹਰ ਛੱਡਿਆ ਸੀ ਜੀ। ਕਹਿੰਦੇ 1998 ਦੇ ਵਿੱਚ ਜੀ ਜੋ ਕਹਿੰਦੇ ਟਰਾਂਸਪੋਰਟ ਜੋ ਕੰਜ਼ਿਊਮ ਕਰਦੇ ਆ એનર્ਜੀ, ਉਹਨੂੰ ਕਹਿੰਦੇ ਬਲੇਮ ਕੀਤਾ ਗਿਆ ਸੀਗਾ ਕਿ ਉਹ 28%, ਹਾਂਜੀ ਜਾਨੀ ਕਿ ਉਹ ਬਲੇਮੇਬਲ ਹੈ ਕਿਹਦੇ ਲਈ? ਜਿਹੜੀ CO2 ਬਾਹਰ ਨਿਕਲੀ ਜੀ। ਕਹਿੰਦੇ ਦਾ ਲੀਡਿੰਗ ਗ੍ਰੀਨ ਹਾਊਸ ਗੈਸ, ਇੱਥੇ ਤੁਸੀਂ ਕੌਮਾ ਪਾ ਕੇ ਵੀ ਦੱਸ ਸਕਦੇ ਸੀ ਬਈ CO2 ਹੈ ਕੀ ਆ? ਲੀਡਿੰਗ ਗ੍ਰੀਨ ਹਾਊਸ ਗੈਸ। ਮਤਲਬ ਕਿ ਇੱਕ ਰਾਈਟਿੰਗ ਦੇ ਵਿੱਚ ਸਟਰਕਚਰ ਹੁੰਦੀ ਹੈ ਜੀ, ਜਦੋਂ ਕੋਈ ਵੀ ਪ੍ਰੋਪਰ ਨਾਉਨ ਆਉਂਦਾ ਵਾ ਤਾਂ ਤੁਸੀਂ ਵਿਦਆਊਟ ਐਨੀ ਗ੍ਰਾਮੈਟਿਕਲ ਰੂਲ ਉਹਨੂੰ ਤੁਸੀਂ ਮੋਡੀਫਾਈ ਕਰ ਸਕਦੇ ਹੋ। ਉਹਦੇ ਵਿੱਚ ਤੁਹਾਨੂੰ ਵਿੱਚ ਜਾਂ ਵਾਜ਼ ਇਦਾਂ ਦੀਆਂ ਚੀਜ਼ਾਂ ਦਾ ਧਿਆਨ ਨਹੀਂ ਰੱਖਣਾ ਪੈਣਾ, ਖਾਸ ਕਰਕੇ ਵਿੱਚ ਦਾ ਨਹੀਂ। ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਤੁਸੀਂ ਸਟਾਰਟਿੰਗ ਦੇ ਵਿੱਚ ਹੀ ਮੰਨ ਕੇ ਚਲੋ ਲਿਖੋ ਜੀ ਤਾਜ ਮਹਿਲ, ਤੁਸੀਂ ਆਪਣੀ ਲਾਈਨ ਦੇ ਸਟਾਰਟਿੰਗ ਦੇ ਵਿੱਚ ਹੀ ਤਾਜ ਮਹਿਲ ਲਿਖਤਾ। ਹੁਣ ਤੁਸੀਂ ਦੱਸਣਾ ਚਾਹੁੰਦੇ ਹੋ ਤਾਜ ਮਹਿਲ ਕੀ ਹੈ ਜੀ, ਤੁਸੀਂ ਡਾਇਰੈਕਟਲੀ ਇੱਥੇ ਕੌਮਾ ਪਾ ਸਕਦੇ ਹੋ, ਕੋਈ ਤੁਹਾਨੂੰ ਵਿੱਚ ਦੈਟ ਕੋਈ ਚੀਜ਼ ਲਾਉਣ ਦੀ ਲੋੜ ਨਹੀਂ ਗੀ। ਤੁਸੀਂ ਤਾਜ ਮਹਿਲ ਤੋਂ ਬਾਅਦ ਚੋਂ ਕੌਮਾ ਹਾਂਜੀ ਪਾਉਣਾ ਵਾ, ਤਾਂ ਤੁਸੀਂ ਇਹਨੂੰ ਇੱਥੇ ਦੱਸ ਸਕਦੇ ਹੋ ਫੇਮਸ ਮੋਨੂਮੈਂਟ। ਮੋਨੂਮੈਂਟ ਕੀ ਹੁੰਦਾ? ਜੋ ਪੁਰਾਣੀ ਬਿਲਡਿੰਗ ਹੁੰਦੀ ਹੈ ਜੀ, ਮੋਨੂਮੈਂਟ। ਫੇਮਸ ਮੋਨੂਮੈਂਟ ਇਨ ਇੰਡੀਆ, ਤੇ ਤੁਹਾਡਾ ਇਹ ਕੌਮਾ ਬੰਦ ਹੋ ਜਾਊਗਾ ਇੱਥੇ, ਬਾਕੀ ਸੈਂਟੈਂਸ ਨੂੰ ਕੋਈ ਫਰਕ ਨਹੀਂ ਪਊਗਾ। ਤਾਜ ਮਹਿਲ ਤੁਸੀਂ ਇੱਥੇ ਲਿਖਿਆ ਹੋਇਆ ਵਾ ਜੋ ਕਿ ਤੁਹਾਡਾ ਸਬਜੈਕਟ ਆ, ਤੇ ਵਰਬ ਤੁਹਾਡੀ ਇੱਥੋਂ ਜਾ ਕੇ ਸਟਾਰਟ ਹੋਣੀ ਸ਼ੁਰੂ ਹੋ ਜਾਊਗੀ। ਯਾਨੀ ਕਿ ਜੋ ਤੁਸੀਂ ਵਿੱਚ ਵਾਲੇ ਵਰਡ ਲਿਖੇ ਕੌਮਾ ਪਾ ਕੇ, ਇਹਦੇ ਲਈ ਤੁਹਾਨੂੰ ਵਿੱਚ ਦੈਟ ਕੋਈ ਵੀ ਚੀਜ਼ ਦਾ ਧਿਆਨ ਰੱਖਣ ਦਾ ਲੋੜ ਨਹੀਂਗਾ ਜੀ। ਸੇਮ ਇੱਦਾਂ ਨੇ ਕੀ ਕੀਤਾ, CO2 ਇੱਕ ਪ੍ਰੋਪਰ ਨਾਉਨ ਆ, CO2 ਇੱਕ ਪ੍ਰੋਪਰ ਨਾਉਨ ਆ, ਉਹਦੇ ਤੋਂ ਬਾਅਦ ਚ ਇੱਦਾਂ ਨੇ ਕੀ ਕੀਤਾ, ਕੌਮਾ ਪਾ ਕੇ ਕੀ ਲਿਖਤਾ ਜੀ, ਦ ਲੀਡਿੰਗ ਗ੍ਰੀਨ ਹਾਊਸ ਗੈਸ। ਲੀਡਿੰਗ ਮੀਨਸ ਨੋਟ ਕਰ ਲਓ ਜੀ, ਲੀਡਿੰਗ ਹੁੰਦੀ ਆ ਮੇਨ, ਲੀਡਿੰਗ ਦਾ ਮਤਲਬ ਹੁੰਦਾ ਮੇਨ। ਕਹਿੰਦੇ ਜੀ ਮੇਨ ਗ੍ਰੀਨ ਹਾਊਸ ਗੈਸ। ਜੇ ਕਹਿੰਦੇ ਆਪਾਂ ਜੋ ਯਾਨੀ ਕਿ ਜੋ ਕਹਿੰਦੇ ਜੋ ਲੇਟੈਸਟ ਐਸਟੀਮੇਸ਼ਨ ਆ ਉਹਨਾਂ ਨੂੰ ਆਪਾਂ ਜੇ ਦੇਖੀਏ ਤਾਂ ਕਹਿੰਦੇ ਜੇ ਕਹਿੰਦੇ ਕੁਝ ਵੀ ਨਾ ਕੀਤਾ ਗਿਆ, ਜੇ ਕਹਿੰਦੇ ਨਥਿੰਗ ਇਜ਼ ਡਨ, ਜੇ ਕਹਿੰਦੇ ਕੁਝ ਵੀ ਨਾ ਕੀਤਾ ਗਿਆ ਟੂ ਰਿਵਰਸ ਦਾ ਟ੍ਰੈਫਿਕ ਗਰੋਥ ਟ੍ਰੈਂਡ, ਵੀ ਟ੍ਰੈਫਿਕ ਗਰੋਥ ਟ੍ਰੈਂਡ ਨੂੰ ਰਿਵਰਸ ਕਰਨ ਦੇ ਲਈ ਜੇ ਕੁਝ ਵੀ ਨਾ ਕੀਤਾ ਗਿਆ ਤਾਂ CO2 ਜਿਹੜਾ ਮਿਸ਼ਨ ਹੈਗਾ ਵਾ ਫॉर ਟਰਾਂਸਪੋਰਟ ਦੇ ਲਈ ਕੈਨ ਬੀ, ਉਹ ਫਿਰ ਹੋਪ ਰੱਖੀ ਜਾ ਸਕਦੀ ਆ ਬਈ ਉਹ ਵਧੂਗਾ ਜੀ। ਉਹ ਕਹਿੰਦੇ ਬਈ ਇਹ ਹਿਸਾਬ ਲਾਇਆ ਜਾ ਸਕਦਾ ਵਾ ਬਈ ਇਹ ਵਧੂਗਾ। ਕਹਿੰਦੇ ਕਿੰਨਾ ਵਧੂਗਾ ਜੀ? ਕਮ ਸੇ ਕਮ 50% ਵਧੂਗਾ ਜੀ। ਕਹਿੰਦੇ ਕਿੱਥੇ ਪਹੁੰਚ ਜਾਣਾ ਵਾ? ਹਾਂਜੀ 1113 ਬਿਲੀਅਨ ਤੇ ਪਹੁੰਚ ਜਾਣਾ। ਕਦੋਂ? 2020 ਦੇ ਵਿੱਚ ਜੀ। ਜੇ ਆਪਾਂ ਕੰਪੇਅਰ ਕਰੀਏ ਕਿਹਦੇ ਨਾਲ, ਜੋ ਕਿ 745 ਬਿਲੀਅਨ ਹੈ ਕਿਹਦੇ ਵਿੱਚ ਜੀ? 1990 ਦੇ ਵਿੱਚ। ਹੁਣ ਇਹ ਤੁਹਾਡੇ ਫਿਰ ਟਾਸਕ 1 ਦੀ ਸਟਰਕਚਰ ਹੈ। ਜਦੋਂ ਤੁਸੀਂ ਲਿਖਦੇ ਹੋ ਤੁਸੀਂ ਇੱਥੇ ਕਹਿ ਸਕਦੇ ਹੋ, ਜੇ ਤੁਸੀਂ ਇਹ ਸਟਰਕਚਰ ਧਿਆਨ ਨਾਲ ਪੜ੍ਹੋ ਜੀ, ਹਾਂਜੀ ਤੁਸੀਂ ਇਹਦੀ ਜਗ੍ਹਾ ਤੇ ਕੁਝ ਵੀ ਲਿਖ ਦਿਓ ਜੀ। ਆਹ ਤੁਸੀਂ ਕੱਟ ਦਿਓ, ਮੰਨ ਕੇ ਚਲੋ ਮੂਹਰਲੀ ਲਾਈਨਾਂ ਵਾਲੀ। ਤੁਸੀਂ ਇੱਥੇ ਕੈਨ ਬੀ ਤੋਂ ਪਹਿਲਾਂ ਕੀ ਲਿਖੋ,
ਮੰਨ ਕੇ ਲਓ ਦ ਸੇਲ ਆਫ ਯਾਨੀ ਕਿ ਜਿਹਦੀ ਵੀ ਹੈਗੀ ਆ ਸੇਲ ਆ, ਚਾਹੇ ਕੰਜੰਪਸ਼ਨ ਆ ਜੀ, ਚਾਹੇ ਟੈਂਪਰੇਚਰ ਤੇ ਤੁਹਾਨੂੰ ਪਾਇਆ ਗ੍ਰਾਫ ਕੇ ਜੀ ਫਿਊਚਰ 'ਚ ਟੈਂਪਰੇਚਰ ਕਿੰਨਾ ਹੋਣ ਦੀ ਸੰਭਾਵਨਾ ਹੈਗੀ ਆ, ਤਾਂ ਤੁਸੀਂ ਕਹਿ ਸਕਦੇ ਹੋ ਜੀ ਦ ਟੈਂਪਰੇਚਰ ਕੈਨ ਬੀ ਬਟ ਸੇਮ ਵਰਡ ਲਾਓਗੇ ਜੀ, ਟੂ ਤੋਂ ਦੱਸ ਦਿਓ ਗ੍ਰਾਫ 'ਚ ਦੇਖਿਓ ਕਿ ਉਹ ਫਿਊਚਰ ਦੇ ਵਿੱਚ ਵਾਧਾ ਹੋਇਆ ਕਿ ਘਟਦਾ ਹੋਇਆ। ਤੁਸੀਂ ਕਹਿ ਸਕਦੇ ਹੋ ਜਿਹੜੀ ਸੇਲ ਆਫ ਕਾਮਿਕ ਬੁੱਕਸ ਆ ਇਹ ਦੇਖਿਆ ਗਿਆ, ਹਿਸਾਬ ਲਾਇਆ ਗਿਆ ਵੀ ਉਹ ਵੱਧ ਸਕਦੀ ਆ, ਤੁਸੀਂ ਕੈਨ ਲਾ ਸਕਦੇ ਹੋ ਕਿਉਂਕਿ ਉਹ ਗ੍ਰਾਫ ਦੇ ਵਿੱਚ ਫਿਊਚਰ ਪੋਸੀਬਿਲਿਟੀ ਹੈ ਨਾ। ਤਾਂ ਤੁਸੀਂ ਕੀ ਕਿਹਾ ਜੀ ਜਿਹੜੀ ਸੇਲ ਆਫ ਕਾਮਿਕ ਬੁੱਕਸ ਆ ਕੈਨ ਵੀ ਉਹ ਹਿਸਾਬ ਲਾਇਆ ਗਿਆ ਵੀ ਉਹ ਵਧੂਗੀ ਜੀ, ਕਹਿੰਦੇ ਬਾਏ ਲਾ ਕੇ ਬਾਅਦ ਚੋਂ ਜਿੰਨੇ ਨਾਲ ਵੀ ਵਧੂਗੀ ਉਹ ਤੁਸੀਂ ਉੱਥੇ ਲਿਖ ਸਕਦੇ ਹੋ ਜੀ। ਬਣੀ ਤਨੀ ਸਟਰਕਚਰ ਤੁਹਾਡੇ ਟਾਸਕ 1 ਦੇ ਵਿੱਚ ਆ ਜਾਣੀ ਜੀ। ਤੇ ਨਾਲ ਜੇ ਤੁਸੀਂ ਪਿਛਲੇ ਨਾਲ ਕੰਪੇਅਰ ਕਰਨਾ ਵਾ, ਹੁਣ ਤੁਸੀਂ 2025 ਦਾ ਦੱਸਣ ਲੱਗੇ ਹੋ ਪ੍ਰੈਡਿਕਸ਼ਨ, ਤੁਸੀਂ 20 ਦੇ ਨਾਲ ਕੰਪੇਅਰ ਕਰੀ ਜਾਂਦੇ ਹੋ ਜੀ, ਤਾਂ ਤੁਸੀਂ ਕਹੋਗੇ ਜੀ ਕਿ ਜਿਹੜੀ ਉਹ ਸੇਲ ਆਫ ਕਾਮਿਕ ਬੁੱਕਸ ਆ ਜੀ ਵੀ ਹਿਸਾਬ ਲਾਇਆ ਕਿ ਉਹ ਹਾਂਜੀ ਵੱਧ ਸਕਦੀ ਆ ਬਾਏ 50% ਦੇ ਨਾਲ ਜੀ। ਬਾਏ ਹੁਣ ਤੁਸੀਂ ਲਿਖੋਗੇ 2022, ਹੁਣ ਤੁਸੀਂ 2020 ਨਾਲ ਪਿੱਛੇ ਕੰਪੇਅਰ ਕਰਨਾ ਵਾ ਤਾਂ ਲਿਖ ਦਿਓ ਕੰਪੇਅਰਡ ਵਿਦ, ਪਹਿਲਾਂ 2020 ਦਾ ਡਾਟਾ ਲਿਖੋ ਵੀ 2022 ਦੇ ਵਿੱਚ ਡਾਟਾ ਕਿੰਨਾ ਸੀ, ਬਾਅਦ ਚੋਂ ਰਿਕਾਰਡਡ ਵਰਡ ਵੀ ਲਾਓ, ਬਾਅਦ ਚੋਂ ਪ੍ਰੈਪੋਜੀਸ਼ਨ ਵੀ ਲਾਓ ਤੇ ਬਾਅਦ ਚੋਂ 2020 ਵੀ ਲਿਖ ਦਿਓ। ਬਣੀ ਤਨੀ ਸਟਰਕਚਰ ਤੁਹਾਡੇ 2 ਸਾਲਾਂ ਨੂੰ ਕੰਪੇਅਰ ਕਰ ਸਕਦੀ ਆ ਫਿਊਚਰ ਤੇ ਪਾਸਟ ਵਾਲੇ ਨੂੰ। ਜਦੋਂ ਤੁਸੀਂ ਰੀਡਿੰਗ ਕਰਦੇ ਹੁੰਦੇ ਹੋ ਭਾਵੇਂ ਥੋੜਾ ਪੜ੍ਹੋ ਬਟ ਕੁਆਲਿਟੀ ਵਾਲਾ ਪੜ੍ਹੋ ਕਿ ਮੈਂ ਜਿਹੜੀ ਆ ਚੀਜ਼ ਪੜ੍ਹੀ ਜਾਂਦਾ ਵਾ ਮੈਂ ਇਹਨੂੰ ਯੂਜ਼ ਕਿੱਥੇ ਕਰ ਸਕਦਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਟਰਾਂਸਲੇਟ ਕਰਦਾ ਹੁੰਦਾ ਸੀ, ਮੰਨ ਕੇ ਚਲੋ ਮੈਂ ਟਰਾਂਸਲੇਟ ਕਰੀ ਜਾਂਦਾ ਵਾ, ਮੈਂ ਵੈਸੇ ਟਰਾਂਸਲੇਟ ਕਰੀ ਜਾਂਦਾ ਵਾ ਬਟ ਮੈਂ ਉਹਦੇ ਵਿੱਚੋਂ ਕੋਈ ਵੀ ਯਾਨੀ ਕਿ ਇਹ ਸੋਚਿਆ ਨਹੀਂਗਾ ਕਿ ਮੈਂ ਆਹ ਵਾਲੇ ਵਰਡ, ਆਹ ਕੋਲੋਕੇਸ਼ਨ, ਆਹ ਵਾਲੀ ਸਟਰਕਚਰ, ਆਹ ਵਾਲਾ ਰੂਲ ਕਿੱਥੇ ਯੂਜ਼ ਕਰ ਸਕਦਾ। ਜੇ ਮੈਂ ਨਹੀਂ ਸੋਚਿਆ ਸਮਝ ਲਓ ਮੈਂ ਆਪਣਾ ਟਾਈਮ ਵੇਸਟ ਕਰਤਾ ਜੀ ਸਾਰਾ, ਉਹ ਟਰਾਂਸਲੇਟ ਕੀਤੀ ਦਾ ਕੋਈ ਫਾਇਦਾ ਨਹੀਂ ਨਿਕਲਿਆ ਕਿਉਂਕਿ ਉਹਦੇ ਵਿੱਚੋਂ ਮੈਂ ਜਿੰਨੇ ਵਰਡ ਸਿੱਖੇ ਫਾਇਦਾ ਹੀ ਕੋਈ ਨਹੀਂ ਜਦੋਂ ਮੈਂ ਉਹ ਯੂਜ਼ ਹੀ ਨਹੀਂ ਕਰ ਸਕਿਆ ਕਿਤੇ, ਜਾਂ ਉਹਦੇ ਵਿੱਚੋਂ ਮੈਂ ਜਿਹੜਾ ਰੂਲ ਸਿੱਖਿਆ ਮੈਂ ਕਿਤੇ ਲਾ ਹੀ ਨਹੀਂ ਸਕਿਆ ਉਹ, ਤਾਂ ਸਮਝ ਲਓ ਵੇਸਟ ਆਫ ਟਾਈਮ ਹੈ। ਮੈਂ ਕੀ ਕਰਦਾ ਹੁੰਦਾ ਸੀ, ਮੈਂ ਟਰਾਂਸਲੇਟ ਕਰਦਾ ਹੁੰਦਾ ਸੀ ਥੋੜੀ ਜਿਹੀ ਚੀਜ਼, ਜਿਵੇਂ ਸਿੰਗਲ ਪੈਰਾ ਚੱਕ ਲਿਆ, ਸਿੰਗਲ ਪੈਰੇ ਦੇ ਵਿੱਚੋਂ ਮੈਂ ਵਰਡ ਕੋਲੋਕੇਸ਼ਨ ਜਿਵੇਂ ਹੈਜ਼ ਟੂ ਬੀ ਪਲੱਸ ਥਰਡ ਫਾਰਮ, ਜਦੋਂ ਮੈਂ ਖੁਦ ਸਟੂਡੈਂਟ ਸੀਗਾ ਜਦੋਂ ਮੈਂ ਦੇਖਣਾ ਕਿ ਹੈਜ਼ ਟੂ ਨਾਲ ਬੀ ਲਾਇਆ ਪਿਆ ਨਾਲ ਥਰਡ ਫਾਰਮ ਲਾਈ ਪਈ ਆ, ਮੈਨੂੰ ਏਦਾਂ ਹੁੰਦਾ ਸੀ ਕਿ ਮੈਂ ਇੱਕ ਨਵਾਂ ਰੂਲ ਸਿੱਖ ਲਿਆ ਅੱਜ, ਤਾਂ ਮੈਂ ਨਾਲ ਦੀ ਨਾਲ ਹੀ YouTube ਉੱਪਰ ਜਾਂਦਾ ਹੁੰਦਾ ਸੀ, YouTube ਤੇ ਜਾ ਕੇ ਸਰਚ ਮਾਰਨਾ ਹਾਊ ਟੂ ਯੂਜ਼ ਹੈਜ਼ ਟੂ ਬੀ ਪਲੱਸ ਥਰਡ ਫਾਰਮ, ਮੈਂ ਉਹ ਟਾਈਟਲ ਦੇ ਵਿੱਚ ਲਿਖ ਦੇਣਾ ਤੇ ਜਿੱਥੇ ਵੀ ਉੱਥੇ ਪਹਿਲਾ ਜਾਂ ਦੂਜਾ ਟੀਚਰ ਜੋ ਵੀ ਉੱਥੇ YouTube ਤੇ ਹੁੰਦੇ ਸੀ ਉਹਨਾਂ ਤੋਂ ਮੈਂ ਉਹ ਰੂਲ ਸਿੱਖ ਲੈਂਦਾ ਹੁੰਦਾ ਸੀ। ਫੋਰ ਐਗਜ਼ਾਮਪਲ ਮੈਂ ਬਣਾ ਲੈਣੀ ਆ ਤੇ ਬਾਅਦ ਚ ਮੈਨੂੰ ਪਤਾ ਲੱਗ ਗਿਆ ਨਾ ਵੀ ਇਹ ਰੂਲ ਦਾ ਮਤਲਬ ਕੀ ਆ, ਕਿੱਥੇ ਯੂਜ਼ ਹੁੰਦਾ, ਤੇ ਜਦੋਂ ਬਾਅਦ ਚੋਂ ਮੈਂ ਉਹ ਰੀਡਿੰਗ ਦੇ ਵਿੱਚ ਸੈਕੰਡ ਟਾਈਮ ਕਦੇ ਦੇਖਦਾ ਹੁੰਦਾ ਸੀਗਾ ਤੇ ਮੈਨੂੰ ਉਹਦੇ ਬਾਰੇ ਪਤਾ ਹੁੰਦਾ ਸੀ ਵੀ ਹੁਣ ਇਹ ਲਾਈਨ ਦਾ ਮੈਂ ਮਤਲਬ ਕੀ ਕੱਢਣਾ। ਤੁਹਾਨੂੰ ਥੋੜੀਆਂ ਜਿਹੀਆਂ ਟੱਕਰਾਂ ਜ਼ਰੂਰ ਮਾਰਨੀਆਂ ਪੈਣੀਆਂ ਵਾ, ਟੈਨਸ਼ਨ ਲੈ ਕੇ ਨਹੀਂ ਮਾਰਨੀਆਂ, ਕਿ ਬਰਡਨ ਲੈ ਕੇ ਨਹੀਂ ਮਾਰਨੀ, ਇਹ ਚੀਜ਼ਾਂ ਹੁੰਦੀਆਂ ਫ੍ਰੀ ਮਾਈਂਡਡ ਕਰਨ ਵਾਲੀਆਂ। ਜਦੋਂ ਤੁਸੀਂ ਪੜ੍ਹ ਕੇ ਕਿਤਾਬਾਂ ਰੱਖਦੇ ਹੋ ਫਿਰ ਤੁਸੀਂ ਇਹ ਚੀਜ਼ਾਂ ਲਈ ਬੁੱਕਸ ਚੱਕਦੇ ਹੋ ਦੂਰੀ ਹਰੀ ਜੀ। ਤੁਸੀਂ ਕੀ ਕਰਦੇ ਹੋ, ਤੁਸੀਂ ਟਰਾਂਸਲੇਟ ਕਰਨ ਬਹਿੰਦੇ ਹੋ ਪੂਰਾ ਡੈਡੀਕੇਟਡ, ਪੂਰਾ ਸੀਰੀਅਸ ਹੋ ਕੇ, ਜਿਹੜੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਮਜ਼ੇ ਲੈ ਕੇ ਕੀਤੀਆਂ ਜਾਂਦੀਆਂ ਹੁੰਦੀਆਂ, ਸੀਰੀਅਸ ਹੋ ਕੇ ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ। ਮੇਰਾ ਜਦੋਂ ਜੀ ਕਰਦਾ ਹੁੰਦਾ ਸੀ ਮੈਂ ਟਰਾਂਸਲੇਟ ਕਰ ਲੈਂਦਾ ਹੁੰਦਾ ਸੀ, ਜਦੋਂ ਜੀ ਕਰਦਾ ਹੁੰਦਾ ਸੀ ਮੈਂ ਬੁੱਕ ਨੂੰ ਬੰਦ ਕਰ ਦਿੰਦਾ ਹੁੰਦਾ ਸੀ। ਕੋਈ ਟੈਨਸ਼ਨ ਜਾਂ ਕੋਈ ਸਟ੍ਰੈਸ ਨਹੀਂ ਸੀ ਵੀ ਮੈਂ ਬੈਠ ਕੇ 3 ਘੰਟੇ ਟਰਾਂਸਲੇਟ ਹੀ ਕਰੀ ਜਾਵਾਂ, ਨਹੀਂ ਜੀ। ਜੇ ਮੇਰਾ ਜੀ ਕੀਤਾ ਤਾਂ ਮੈਂ 15 ਮਿੰਟ ਹੀ ਲਾਉਣੇ ਆ ਬਸ ਪੈਰਾਗ੍ਰਾਫ 1 ਤੇ, ਬਸ ਉਹ ਚੋਂ ਕੋਲੋਕੇਸ਼ਨ ਸਿੱਖ ਲਈ ਇੱਕ ਅੱਧੀ, ਰੂਲ ਜਾ ਕੇ ਸਰਚ ਮਾਰ ਲਿਆ YouTube ਤੇ ਜਾ ਵੜੇ, ਬਸ ਆਹ ਚੀਜ਼ਾਂ ਜਿੱਥੋਂ ਜਿੱਥੋਂ ਰੈਂਡਮ ਜਾ ਕੇ ਤੁਸੀਂ ਸਿੱਖ ਸਕਦੇ ਹੋ ਸਿੱਖਣਾ ਜੀ। ਬਸ ਅੱਗੇ ਚੱਲਦੇ ਹਾਂ ਤਾਂ ਅੱਗੇ ਆਪਾਂ ਨੂੰ ਕੀ ਕਹਿੰਦੇ ਹਨ, ਕਹਿੰਦੇ ਕਿ ਵੰਸ ਅਗੇਨ, ਕਹਿੰਦੇ ਇੱਕ ਵਾਰ ਫਿਰ ਕਹਿੰਦੇ ਰੋਡ ਟਰਾਂਸਪੋਰਟ ਮੇਨ ਕਲਪਰੇਟ ਆ। ਇੱਥੇ ਕਲਪਰੇਟ ਦਾ ਮਤਲਬ ਹੈਗਾ ਵਾ ਦੋਸ਼ੀ, ਇੱਥੇ ਕਲਪਰੇਟ ਦਾ ਮਤਲਬ ਆ ਦੋਸ਼ੀ, ਕਿਉਂਕਿ ਜੋ ਕਲਪਰੇਟ ਆ ਤੇ ਯਾਨੀ ਕਿ ਕ੍ਰਿਮੀਨਲ ਦਾ ਸਰਨਮ ਆ ਜੀ। ਕਹਿੰਦੇ ਜੀ ਫਿਰ ਇੱਕ ਵਾਰ ਕਹਿੰਦੇ ਰੋਡ ਟਰਾਂਸਪੋਰਟ ਦੋਸ਼ੀ ਹੈ ਜੀ। ਕਹਿੰਦੇ ਅੱਛਾ ਕਿਹੜੀ ਚੀਜ਼ ਦਾ ਦੋਸ਼ੀ ਆ, ਇੱਥੇ ਜਿਹੜਾ ਇੱਥੇ ਇਹਨਾਂ ਨੇ ਹੁਣ ਸਿੰਸ ਲਾਇਆ ਵਾ, ਸਿੰਸ 2 ਸੈਂਟੈਂਸਸ ਨੂੰ ਜੋੜਨ ਦਾ ਕੰਮ ਕਰ ਰਿਹਾ ਵਾ, ਸਿੰਸ ਤੋਂ ਬਾਅਦ ਤੋਂ ਫਿਰ ਸਬਜੈਕਟ ਸਟਾਰਟ ਹੋ ਰਿਹਾ ਵਾ, ਇਹਦਾ ਮਤਲਬ ਇੱਥੇ ਦਾ ਮਤਲਬ ਹੈਗਾ ਜੀ ਬਿਕੋਜ਼, ਇੱਥੇ ਦਾ ਮਤਲਬ ਬਿਕੋਜ਼। ਵੈਸੇ ਰੀਡਿੰਗ ਗ੍ਰਾਮਰ ਦੇ ਰੂਲ ਨੂੰ ਥੋੜਾ ਜਿਹਾ ਤੋੜਦੀ ਆ ਕਿਉਂਕਿ ਸਿੰਸ ਨੂੰ ਮਿਡਲ ਚ ਨਹੀਂ ਲਾਇਆ ਜਾ ਸਕਦਾ ਹੁੰਦਾ, ਸਿੰਸ ਨੂੰ ਸਟਾਰਟਿੰਗ ਚ ਲਾਇਆ ਜਾ ਸਕਦਾ ਹੁੰਦਾ, ਪਰ ਮੈਂ ਤੁਹਾਨੂੰ ਕਿਹਾ ਸੀ ਕਿ ਰੀਡਿੰਗ ਕਈ ਵਾਰੀ ਕੁਝ ਚੀਜ਼ਾਂ ਨੂੰ ਫੋਲੋ ਨਹੀਂ ਕਰਦੀ ਜੀ। ਤੇ ਕੀ ਕਹਿੰਦੇ ਜੀ, ਕਹਿੰਦੇ ਰੋਡ ਟਰਾਂਸਪੋਰਟ ਇੱਕ ਵਾਰ ਫਿਰ ਕਹਿੰਦੇ ਮੇਨ ਦੋਸ਼ੀ ਹੈ ਜੀ। ਕਹਿੰਦੇ ਕਿਉਂਕਿ
ਕਿਉਂਕਿ ਕਹਿੰਦੇ ਜੀ ਇਹ ਕੱਲਾ ਹੀ ਜਿਹੜਾ ਹੈਗਾ ਵਾ ਨਾ, ਹਾਂਜੀ ਹਾਂਜੀ, ਕਾਊਂਟਸ ਫॉर ਦਾ ਮਤਲਬ ਗਿਣਿਆ ਜਾਂਦਾ ਵਾ, ਹਾਂਜੀ ਕਾਊਂਟਸ ਫॉर ਦਾ ਮਤਲਬ ਗਿਣਿਆ ਜਾਂਦਾ ਵਾ। ਕਹਿੰਦੇ ਕਿਉਂਕਿ ਇਹ ਕੱਲਾ ਹੀ ਕਿੰਨਾ ਗਿਣਿਆ ਜਾਂਦਾ ਵਾ, 84% ਗਿਣਿਆ ਜਾਂਦਾ ਵਾ CO2। ਦੇਖੋ ਹੁਣ ਗੱਲਾਂ ਕਿਹਦੀਆਂ ਹੋ ਰਹੀਆਂ, ਗੱਲਾਂ ਹੋ ਰਹੀਆਂ ਸੀਗੀਆਂ ਜੀ ਕਿ ਟਰਾਂਸਪੋਰਟ ਨੂੰ ਬਲੇਮ ਕੀਤਾ ਜਾ ਰਿਹਾ ਬਈ ਇਹ ਕਾਰਬਨ ਡਾਈਆਕਸਾਈਡ ਸਭ ਤੋਂ ਜ਼ਿਆਦਾ ਛੱਡਦਾ ਵਾ। ਬਈ CO2 ਜੇ ਆਪਣੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਉਂਦੀ ਆ, ਉਹ ਕਿੱਥੋਂ ਆਉਂਦੀ ਆ, ਉਹ ਵਹੀਕਲਸ ਚ ਆਉਂਦੀ ਆ। ਹੁਣ ਨੀਚੇ ਆ ਕੇ ਕਹਿ ਰਹੇ ਫਿਰ ਕੀ ਕੀਤਾ, ਫਿਰ ਫਿਊਚਰ ਦੀ ਪੋਸੀਬਿਲਿਟੀ ਵਾਲੀ ਜਾ ਵੜੇ ਜੀ। ਕਹਿੰਦੇ ਜੀ 2040 ਤੱਕ ਦੇਖੀਏ ਤਾਂ ਬਹੁਤ ਜ਼ਿਆਦਾ CO2 ਵਧਣ ਲੱਗ ਗਿਆ ਨਹੀਂ। ਫਿਰ ਹੁਣ ਕੀ ਕਿਹਾ, ਕਹਿੰਦੇ ਜੀ ਇੱਥੇ ਵੀ ਕਹਿੰਦੇ ਹੁਣ ਇੱਕ ਵਾਰੀ ਫਿਰ ਕਹਿੰਦੇ ਰੋਡ ਟਰਾਂਸਪੋਰਟ ਨੂੰ ਦੋਸ਼ੀ ਠਹਿਰਾਇਆ ਗਿਆ। ਕਿਉਂਕਿ ਦੇਖੋ ਰੇਲ, ਜੇ ਤੁਸੀਂ ਰੋਡ ਟਰਾਂਸਪੋਰਟੇਸ਼ਨ ਦੇ ਕੰਪੈਰੀਜ਼ਨ ਰੇਲ ਦੀ ਤੁਲਨਾ ਕਰੋ ਤਾਂ ਰੇਲ ਤਾਂ ਬਹੁਤ ਘੱਟ ਆ ਤੇ ਰੋਡ ਟਰਾਂਸਪੋਰਟੇਸ਼ਨ ਦੁਨੀਆ ਤੇ ਬਹੁਤ ਜ਼ਿਆਦਾ ਵਾ। ਤਾਂ ਕਰਕੇ CO2 ਜ਼ਿਆਦਾ ਕੌਣ ਬਾਲੂਗਾ, ਰੇਲ ਬਾਲੂਗੀ ਕਿ ਆਪਣਾ ਨਹੀਂ ਕਿ ਰੋਡ ਟਰਾਂਸਪੋਰਟੇਸ਼ਨ ਬਾਲੂਗਾ। ਹੁਣ ਇਹਦੇ ਵਿੱਚੋਂ ਦੇਖੋ ਤੁਹਾਡੀਆਂ ਥਾਟਸ ਵੀ ਡਿਵੈਲਪ ਹੁੰਦੀਆਂ ਨਾ। ਜੇ ਮੈਂ ਤੁਹਾਨੂੰ ਕਹਾਂ ਕਿ ਜੀ CO2 ਜਿਹੜੀ ਹੈਗੀ ਉਹ ਜ਼ਿਆਦਾਤਰ ਕਿਹਨਾਂ ਤੋਂ ਆਉਂਦੀ ਹੈ, ਤੁਸੀਂ ਕਹੋਗੇ ਸਾਰੇ ਰੋਡ ਟਰਾਂਸਪੋਰਟੇਸ਼ਨ ਤੋਂ ਹੁੰਦੀ ਜ਼ਿਆਦਾਤਰ। ਤਾਂ ਤੁਸੀਂ ਸਪੈਸੀਫਿਕ ਹੋ ਕੇ ਦੱਸ ਰਹੇ ਹੋ ਮੈਨੂੰ, ਟਰਾਂਸਪੋਰਟੇਸ਼ਨ ਨਹੀਂ ਕਹਿ ਰਹੇ ਬਲਕਿ ਰੋਡ ਟਰਾਂਸਪੋਰਟੇਸ਼ਨ ਕਹਿ ਰਹੇ ਹੋ ਤੁਸੀਂ। ਹਾਂਜੀ ਓਕੇ ਜੀ, ਗਾਂ ਚੱਲਦੇ ਜੀ ਆਪਾਂ ਅੱਗੇ। ਇਹਨਾਂ ਨੇ ਆਪਾਂ ਨੂੰ ਕਿਹਾ ਜੀ ਕਿ ਹਾਂਜੀ ਜਿਹੜਾ ਕਹਿੰਦੇ ਮੇਨ ਦੋਸ਼ੀ ਹੈ ਜੀ ਕਹਿੰਦੇ ਰੋਡ ਟਰਾਂਸਪੋਰਟੇਸ਼ਨ ਆ। ਕਹਿੰਦੇ ਕਿਉਂਕਿ ਉਹ ਕੱਲਾ ਹੀ ਕਹਿੰਦੇ 84% ਮੰਨਿਆ ਜਾਂਦਾ ਵਾ। ਇੱਕ ਮਿੰਟ ਮੈਂ ਰੀਡਿੰਗ ਨੂੰ ਦੁਬਾਰਾ ਖੋਲਦਾ ਜੀ। ਹਾਂਜੀ ਤਾਂ ਕੀ ਕਹਿੰਦੇ ਜੀ ਹੁਣ ਇੱਥੇ ਆਪਾਂ ਨੂੰ, ਹਾਂਜੀ ਤਾਂ 84% ਕਹਿੰਦੇ CO2 ਨੂੰ ਬਾਹਰ ਕੱਢਦਾ ਐਟਰੀਬਿਊਟੇਬਲ ਟੂ ਟਰਾਂਸਪੋਰਟ, ਜਿਹੜਾ ਕਿ ਯੋਗਦਾਨ ਪਾਉਂਦਾ ਜੀ ਕਹਿੰਦੇ ਟਰਾਂਸਪੋਰਟ ਦੇ ਵਿੱਚ ਜੀ ਕਹਿੰਦੇ। ਹਾਂਜੀ ਐਟਰੀਬਿਊਟ ਦਾ ਮਤਲਬ ਹੁੰਦਾ ਕਿ ਕਿਸੇ ਦੇ ਸਿਰਾ ਬਣਨਾ ਜੀ ਕਹਿੰਦੇ, ਜੋ ਕਿ ਕਹਿੰਦੇ ਕਿਹਦੀ ਤਰਫ ਕਹਿੰਦੇ ਯਾਨੀ ਕਿ ਆਪਾਂ ਕਹਿੰਦੇ ਕਿ ਰੈਫਰੈਂਸ ਦਿੰਦਾ ਵਾ ਟਰਾਂਸਪੋਰਟ ਦੇ ਪ੍ਰਤੀ ਜੀ ਕਹਿੰਦੇ। ਯੂਜ਼ਿੰਗ, ਅੱਛਾ ਅਲਟਰਨੇਟਿਵ ਦਾ ਮਤਲਬ ਹੁੰਦਾ ਵਾ ਹੋਰ, ਅਲਟਰਨੇਟਿਵ ਦਾ ਮਤਲਬ ਹੁੰਦਾ ਦੂਜੇ। ਕਹਿੰਦੇ ਜੇ ਆਪਾਂ ਦੂਸਰੇ ਫਿਊਲਸ ਯੂਜ਼ ਕਰੀਏ ਜੀ, ਕਹਿੰਦੇ ਜੇ ਆਪਾਂ ਦੂਸਰੇ ਫਿਊਲ ਯੂਜ਼ ਕਰੀਏ ਤੇ ਜੇ ਆਪਾਂ ਵਧਾ ਦਈਏ ਕਿਹੜੀ ਜਿਹੜੀ ਐਫੀਸ਼ੀਐਂਸੀ ਹੁੰਦੀ ਆ ਕਹਿੰਦੇ 10, ਫਿਰ ਕਹਿੰਦੇ ਕੀ ਹੋਊਗਾ, ਕਹਿੰਦੇ ਬੋਥ ਨੇ ਇਕੋਲੋਜੀਕਲ ਨੈਸੈਸਿਟੀ ਤੇ ਟੈਕਨੋਲੋਜੀਕਲ ਚੈਲੰਜ। ਧਿਆਨ ਨਾਲ ਦੇਖਿਓ ਜੀ, ਇਕੁਇਡ ਕਰਦੇ ਆਪਾਂ। ਹਾਂਜੀ ਕਹਿੰਦੇ ਜੀ ਦੂਸਰੇ ਫਿਊਲ ਯੂਜ਼ ਕਰਨਾ ਤੇ ਕਹਿੰਦੇ ਜੀ ਵਧਾਉਣਾ, ਕਿਹੜੀ ਚੀਜ਼ ਨੂੰ, ਹੋਰ ਸ਼ਮਤਾ ਵਧਾਉਣੀ। ਇਹ ਕਹਿੰਦੇ ਦੋਨੇ ਚੀਜ਼ਾਂ ਕਹਿੰਦੇ ਜਿਹੜੀਆਂ ਹੈਗੀਆਂ ਵਾ ਇਹ ਕੀ ਹੈ ਜੀ, ਇਹ ਇਕੋਲੋਜੀਕਲ ਯਾਨੀ ਕਿ ਨੈਸੈਸਿਟੀ ਆ। ਨੈਸੈਸਿਟੀ ਦਾ ਮਤਲਬ ਹੁੰਦਾ ਜ਼ਰੂਰਤ, ਇਹਦਾ ਮਤਲਬ ਹੁੰਦਾ ਜ਼ਰੂਰਤ। ਤੇ ਇਕੋਲੋਜੀਕਲ ਵਰਡ ਕਿਤੋਂ ਪਿਆ, ਇਹ ਪਿਆ ਇਹ ਆਪਣੇ ਕੋਲੇ ਇਕੋਲੋਜੀ ਤੋਂ ਪਿਆ ਜੀ। ਇਹਦਾ ਮਤਲਬ ਕੀ ਹੁੰਦਾ, ਨੇਚਰ। ਕਹਿੰਦੇ ਜੀ ਆਪਾਂ ਦੋਨਾਂ ਚੀਜ਼ਾਂ ਤੇ ਕੰਮ, ਜੇ ਆਪਾਂ ਹੋਰ ਫਿਊਲ ਯੂਜ਼ ਕਰਦੇ ਆ ਤੇ ਆਪਾਂ ਸ਼ਮਤਾ ਹੋਰ ਵਧਾਉਂਦੇ ਆ ਜੀ ਇਹ ਚੀਜ਼ਾਂ ਦੀ, ਤਾਂ ਕਹਿੰਦੇ ਜੀ ਇਹ ਜ਼ਰੂਰਤ ਹੈ। ਕਹਿੰਦੇ ਕਿਹਦੀ, ਨੇਚਰ ਦੀ ਵੀ ਜ਼ਰੂਰਤ ਹੈ, ਯਾਨੀ ਕਿ ਆਪਾਂ ਨੂੰ ਲੋੜ ਹੈ ਇਸ ਚੀਜ਼ ਦੀ। ਤੇ ਨਾਲ ਟੈਕਨੋਲੋਜੀਕਲ ਚੈਲੰਜ ਵੀ ਹੈਗਾ ਵਾ ਜੀ ਇੱਕ। ਕਹਿੰਦੇ ਅੱਗੇ ਜਾ ਕੇ ਦੇਖਦੇ ਜੀ ਕੀ ਕਹਿੰਦੇ ਜੀ, ਸੇਮ ਟਾਈਮ ਕਹਿੰਦੇ ਜੀ ਇੱਥੇ ਆਪਾਂ ਨੂੰ ਹੁਣ ਕੋਮਾ ਲਾਉਣਾ ਪੈਣਾ ਸੀ, ਕਿਉਂਕਿ ਇੱਥੋਂ ਦੇਖੋ ਜੀ ਪ੍ਰੈਪੋਜੀਸ਼ਨ ਤੋਂ ਸੈਂਟੈਂਸ ਸਟਾਰਟ ਹੋਇਆ ਵਾ, ਇੱਥੇ ਕੋਮਾ ਲਾਉਣਾ ਪੈਣਾ ਵਾ ਕਿਉਂਕਿ ਗਾਂਹ ਜਾ ਕੇ ਇੱਕ ਨਵਾਂ ਸਬਜੈਕਟ ਸ਼ੁਰੂ ਹੋ ਗਿਆ ਜੀ। ਤਾਂ ਪੰਕਚੁਏਸ਼ਨ ਵੀ ਨਾਲ ਧਿਆਨ ਰੱਖਿਓ ਜੀ। ਜਦੋਂ ਤੁਸੀਂ ਪ੍ਰੈਪੋਜੀਸ਼ਨ ਤੋਂ ਕੋਈ ਸੈਂਟੈਂਸ ਨੂੰ ਸਟਾਰਟ ਕਰਦੇ ਹੋ ਤਾਂ ਬਾਅਦ ਚੋਂ ਸਬਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਕੋਮਾ ਲਾਉਣਾ ਪੈਂਦਾ ਹੁੰਦਾ ਜੀ। ਤਾਂ ਕੀ ਕਹਿੰਦੇ ਜੀ, ਸੇਮ ਟਾਈਮ ਹੀ ਕਹਿੰਦੇ ਹੋਰ ਜ਼ਿਆਦਾ ਕਹਿੰਦੇ ਜਿਹੜੀਆਂ ਯਾਨੀ ਕਿ ਕੋਸ਼ਿਸ਼ਾਂ ਹੈਗੀਆਂ ਯਾਨੀ ਕਿ ਮਸਟ ਬੀ ਮੇਡ, ਉਹ ਆਪਾਂ ਨੂੰ ਮਾਰਨੀਆਂ ਪੈਣੀਆਂ ਜੀ। ਹੋਰ ਜ਼ਿਆਦਾ ਕੋਸ਼ਿਸ਼ਾਂ ਆਪਾਂ ਨੂੰ ਕਰਨੀਆਂ ਪੈਣੀਆਂ, ਟੱਕਰਾਂ ਮਾਰਨੀਆਂ ਪੈਣੀਆਂ ਜੀ। ਤਾਂ ਧਿਆਨ ਨਾਲ ਦੇਖਿਓ, ਮਸਟ ਬੀ ਮੇਡ। ਇੱਥੋਂ ਤੁਹਾਨੂੰ ਪਤਾ ਲੱਗ ਗਿਆ ਕਿ ਕੋਈ ਵੀ ਮੋਡਾਲ ਚੱਕ ਲਓ, ਚਾਹੇ ਕੈਨ, ਚਾਹੇ ਮੇ, ਜਾਂ ਮਸਟ ਹੋ ਗਿਆ, ਜਾਂ ਸ਼ੁੱਡ ਹੋ ਗਿਆ। ਇੱਟਾਂ ਤੋਂ ਬਾਅਦ ਚੋਂ ਬੀ ਲੱਗਦਾ ਵਾ ਤੇ ਇਹਨਾਂ ਤੋਂ ਬਾਅਦ ਜਦੋਂ ਥਰਡ ਫਾਰਮ ਹੁੰਦੀ ਹੈ ਤੇ ਇੱਕ ਵੌਇਸ ਫਾਰਮੇਸ਼ਨ ਹੁੰਦੀ ਆ ਮੋਡਾਲ। ਹੁਣ ਮੈਂ ਤੁਹਾਨੂੰ ਜੇ ਇਹਦੇ ਵਿੱਚ ਪੁੱਛਾਂ ਕਿ ਜ਼ਿਆਦਾ ਕੋਸ਼ਿਸ਼ਾਂ ਕਿਹਨੇ ਕਰਨੀਆਂ ਵਾ, ਤੁਸੀਂ ਕਹੋਗੇ ਡੂਅਰ ਤਾਂ ਦਿੱਤਾ ਹੀ ਨਹੀਂ ਹੋਇਆ ਜੀ। ਏਦਾਂ ਲਿਖਿਆ ਹੋਇਆ ਕਿ ਜੀ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣੀਆਂ, ਤਾਂ ਬਟ ਇਹ ਕੋਸ਼ਿਸ਼ਾਂ ਕਿਹਨੇ ਕਰਨੀਆਂ ਵਾ ਤੁਹਾਨੂੰ ਸੈਂਟੈਂਸ ਦੇ ਵਿੱਚ ਲਿਖਿਆ ਹੀ ਨਹੀਂ ਹੋਇਆ ਜੀ। ਇਹਦਾ ਮਤਲਬ ਇੱਕ ਵੌਇਸ ਆ। ਵੌਇਸ ਕੀ ਹੁੰਦਾ ਵਾ, ਜਿੱਥੇ ਸਬਜੈਕਟ ਮੈਂਸ਼ਨ ਹੀ ਨਾ ਕੀਤਾ ਹੋਵੇ ਜੀ ਤੁਹਾਡਾ, ਡੂਅਰ ਨਾ ਮੈਂਸ਼ਨ ਕੀਤਾ ਹੋਵੇ ਤੁਹਾਡਾ। ਤਾਂ ਕਹਿੰਦਾ ਜੀ ਹੋਰ ਜ਼ਿਆਦਾ ਕੋਸ਼ਿਸ਼ਾਂ, ਹਾਂਜੀ ਮਸਟ ਬੀ ਮੇਡ,
ਹੋਰ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪੈਣੀਆਂ ਜੀ, ਬਣਾਉਣੀਆਂ ਪੈਣੀਆਂ ਜੀ ਆਪਾਂ ਨੂੰ। ਜੇ ਆਪਾਂ ਗੈਟ ਕਰਨਾ ਵਾ ਜਾਣੀ ਕਿ ਮਾਡਲ ਸ਼ਿਫਟ, ਜੇ ਆਪਾਂ ਸ਼ਿਫਟ ਲੈ ਕੇ ਆਉਣੀ ਆ ਤਾਂ ਆਪਾਂ ਨੂੰ ਹੋਰ ਜ਼ਿਆਦਾ ਟੱਕਰਾਂ ਮਾਰਨੀਆਂ ਪੈਣੀਆਂ ਜੀ। ਸੱਚ ਚੇਂਜ, ਹੁਣ ਦੇਖੋ ਸੱਚ ਚੇਂਜ ਕਿਹੜੀ ਕਹੀ ਹੈ ਜੀ, ਜਿਹੜੀਆਂ ਚੇਂਜਸ ਲਿਆਉਣ ਨੂੰ ਫਿਰਦੇ ਆ। ਕਹਿੰਦੇ ਸੱਚ ਚੇਂਜ ਕਾਂਟ ਬੀ ਯਾਨੀ ਕਿ ਅਚੀਵਡ, ਕਹਿੰਦੇ ਜਿਹੜੀ ਸੱਚ ਚੇਂਜ ਆ ਉਹ ਗੈਟ ਨਹੀਂ ਕੀਤੀ ਜਾ ਸਕਦੀ ਰਾਤੋਂ ਰਾਤ। ਇਹਦਾ ਮੀਨਿੰਗ ਕੀ ਨਿਕਲਿਆ ਇਸ ਲਾਈਨ ਦਾ, ਕਹਿੰਦੇ ਜੀ ਇਹ ਚੀਜ਼ ਰਾਤੋਂ ਰਾਤ ਨਹੀਂ ਮਿਲ ਸਕਦੀ। ਇਹਦਾ ਮਤਲਬ ਕੀ ਨਿਕਲਿਆ ਕਿ ਕਾਫੀ ਜ਼ਿਆਦਾ ਟਾਈਮ ਲੱਗ ਸਕਦਾ ਜੀ। ਕਹਿੰਦੇ ਜੀ ਜਿਹੜੀ ਇਹ ਚੀਜ਼ ਦਾ ਯਾਨੀ ਕਿ ਲੈਸ ਆਫਟਰ ਆਲ ਹਾਫ ਏ ਸੈਂਚੁਰੀ ਆਫ ਕੌਨਸਟੈਂਟ ਡਿਟੀਰੀਓਰੇਸ਼ਨ ਦਾ ਫੇਵਰ ਆਫ ਰੋਡ। ਕੀ ਕਹਿੰਦੇ ਜੀ, ਕਹਿੰਦੇ ਜੀ ਸਾਰੀ ਚੀਜ਼ ਜਿਹੜੀ ਹੈਗੀ ਆ ਯਾਨੀ ਕਿ ਲੈਸ ਸੋ ਆਫਟਰ ਹਾਫ ਸੈਂਚੁਰੀ ਆਫ ਕੌਨਸਟੈਂਟ ਡਿਟੀਰੀਓਰੇਸ਼ਨ ਦਾ ਫੇਵਰ ਆਫ ਰੋਡ। ਕਹਿੰਦੇ ਆਪਾਂ ਨੂੰ ਕੀ ਕਰਨਾ ਪੈਣਾ ਜੀ, ਕਮ ਸੇ ਕਮ ਹਾਫ ਸੈਂਚੁਰੀ ਤੋਂ ਤਾਂ ਆਪਾਂ ਨੂੰ ਕੌਨਸਟੈਂਟ ਡਿਟੀਰੀਓਰੇਸ਼ਨ ਕਰਨੀ ਪੈਣੀ ਹੈ ਜੀ। ਹਾਂਜੀ ਕਿਹਦੇ, ਹਾਂਜੀ ਫੇਵਰ ਦੇ ਵਿੱਚ, ਰੋਡ ਦੇ ਫੇਵਰ ਦੇ ਵਿੱਚ। ਦੇਖੋ ਇੱਥੇ ਵਰਡ ਲਿਖਿਆ ਜੀ ਡਿਟੀਰੀਓਰੇਸ਼ਨ। ਡਿਟੀਰੀਓਰੇਸ਼ਨ ਦਾ ਮਤਲਬ ਕੀ ਹੁੰਦਾ ਕਿ ਜੀ ਕਿਸੇ ਚੀਜ਼ ਨੂੰ ਹਾਨੀ ਪਹੁੰਚਾਉਣਾ, ਯਾਨੀ ਕਿ ਆਪਾਂ ਨੂੰ ਕਹਿੰਦੇ ਰੋਡ ਦੇ ਫੇਵਰ ਦੇ ਵਿੱਚ ਉਹਨੂੰ ਘਾਟਾ ਪਾਉਣਾ ਪੈਣਾ ਵਾ ਤਾਂ ਜਾ ਕੇ ਸ਼ਿਫਟ ਆਪਾਂ ਨੂੰ ਮਿਲੂਗੀ। ਕਿਉਂਕਿ ਦੇਖੋ ਰੋਡ ਟਰਾਂਸਪੋਰਟੇਸ਼ਨ ਜ਼ਿਆਦੇ ਆ ਤੇ ਰੀਡਿੰਗ ਦੇ ਵਿੱਚ ਆਪਾਂ ਸ਼ੁਰੂ ਤੋਂ ਹੀ ਕੀ ਪੜ੍ਹੀ ਜਾਂਦੇ ਆ ਕਿ ਜੀ ਸਾਰੇ ਮੋਡਸ ਨੂੰ ਕਹਿੰਦੇ ਜੀ ਬੈਲੈਂਸ ਕਰੋ, ਤੇ ਜੇ ਬੈਲੈਂਸ ਕਰਨਾ ਵਾ ਤਾਂ ਫਿਰ ਰੋਡ ਦੇ ਫੇਵਰ ਦੇ ਵਿੱਚ ਆਪਾਂ ਨੂੰ ਥੋੜਾ ਨੁਕਸਾਨ ਪਹੁੰਚਾਉਣਾ ਪੈਣਾ, ਹਾਨੀ ਕਰਨੀ ਪੈਣੀ ਆ, ਕਟੌਤੀ ਕਰਨੀ ਪੈਣੀ ਆ ਜੀ। ਡਿਟੀਰੀਓਰੇਸ਼ਨ ਦਾ ਤੁਸੀਂ ਇੱਥੇ ਮੀਨ ਕਟੌਤੀ ਵੀ ਸਮਝ ਸਕਦੇ ਹੋ। ਜਦੋਂ ਤੁਸੀਂ ਵਧੀਆ ਟ੍ਰਾਂਸਲੇਸ਼ਨ ਕਰਨ ਲੱਗ ਜਾਂਦੇ ਹੋ ਤਾਂ ਤੁਹਾਡਾ ਬ੍ਰੇਨ ਖੁਦ ਬ ਖੁਦ ਵਰਡਸ ਨੂੰ ਗੈਸ ਕਰਨ ਲੱਗ ਜਾਂਦਾ ਵੀ ਇਹਦਾ ਇੱਥੇ ਮੀਨਿੰਗ ਕੀ ਹੋ ਸਕਦਾ ਜੀ। ਕਹਿੰਦੇ ਦਿਸ ਹੈਜ਼ ਰੀਚਡ ਸੱਚ ਅ ਪਿਚ, ਇਹ ਚੀਜ਼ ਕਹਿੰਦੇ ਕਿਹੜੀ ਪਿਚ ਚੱਕਰ ਜਾਨੀ ਕਿ ਪਹੁੰਚ ਚੁੱਕੀ ਆ, ਦੈਟ ਟੂਡੇ ਰੇਲ ਫਰਾਈਟ, ਫਰਾਈਟ ਦਾ ਮਤਲਬ ਮਾਲ ਹੁੰਦਾ ਜੀ। ਇਹ ਵਰਡ ਰੀਡਿੰਗ ਦੇ ਵਿੱਚ ਬਹੁਤ ਵਾਰੀ ਯੂਜ਼ ਹੋਇਆ, 2-3 ਵਾਰੀ ਤਾਂ ਇਹ ਸਮਰੀ ਦਾ ਜਿਹੜਾ ਨੀਚੇ ਵਾਲੇ ਬਾਕਸ ਦੇ ਵਿੱਚ ਸਿਰੋਨਮ ਪਏ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਹ ਵਰਡ ਦੇਖਿਆ ਗਿਆ। ਤਾਂ ਕਰਕੇ ਕਈ ਵਰਡ ਹੁੰਦੇ ਆ ਜਿਹੜੇ ਰੀਡਿੰਗ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਜ਼ਿਆਦਾ ਜ਼ਰੂਰੀ ਹੁੰਦੇ ਜੀ। ਤੇ ਫਰਾਈਟ ਵਰਡ ਬਾਲੇ ਵਾਲੀ ਨਹੀਂ ਤਾਂ ਕਮ ਸੇ ਕਮ 20 to 25 ਰੀਡਿੰਗਸ ਦੇ ਵਿੱਚ ਫਰਾਈਟ ਵਰਡ ਲਿਖਿਆ ਹੋਇਆ ਜੀ, ਤੇ ਸਮਰੀ ਦੇ ਵਿੱਚ ਵੀ ਬਾਕਸ ਦੇ ਵਿੱਚ ਲਿਖਿਆ ਹੋਇਆ ਜੀ। ਤੇ ਇਹਦਾ ਮੀਨਿੰਗ ਵੀ ਹਰੇਕ ਵਾਰੀ ਬੱਚਾ ਭੁੱਲ ਜਾਂਦਾ ਜੀ। ਕਈ ਵਾਰੀ ਕੀ ਹੁੰਦਾ ਵਾ ਮੈਂ ਤੁਹਾਨੂੰ ਦੱਸਦਾ ਜੀ, ਕਈ ਵਾਰੀ ਕੀ ਹੁੰਦਾ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖ, ਮੈਂ ਤੁਹਾਨੂੰ ਇੱਕ ਸਟ੍ਰੈਟਜੀ ਦੱਸਦਾ ਜੀ। ਕਈ ਵਾਰੀ ਕੀ ਹੁੰਦਾ ਵਾ ਤੁਹਾਨੂੰ ਕੋਈ ਚੀਜ਼ ਦੇਖ ਕੇ ਕਿਸੇ ਚੀਜ਼ ਦੀ ਯਾਦ ਆਉਂਦੀ ਹੁੰਦੀ ਹੈ ਜੀ। ਕਈ ਵਾਰੀ ਕੀ ਹੁੰਦਾ, ਮੰਨ ਕੇ ਚੱਲੋ ਕਿ ਮੇਰੇ ਸਾਹਮਣੇ ਇੱਕ ਚੀਜ਼ ਆਈ ਜੀ, ਮੇਰੇ ਸਾਹਮਣੇ ਰੈੱਡ ਕਲਰ ਦੀ ਕਾਰ ਆਈ, ਮੰਨ ਕੇ ਚਲੋ ਰੋਡ ਉੱਪਰ ਮੇਰੇ ਸਾਹਮਣੇ ਦੀ ਕਾਰ ਆਈ। ਉਹ ਰੈੱਡ ਕਲਰ ਦੀ ਕਾਰ ਪਹਿਲਾਂ ਜਦੋਂ ਅਸੀਂ ਮੈਰਿਜ ਤੇ ਗਏ ਸੀਗੇ ਉਦੋਂ ਵੀ ਉੱਥੇ ਇੱਕ ਰੈੱਡ ਕਲਰ ਦੀ ਕਾਰ ਸੀ। ਦੇਖੋ ਉਹ ਚੀਜ਼ ਨੂੰ ਦੇਖ ਕੇ ਮੇਰੇ ਪਾਸਟ ਦੀ ਮੈਮਰੀ ਇੱਕ ਰੀਕਾਲ ਹੋਈ ਹੈ। ਇਹ ਤੋਂ ਸਿੱਧ ਕੀ ਹੁੰਦਾ ਵੀ ਆਪਣਾ ਬ੍ਰੇਨ ਚੀਜ਼ਾਂ ਨੂੰ ਦੇਖ ਕੇ ਰਿਲੇਟ ਕਰਦਾ ਵਾ ਹੋਰ ਚੀਜ਼ਾਂ ਦੇ ਨਾਲ, ਬਾਅਦ ਚੋਂ ਯਾਦ ਕਰਦਾ ਉਹਨਾਂ ਚੀਜ਼ਾਂ ਨੂੰ। ਤਾਂ ਜਦੋਂ ਮੈਂ ਸਟੂਡੈਂਟ ਸੀਗਾ ਜੀ, ਮੈਂ ਕੱਲਾ ਫਰਾਈਟ ਵਰਡ ਤਾਂ ਮੈਨੂੰ ਯਾਦ ਹੀ ਨਹੀਂ ਰਹਿ ਸਕਦਾ ਸੀਗਾ। ਜੇ ਮੈਂ ਕੱਲਾ ਫਰਾਈਟ ਵਰਡ ਦੇਖ ਲਵਾਂ ਯਾਦ ਨਹੀਂ, ਮੈਂ ਫਰਾਈਟ ਵਰਡ ਨੂੰ ਯਾਦ ਰੱਖਣ ਦੇ ਲਈ ਨਾਲ ਰੇਲ ਵਰਡ ਨੂੰ ਵੀ ਯਾਦ ਰੱਖ, ਰੇਲ ਫਰਾਈਟ। ਮੈਂ ਕਦੇ ਵੀ ਕੱਲਾ ਫਰਾਈਟ ਵਰਡ ਨਹੀਂ ਯਾਦ ਰੱਖਿਆ, ਰੇਲ ਫਰਾਈਟ, ਕਿਉਂਕਿ ਮੈਨੂੰ ਪਤਾ ਕਿ ਜਦੋਂ ਮੈਂ ਫਰਾਈਟ ਵਰਡ ਮੈਨੂੰ ਯਾਦ ਆਊਗਾ, ਮੈਂ ਕਿਤੇ ਫਰਾਈਟ ਵਰਡ ਲਿਖਿਆ ਹੋਇਆ ਦੇਖਿਆ, ਮੇਰਾ ਬ੍ਰੇਨ ਮੈਨੂੰ ਕਿੱਥੇ ਲੈ ਕੇ ਜਾਊਗਾ, ਰੇਲ ਫਰਾਈਟ ਤੇ ਚੱਕ ਕੇ ਲੈ ਕੇ ਜਾਊਗਾ। ਕਿਉਂਕਿ ਇਹਨੇ ਫਰਾਈਟ ਵਰਡ ਦੇਖ ਕੇ ਮੇਰੇ ਬ੍ਰੇਨ ਦੇ ਵਿੱਚ ਜਿਹੜੀ ਇੱਕ ਕੋਲੋਕੇਸ਼ਨ ਪਈ ਸੀਗੀ, ਉਹ ਕੋਲੋਕੇਸ਼ਨ ਇਹਨੇ ਮੈਚ ਕੀਤੀ ਨਾਲ। ਮੰਨ ਕੇ ਲਓ ਮੈਂ ਕਿਤੇ ਵੀ ਵਰਡ ਦੇਖਿਆ ਫਰਾਈਟ, ਆਹ ਵਰਡ ਦੇਖ ਲਿਆ ਜੀ, ਮੇਰੇ ਬ੍ਰੇਨ ਦੇ ਵਿੱਚ ਕਿਹੜੀ ਚੀਜ਼ ਸੇਵ ਕੀਤੀ ਹੋਈ ਆ, ਰੇਲ ਫਰਾਈਟ। ਤੇ ਮੇਰੇ ਬ੍ਰੇਨ ਨੂੰ ਪਤਾ ਵੀ ਰੇਲ ਫਰਾਈਟ ਦਾ ਆਪਾਂ ਕਰੀ ਮੀਨਿੰਗ ਸਿੱਖਿਆ ਸੀਗਾ ਕਿ ਰੇਲ ਦੇ ਵਿੱਚ ਜਿਹੜਾ ਮਾਲ ਹੁੰਦਾ ਵਾ ਜੀ, ਤੇ ਮੇਰੇ ਬ੍ਰੇਨ ਨੂੰ ਪਤਾ ਲੱਗ ਗਿਆ ਵੀ ਇਹ ਵਰਡ ਦਾ ਮੀਨਿੰਗ ਫਿਰ ਮਾਲ ਆ। ਤਾਂ ਆਪਣਾ ਬ੍ਰੇਨ ਕੰਮ ਕਿਵੇਂ ਕਰਦਾ, ਇਹ ਚੀਜ਼ਾਂ ਨੂੰ ਰਿਲੇਟ ਕਰਦਾ ਵਾ ਦੂਸਰੀਆਂ ਚੀਜ਼ਾਂ ਦੇ ਨਾਲ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦੇਖ ਕੇ ਕਹਿੰਦੇ ਹੋ ਕਿ ਇਹ ਚੀਜ਼ ਸੋਹਣੀ ਨੀ ਗੀ, ਐਕਚੁਅਲ ਦੇ ਵਿੱਚ ਤੁਸੀਂ ਲਾਈਫ ਦੇ ਵਿੱਚ ਉਹਦੇ ਤੋਂ ਵੀ ਬਿਹਤਰ ਚੀਜ਼ ਪਹਿਲਾਂ ਦੇਖ ਚੁੱਕੇ ਹੋ, ਤਾਂ ਕਰਕੇ ਤੁਸੀਂ ਇਹ ਡਿਸਾਈਡ ਕੀਤਾ ਕਿ ਇਹ ਚੀਜ਼ ਸੋਹਣੀ ਨੀ ਗੀ। ਕਿਉਂਕਿ ਤੁਹਾਡਾ ਬ੍ਰੇਨ ਉਹ ਚੀਜ਼ ਨੂੰ ਤੁਹਾਡੇ ਬ੍ਰੇਨ ਦੇ ਵਿੱਚ ਪਈ ਚੀਜ਼ ਦੇ ਨਾਲ ਕੰਪੇਅਰ ਕਰਕੇ ਫਿਰ ਤੁਲਨਾ ਕਰਦਾ ਹੁੰਦਾ ਕਿ ਇਹ ਚੀਜ਼ ਮਾੜੀ ਹੈ ਕਿ ਵਧੀਆ। ਜੇ ਤੁਹਾਡੇ ਸਾਹਮਣੇ ਮੈਂ ਕੋਈ ਦੁਨੀਆ ਦੀ ਚੀਜ਼ ਲਿਆ ਕੇ ਰੱਖ ਦੇਵਾਂ ਜਿਹੜੀ ਤੁਸੀਂ ਪਹਿਲਾਂ ਕਦੇ ਵੀ ਲਾਈਫ ਦੇ ਵਿੱਚ ਦੇਖੀ ਨਾ ਹੋਵੇ, ਨਾ ਯੂਜ਼ ਕੀਤੀ ਹੋਵੇ, ਤੁਸੀਂ ਉਹਨੂੰ ਕੰਪੇਅਰ ਹੀ ਨਹੀਂ ਕਰ ਪਾਓਗੇ ਕਿਸੇ ਚੀਜ਼ ਦੇ ਨਾਲ। ਕਿਉਂ? ਕਿਉਂਕਿ ਤੁਹਾਡਾ ਬ੍ਰੇਨ ਉਹ ਚੀਜ਼ ਨੂੰ ਲੈ ਕੇ ਖਾਲੀ ਆ ਪਹਿਲਾਂ। ਤੁਸੀਂ ਨਾ ਹੀ ਤਾਂ ਏਦਾਂ ਕਹਿ ਪਾਓਗੇ ਵੀ ਇਹ ਚੀਜ਼ ਵਧੀਆ,
ਕਿ ਘਟੀਆ, ਕਿ ਕੰਮ ਦੀ ਆ, ਕਿ ਨਹੀਂ ਕੰਮ ਦੀ, ਇਹ ਵਰਡ ਤੁਹਾਡੇ ਬ੍ਰੇਨ 'ਚ ਹੀ ਨਹੀਂ ਆਉਣੇ, ਕਿਉਂਕਿ ਤੁਸੀਂ ਉਹ ਗੈਜਟ, ਉਹ ਚੀਜ਼ ਪਹਿਲੀ ਵਾਰੀ ਦੇਖੀ ਆ। ਤੇ ਜਦੋਂ ਤੁਸੀਂ ਤੁਲਨਾ ਕਰਦੇ ਹੋ, ਉਦੋਂ ਤੁਸੀਂ ਬ੍ਰੇਨ ਦੇ ਵਿੱਚ ਪਈਆਂ ਹੋਈਆਂ ਸੇਮ ਚੀਜ਼ਾਂ ਦੇ ਨਾਲ ਉਹਦੀ ਤੁਲਨਾ ਕਰਦੇ ਹੋ। ਵੋਕੈਬੂਲਰੀ ਯਾਦ ਰੱਖੋ ਕੋਲੋਕੇਸ਼ਨ ਦੇ ਨਾਲ, ਤਾਂ ਕਿ ਜੇ ਉਹ ਵਰਡ ਦਾ ਮੀਨਿੰਗ ਭੁੱਲ ਵੀ ਜਾਵੇ ਤਾਂ ਤੁਹਾਡੇ ਬ੍ਰੇਨ ਦੇ ਵਿੱਚ ਉਹ ਕੋਲੋਕੇਸ਼ਨ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਮੈਚ ਹੋ ਜਾ ਕਰੂਗਾ। ਅੱਗੇ ਚੱਲਦੇ ਹਾਂ ਆਪਾਂ, ਕੀ ਕਹਿੰਦੇ ਜੀ ਆਪਾਂ ਨੂੰ, ਹਾਂਜੀ, ਤਾਂ ਇਹਨਾਂ ਨੇ ਹੁਣ ਆਪਾਂ ਨੂੰ ਕਿਹਾ ਜੀ ਓਕੇ, ਤਾਂ ਕਹਿੰਦੇ ਜੀ ਇਹ ਪਹੁੰਚ ਚੁੱਕਾ ਜੀ, ਕਹਿੰਦੇ ਹਾਂਜੀ ਪਿਚ ਦੇ ਉੱਪਰ, ਕਿ ਟੂਡੇ ਕਹਿੰਦੇ ਰੇਲ ਫਰਾਈਟ ਸਰਵਿਸਿਜ਼ ਜਿਹੜੀਆਂ ਹੈਗੀਆਂ ਵਾ ਫੇਸਿੰਗ, ਕੀ ਫੇਸ ਕਰ ਰਹੀਆਂ ਜੀ, ਯਾਨੀ ਕਿ ਮਾਰਜਨਲਾਈਜੇਸ਼ਨ ਨੂੰ ਫੇਸ ਕਰ ਰਹੀਆਂ। ਇਹਦਾ ਮੀਨਿੰਗ ਕੋਈ ਨਾ ਕੋਈ ਨੈਗੇਟਿਵ ਵਰਡ ਹੀ ਹੈ ਜੀ, ਇਹਦਾ ਜੋ ਮੀਨਿੰਗ ਹੋਊਗਾ ਕੋਈ ਨਾ ਕੋਈ ਨੈਗੇਟਿਵ ਵਰਡ ਹੀ ਹੈ, ਕਿਉਂਕਿ ਗਾਂਹ ਜਾ ਕੇ ਲਿਖਿਆ ਵੀ ਆ ਵਿਦ ਜਸਟ, ਕਹਿੰਦੇ ਸਿਰਫ ਪਰਸੈਂਟ ਹੀ ਆ ਮਾਰਕੀਟ ਸ਼ੇਅਰ ਦਾ। ਇਹਦਾ ਮਤਲਬ ਜਿਹੜਾ ਮਾਰਜਨਲਾਈਜੇਸ਼ਨ ਵਰਡ ਆ ਇਹ ਇੱਕ ਨੈਗੇਟਿਵ ਵਰਡ ਆ ਜੀ। ਇਹਦਾ ਮੀਨਿੰਗ ਕੀ ਹੋਊਗਾ ਜੀ, ਕਿ ਜਿਹੜੀਆਂ ਸਰਵਿਸਿਜ਼ ਹੈਗੀਆਂ ਵਾ ਇਹ ਬੜਾ ਘਾਟਾ ਜਿਹਾ ਫੇਸ ਕਰ ਰਹੀਆਂ ਵਾ, ਭਾਵੇਂ ਕਿ ਇਹ ਵਰਡ ਦਾ ਮੀਨਿੰਗ ਹਾਲੇ ਤੱਕ ਨਾ ਹੀ ਮੈਂ ਤੁਹਾਨੂੰ ਦੱਸਿਆ ਵਾ, ਪਰ ਤੁਸੀਂ ਉਹਨੇ ਤੋਂ ਗੈਸ ਕਰ ਪਾ ਰਹੇ ਹੋ। ਸਾਰਾ ਵਰਡ ਪੜ੍ਹ ਕੇ ਦੇਖੋ, ਤੁਹਾਨੂੰ ਆਪੇ ਪਤਾ ਲੱਗੂ ਮਾਰਜਨਲ ਦਾ ਮੈਂ ਮੀਨਿੰਗ ਕੀ ਕੱਢਾਂ। ਤੁਹਾਨੂੰ ਕਹਿ ਰਿਹਾ ਕਿ ਜੀ ਜਿਹੜੀ ਜਿਹੜੀ ਇਹ ਚੀਜ਼ ਹੈ ਜੀ, ਕਹਿੰਦੇ ਉਹ ਹੁਣ ਕਿਹੜੀ ਪਿਚ ਉੱਪਰ ਪਹੁੰਚ ਚੁੱਕੀ ਆ, ਹੁਣ ਕਹਿੰਦੇ ਰੇਲ ਫਰਾਈਟ ਸਰਵਿਸਿਜ਼ ਨਾ ਫੇਸ ਕਰਦੀਆਂ ਵਾ। ਹੁਣ ਦੇਖੋ ਫੇਸ ਤੋਂ ਤੁਹਾਨੂੰ ਪਤਾ ਲੱਗਿਆ ਕਿ ਨੈਗੇਟਿਵ ਚੀਜ਼ ਆਈ, ਉਹ ਮਾਰਜਨਾਈਜੇਸ਼ਨ ਫੇਸ ਕਰਦੀਆਂ ਵਾ। ਤਾਂ ਅੱਗੇ ਜਾ ਕੇ ਤੁਹਾਨੂੰ ਪਤਾ ਲੱਗਿਆ ਕਿ ਜੀ ਇਹ ਮਾਰਕੀਟ ਚੋਂ ਤਾਂ ਹੁਣ ਇਹਦਾ ਸ਼ੇਅਰ ਹੀ ਬਹੁਤ ਘਟ ਗਿਆ। ਹੁਣ ਤੁਹਾਨੂੰ ਯਕੀਨ ਹੋ ਗਿਆ ਕਿ ਜੀ ਮਾਰਜਨਾਈਜੇਸ਼ਨ ਦਾ ਮੀਨਿੰਗ ਇੱਕ ਨੈਗੇਟਿਵ ਹੈ ਜੀ। ਤਾਂ ਏਦਾਂ ਆਪਣਾ ਬ੍ਰੇਨ ਬਾਅਦ ਚੋਂ ਗੈਸ ਲਾਉਣ ਲੱਗ ਜਾਂਦਾ ਵੋਕੈਬੂਲਰੀ ਤੇ। ਤੇ ਨਾਲ ਹੀ ਕਹਿੰਦੇ ਜਿਹੜੀ ਇੰਟਰਨੈਸ਼ਨਲ ਗੁੱਡਸ ਟ੍ਰੇਨਸ ਜਿਹੜੀਆਂ ਹੈਗੀਆਂ ਵਾ ਸਟਰਗਲਿੰਗ, ਉਹ ਵੀ ਕਹਿੰਦੇ ਸਟਰਗਲ ਕਰ ਰਹੀਆਂ ਵਾ ਜੀ। ਕਹਿੰਦੇ ਲੌਂਗ ਐਟ ਐਵਰੇਜ ਸਪੀਡ, ਉਹਨਾਂ ਦੀ ਸਪੀਡ ਵੀ ਕਿੰਨੀ ਹੈ ਜੀ, ਕਹਿੰਦੇ 18 ਯਾਨੀ ਕਿ ਕਿਲੋਮੀਟਰ ਪ੍ਰਤੀ ਘੰਟਾ ਹੈ ਜੀ ਉਹਨਾਂ ਦੀ ਸਪੀਡ ਹੈ ਜਿਹੜੀ। ਕਹਿੰਦੇ 3 ਪੋਸੀਬਲ, ਕਹਿੰਦੇ ਜੀ 3 ਪੋਸੀਬਲ ਚੀਜ਼ਾਂ ਵਾ, ਕਹਿੰਦੇ ਜਿਹੜੀਆਂ ਬਾਹਰ ਨਿਕਲ ਕੇ ਆਉਂਦੀਆਂ ਜੀ, ਜਿਹੜੀਆਂ ਬਾਹਰ ਨਿਕਲ ਕੇ ਆਈਆਂ ਵਾ 3 ਕਹਿੰਦੇ ਪੋਸੀਬਲ ਚੀਜ਼ਾਂ ਵਾ ਜੋ ਬਾਹਰ ਨਿਕਲ ਕੇ ਆਈਆਂ ਵਾ। ਜਾ ਕੇ ਦੇਖਦੇ ਜੀ ਉਹ ਕਿਹੜੀਆਂ। ਫਸਟ ਅਪਰੋਚ ਕਿਹੜੀ ਹੈ ਜੀ, ਜਦੋਂ ਹੁਣ ਧਿਆਨ ਨਾਲ ਦੇਖਿਓ, ਜਦੋਂ ਹੀ ਤੁਹਾਨੂੰ ਰੀਡਿੰਗ ਤੋਂ ਪਤਾ ਲੱਗਿਆ ਵੀ 3 ਚੀਜ਼ਾਂ ਹੈਗੀਆਂ ਵਾ ਤੇ ਰੀਡਿੰਗ ਨੇ ਤੁਹਾਨੂੰ ਫਸਟ ਲਿਖਤੀ, ਇਹਦਾ ਮਤਲਬ ਰੀਡਿੰਗ ਔਨ ਸੈਕੰਡ ਵੀ ਲਿਖੂਗੀ। ਸੈਕੰਡ ਕਿੱਥੇ ਪਈ ਆ ਇਹਦਾ ਮਤਲਬ ਰੀਡਿੰਗ ਔਨ ਥਰਡ ਵੀ ਲਿਖੂਗੀ। ਥਰਡ ਕਿਹੜੀ ਪਈ ਆ ਤੇ ਤੁਹਾਨੂੰ ਪਤਾ ਲੱਗ ਗਿਆ ਕਿ ਤਾਂ ਮੇਰੀਆਂ ਜਸਟ ਉਹ 3 ਚੀਜ਼ਾਂ ਵਾ ਜਿਹੜੀਆਂ ਬਾਹਰ ਨਿਕਲ ਕੇ ਆਈਆਂ ਬਸ। ਤਾਂ ਏਦਾਂ ਤੁਹਾਨੂੰ ਰੀਡਿੰਗ ਦੀ ਕਨੈਕਟੀਵਿਟੀ ਵੀ ਨਾਲ ਕਿਤੇ ਨਾ ਕਿਤੇ ਤੁਹਾਨੂੰ ਪਤਾ ਲੱਗੂ ਕਿ ਜੀ ਰੀਡਿੰਗ ਇੱਕ ਦੂਸਰੇ ਦੇ ਨਾਲ ਜੁੜਦੀ ਕਿਵੇਂ ਆ, ਪੈਰਾ ਇੱਕ ਦੂਸਰੇ ਨਾਲ ਜੁੜਦਾ ਕਿਵੇਂ ਆ ਜੀ। ਤੇ ਮੈਨੂੰ ਯੈਸ ਨੂੰ ਦੱਸ ਦਿਓ ਜੀ ਕਿ ਜੋ ਆਪਾਂ ਅੱਜ ਕੀਤਾ ਜੀ ਵਰਡ ਵਗੈਰਾ